क्या करना? इसको वो दे दो, थोड़ा सा इधर कर दो, दिखता नहीं मेरे को, थोड़ा सा बस। हाँ जी, गुड मॉर्निंग जी साਰਿਆਂ ਨੂੰ। ਇਸ ਤੋਂ ਪਹਿਲਾਂ ਅਸੀਂ ਪੜ੍ਹ ਰਹੇ, ਗੁੱਡ ਮਾਰਨਿੰਗ, ਅਸੀਂ ਪੜ੍ਹ ਰਹੇ ਸੀ ਇਸ ਤੋਂ ਪਹਿਲਾਂ ਇਸ ਜਿਹੜੀ ਬੁੱਕ ਹੈਗਾ ਪੇਪਰ ਨੰਬਰ 1 ਦੇ ਰਿਗਾਰਡਿੰਗ ਅਸੀਂ ਜਿਹੜਾ ਹੈਗਾ ਲੈਂਡ ਰੈਵਨਿਊ ਐਕਟ ਪੜ੍ਹ ਚੁੱਕੇ ਸੀਗੇ ਸਾਰਾ। ਲੈਂਡ ਰੈਵਨਿਊ ਐਕਟ 1887 ਦੇ ਅਗੇਂਸਟ ਜਿਹੜੇ ਰੂਲਸ ਬਣਾਏ ਗਏ ਨੇ, ਰੂਲਸ ਇਸੇ ਬੁੱਕ ਦੇ ਪਿਛਲੇ ਪਾਸੇ ਲੱਗੇ ਹੁੰਦੇ ਆ, ਜਿੱਥੇ ਸੈਕਸ਼ਨ ਸਾਡੀ ਇਹ ਜਿਹੜਾ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 158 ਖਤਮ ਹੋ ਜਾਂਦੀ ਹੈ। ਦੈਨ ਜਿਹੜੇ ਰੂਲਸ ਹੈਗੇ ਨੇ ਲੈਂਡ ਰੈਵਨਿਊ ਰੂਲਸ 1909 ਇਹ ਸਟਾਰਟ ਹੋ ਜਾਂਦੇ ਨੇ। ਅਸੀਂ ਪੜ੍ਹ ਚੁੱਕੇ ਸੀਗੇ ਪਹਿਲਾਂ ਸੈਕਸ਼ਨ 51 ਤੱਕ। ਕੀ ਅਸੀਂ ਪੜ੍ਹਿਆ ਸੀਗਾ, ਮੈਂ ਤਾਂ 5 ਮਿੰਟ ਲਈ ਰਿਵਾਈਜ਼ ਕਰਾਂਗਾ। ਪਹਿਲਾਂ ਅਸੀਂ ਪੜ੍ਹਿਆ ਸੀਗਾ ਇਸ ਤੋਂ ਪਹਿਲਾਂ ਸੈਕਸ਼ਨ 31 ਤੋਂ ਸ਼ੁਰੂ ਕੀਤਾ ਸੀ ਅਸੀਂ। ਫੋਰੈਸਟ ਲੈਂਡ ਸੈਕਸ਼ਨ 31 ਅਸਟੇਟਸ ਐਂਡ ਸਰਵੇ ਆਫ ਦ ਮਾਰਕਸ। ਅਸਟੇਟਸ ਕੀ ਹੁੰਦੀ ਹੈ, ਸਰਵੇ ਮਾਰਕਸ ਕੀ ਹੁੰਦੇ, ਇਹਦੇ ਰਿਗਾਰਡਿੰਗ ਅਸੀਂ ਪਿਛਲਾ ਸਾਡਾ ਲੈਕਚਰ ਸੀਗਾ, ਉਹਦੇ ਲਈ ਅਸੀਂ 2-5-4 ਮਿੰਟ ਅਸੀਂ ਰਿਵਾਈਜ਼ ਕਰਾਂਗੇ। ਅਸਟੇਟਸ ਐਂਡ ਸਰਵੇ ਮਾਰਕਸ ਸੈਕਸ਼ਨ 31 ਸੈਕਸ਼ਨ ਕੀ ਕਹਿੰਦਾ ਜੀ, ਇਹ ਕਹਿੰਦਾ ਵੀ ਜਿਹੜੀ ਕੋਈ ਫੋਰੈਸਟ ਲੈਂਡ ਹੁੰਦੀ ਹੈ, ਫੋਰੈਸਟ ਲੈਂਡ ਨੂੰ ਗਵਰਨਮੈਂਟ ਬਾਈ ਨੋਟੀਫਿਕੇਸ਼ਨ ਜਿਹੜੀ ਹੈ ਸਟੇਟ ਡਿਕਲੇਅਰ ਕਰ ਸਕਦੀ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਬਹੁਤ ਸਾਰੀਆਂ ਜਮ੍ਹਾਂਬੰਦੀਆਂ ਦੇਖੀਆਂ ਹੋਣੀਆਂ, ਜੰਗਲਾਤ ਦੀਆਂ ਜਮ੍ਹਾਂਬੰਦੀਆਂ ਦੇਖੀਆਂ ਹੋਣੀਆਂ। ਜੰਗਲਾਤ ਦੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਸੈਪਰੇਟ ਜਮ੍ਹਾਂਬੰਦੀ ਬਣੀ ਹੁੰਦੀ ਹੈ, ਸੈਪਰੇਟ ਰਿਕਾਰਡ ਆਫ ਰਾਈਟਸ ਬਣਿਆ ਹੋਇਆ ਹੁੰਦਾ ਹੈ। ਪਰ ਜੇ ਕਿਤੇ ਸੈਪਰੇਟ ਰਿਕਾਰਡ ਆਫ ਰਾਈਟਸ ਨਹੀਂ ਬਣਿਆ ਹੁੰਦਾ ਤਾਂ ਗਵਰਨਮੈਂਟ ਜਿਹੜੀ ਬਾਈ ਨੋਟੀਫਿਕੇਸ਼ਨ ਕਿਸੇ ਵੀ ਫੋਰੈਸਟ ਲੈਂਡ ਨੂੰ ਰੈਵਨਿਊ ਸਟੇਟ ਡਿਕਲੇਅਰ ਕਰ ਸਕਦੀ ਹੈ। ਇਹ ਹੈ ਸੈਕਸ਼ਨ 31। ਨੈਕਸਟ ਅਸੀਂ ਪੜ੍ਹਿਆ ਸੀ ਸੈਕਸ਼ਨ 32 ਚ ਕੀ ਆ, ਮਾਰਕਸ ਇਰੈਕਟਡ ਔਨ ਦ ਬਾਉਂਡਰੀਜ਼ ਆਫ ਦ 2 or more ਵਿਲੇजेस। ਜਿੱਥੇ 2 ਜਾਂ 2 ਤੋਂ ਪਿੰਡ ਤੋਂ ਵੱਧ ਪਿੰਡਾਂ ਦੀਆਂ ਜਿਹੜੀਆਂ ਬਾਉਂਡਰੀਜ਼ ਹੁੰਦੀਆਂ ਨੇ, ਹੱਦਾਂ ਹੁੰਦੀਆਂ ਨੇ, ਟਕਰਾਉਂਦੀਆਂ ਨੇ, ਜਿੱਥੇ ਵੀ ਕਿਤੇ ਹੱਦ ਦੇ ਉੱਪਰ ਐਂਗਲ ਬਣਦਾ ਹੈ, ਕੋਈ ਵੀ ਐਂਗਲ ਬਣਦਾ ਹੈ ਤਾਂ ਉਸ ਐਂਗਲ ਦੇ ਉੱਪਰ ਇੱਕ ਬੁਰਜੀ ਲਗਾਈ ਜਾਂਦੀ ਹੈ। ਬੁਰਜੀ ਪੱਥਰ ਦੀ ਹੋ ਸਕਦੀ ਹੈ। ਉਹਦੇ ਰਿਗਾਰਡਿੰਗ ਹੈਗਾ ਸੈਕਸ਼ਨ 32 ਮਾਰਕਸ ਇਰੈਕਟਡ ਐਟ ਦ ਐਂਗਲਸ ਆਫ ਦ ਬਾਉਂਡਰੀਜ਼ 2 states ਮਡ ਔਰ ਸਟੋਨ। ਇਹ ਮਤਲਬ ਕਿ ਜਿਹੜੀ ਬੁਰਜੀ ਹੈਗੀ ਹੈ ਜ਼ਿਆਦਾਤਰ ਸਟੋਨ ਦੀ ਅਸੀਂ ਦੇਖਦੇ ਹਾਂ, ਪ੍ਰੈਕਟੀਕਲੀ ਤੌਰ ਤੇ ਪੱਥਰ ਦੀਆਂ ਬੁਰਜੀਆਂ ਹੁੰਦੀਆਂ ਨੇ, 6 ਇੰਚ ਬਾਈ 6 ਇੰਚ ਦੀਆਂ ਬੁਰਜੀਆਂ ਹੁੰਦੀਆਂ ਨੇ, 3 ਫੁੱਟ ਦੀ ਹਾਈਟ ਹੁੰਦੀ ਹੈ। ਤੇ ਆਮ ਤੌਰ ਤੇ ਕੀ ਹੁੰਦਾ, 1.5 ਫੁੱਟ ਜਿਹੜਾ ਲਾਅ ਹੈਗਾ, 1.5 ਫੁੱਟ ਜਿਹੜੀ ਬੁਰਜੀ ਹੈਗੀ ਇਹ ਜ਼ਮੀਨ ਦੇ ਵਿੱਚ ਹੁੰਦੀ ਹੈ ਤੇ 1.5 ਫੁੱਟ ਜ਼ਮੀਨ ਦੇ ਬਾਹਰ ਲਗਾਈ ਜਾਂਦੀ ਹੈ। ਜਿੱਥੇ ਵੀ ਕਿਤੇ 2 ਪਿੰਡਾਂ ਦੀਆਂ ਬਾਉਂਡਰੀਆਂ ਆਪਸ ਮਿਲਦੀਆਂ ਨੇ, ਪਿੰਡਾਂ ਦੀਆਂ ਬਾਉਂਡਰੀਆਂ ਨੂੰ ਦਰਸਾਉਣ ਦੀ ਖਾਤਰ, ਜਿੱਥੇ ਵੀ ਕਿਤੇ ਬਾਉਂਡਰੀ ਦੇ ਵਿੱਚ ਐਂਗਲ ਬਣਦਾ ਹੈ, ਜੇ ਉਹ ਐਂਗਲ ਦੇਖੋ 90 180 ਦੇ ਘੱਟ ਕੋਈ ਐਂਗਲ ਬਣੇਗਾ, ਕਿਤੇ 160 ਦਾ ਐਂਗਲ ਬਣੇਗਾ, ਕਿਤੇ 130 ਦਾ ਐਂਗਲ ਬਣੇਗਾ, ਕਿਤੇ 60 ਦਾ ਐਂਗਲ ਬਣੇਗਾ, ਕਿਤੇ 30 ਦਾ ਐਂਗਲ ਬਣੇਗਾ, 40 ਦਾ ਐਂਗਲ ਬਣੇਗਾ। ਜਿੱਥੇ ਵੀ ਕਿਤੇ ਐਂਗਲ ਬਣਦਾ ਹੈ, ਯਾਨੀ ਕਿ 2 ਪਿੰਡਾਂ ਦੀਆਂ ਬਾਉਂਡਰੀਆਂ ਦਾ ਜਦੋਂ ਉਹ ਘੁੰਮਦੀਆਂ ਆਪਸ ਦੇ ਵਿੱਚ, ਜਿੱਥੇ ਵੀ ਕਿਤੇ ਐਂਗਲ ਬਣਦਾ, ਉਸ ਐਂਗਲ ਦਾ ਜਿਹੜਾ ਪਾਰਟੀਕੂਲਰ ਪੁਆਇੰਟ ਹੁੰਦਾ ਹੈ ਵੀ ਇੱਥੇ ਜਿਹੜੀ ਬਾਉਂਡਰੀ ਹੈਗੀ 2 ਪਿੰਡਾਂ ਦੀ ਆਪਸ 'ਚ ਮੋੜ ਖਾਂਦੀ ਹੈ, ਉੱਥੇ ਜਿਹੜਾ ਹੈਗਾ ਇਹ ਜਿਹੜਾ ਪਿੱਲਰ ਹੈਗਾ, ਬੁਰਜੀ ਜਿਹਨੂੰ ਅਸੀਂ ਕਹਿੰਦੇ ਆ, ਉਹ ਬੁਰਜੀ ਲਗਾਈ ਜਾਂਦੀ ਹੈ। ਤੁਸੀਂ ਪ੍ਰੈਕਟੀਕਲੀ ਤੌਰ ਤੇ ਸਾਰੇ ਬੰਦਿਆਂ ਨੇ ਦੇਖਿਆ ਹੋਣਗੀਆਂ ਮੌਕੇ ਦੇ ਉੱਪਰ, ਜਿਹੜੇ ਫੀਲਡ 'ਚ ਕੰਮ ਕਰਦੇ ਆ, ਕਾਨੂੰਗੋ ਸਾਹਿਬਾਨ, ਪਟਵਾਰੀ ਸਾਹਿਬਾਨ, ਬਾਕੀ ਬੇਬੀ ਜਿਹੜਾ ਕੋਈ ਅਸਿਸਟੈਂਟ ਕੇਡਰ ਦੇ ਵਿੱਚ ਜਿਹੜੇ ਕਲੈਰੀਕਲ ਕੇਡਰ ਦੇ ਸਟਾਫ ਹੈਗਾ, ਉਹਨਾਂ ਨੇ ਸ਼ਾਇਦ ਮੌਕੇ ਦੇ ਨਾਂ ਦੇਖਿਆ ਹੋਣ ਕਦੀ। ਤੇ 3 ਫੁੱਟ ਦੀ ਇਹ ਜਿਹੜਾ ਲੈਂਥ ਹੁੰਦੀ ਹੈ, 6 ਇੰਚ ਬਾਈ 6 ਇੰਚ ਦਾ ਜਿਹੜਾ ਸਾਈਜ਼ ਹੁੰਦਾ ਹੈ। ਨੈਕਸਟ ਅਸੀਂ ਪੜ੍ਹਿਆ ਸੀ ਟ੍ਰਾਂਜੈਕਸ਼ਨ ਪਿੱਲਰ। ਦੇਖੋ ਇਹਦੇ ਤੇ ਕੁਐਸਚਨ ਪੱਕਾ ਆਮ ਤੌਰ ਤੇ ਆ ਜਾਂਦਾ ਹੁੰਦਾ ਹੈ, ਲਗਭਗ 90% ਚਾਂਸਸ ਹੁੰਦੇ ਆ। ਟ੍ਰਾਂਜੈਕਸ਼ਨ ਪਿੱਲਰ ਕੀ ਹੁੰਦਾ ਹੈ, ਕਿਸ ਤਰ੍ਹਾਂ ਲਗਾਇਆ ਜਾਂਦਾ ਹੈ, ਕਿੱਥੇ ਲਗਾਇਆ ਜਾਂਦਾ ਹੈ, ਇਹਦਾ ਸ਼ੇਪ ਕਿਹੋ ਜਿਹੀ ਹੁੰਦੀ ਹੈ, ਲੈਂਥ ਕਿੰਨੀ ਹੁੰਦੀ ਹੈ, ਬ੍ਰੈਡਥ ਕਿੰਨੀ ਹੁੰਦੀ ਹੈ, ਹਾਈਟ ਕਿੰਨੀ ਹੁੰਦੀ ਹੈ। ਠੀਕ ਹੈ, ਇਹ ਜਿਹੜਾ ਸੈਕਸ਼ਨ ਹੈਗਾ ਤੁਹਾਨੂੰ ਜਵਾਨੀ ਯਾਦ ਹੋਣਾ ਚਾਹੀਦਾ। ਇਹ ਸੈਕਸ਼ਨ ਹੀ ਸਾਰੇ ਇਹ ਰੂਲਸ ਨੇ, ਰੂਲ ਮੈਂ ਗਲਤੀ ਨਾਲ ਸੈਕਸ਼ਨ ਕਹਿ ਰਿਹਾ ਤੁਹਾਨੂੰ, ਇਹ ਰੂਲਸ ਨੇ ਪੰਜਾਬ ਲੈਂਡ ਰੈਵਨਿਊ ਰੂਲਸ 1909। ਤੇ ਜਿਹੜਾ ਸੈਕਸ਼ਨ ਰੂਲ ਨੰਬਰ 33 ਇਹ ਹੈ ਟ੍ਰਾਂਜੈਕਸ਼ਨ ਪਿੱਲਰ ਦੇ ਰਿਗਾਰਡਿੰਗ। ਟ੍ਰਾਂਜੈਕਸ਼ਨ ਪਿੱਲਰ ਜਿੱਥੇ 3 ਪਿੰਡਾਂ ਦੀਆਂ ਜਿਹੜੀਆਂ ਹੱਦਾਂ ਹੁੰਦੀਆਂ ਨੇ, ਤਾਂ ਹੀ ਟਰਾਈ ਤੋਂ ਮਤਲਬ ਹੈਗਾ 3 ਪਿੰਡਾਂ ਦੀ ਹੱਦਾਂ, ਜਿੱਥੇ 3 ਪਿੰਡਾਂ ਦੀ ਹੱਦ ਆਪਸ ਦੇ ਵਿੱਚ ਮੇਲ ਖਾਂਦੀ ਹੈ, ਮਿਲਦੀ ਹੈ ਕਿਸੇ ਇੱਕ ਪਾਰਟੀਕੂਲਰ ਪੁਆਇੰਟ ਦੇ ਉੱਪਰ ਜਾ ਕੇ। ਉੱਥੇ ਜਿਹੜਾ ਹੈਗਾ ਇਹ ਜਿਹਨੂੰ ਤੋਖਾ ਠੱਡਾ ਵੀ ਕਹਿ ਦਿੰਦੇ ਅਸੀਂ, ਸਿਹੱਦਾ ਵੀ ਕਹਿ ਦਿੰਦੇ ਆ, ਟ੍ਰਾਂਜੈਕਸ਼ਨ ਪਿੱਲਰ ਵੀ ਇੰਗਲਿਸ਼ ਕਹਿ ਦਿੰਦੇ ਆ। ਇੱਥੇ ਕਨਫਿਊਜ਼ ਨਹੀਂ ਹੋਣਾ ਤੁਸੀਂ,
ਚਾਹੇ ਧੋਖਾ ਠੱਡਾ ਕਿਹਾ ਹੋਵੇ, ਚਾਹੇ ਟ੍ਰਾਂਜੈਕਸ਼ਨ ਪਿਲਰ ਕਿਹਾ ਹੋਵੇ, ਚਾਹੇ ਸਿਹਦਾ ਕਿਹਾ ਹੋਵੇ, ਤੁਸੀਂ ਇਹ ਰੂਲ ਦੇ ਜਿਹੜਾ 33 ਇਹ ਫੋਲੋ ਕਰਨਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇਹਦੀ ਸ਼ੇਪ ਕੀ ਹੁੰਦੀ ਹੈ, 3 ਪਿੰਡਾਂ ਦੀ ਇੱਥੇ ਹੱਦ ਮਿਲਦੀ ਹੈ ਆਪਸ ਦੇ ਵਿੱਚ, ਉੱਥੇ ਇਹ ਲਗਾਇਆ ਜਾਂਦਾ ਹੈ। ਜਿਹੜੀ ਦੀ ਹਾਈਟ ਹੁੰਦੀ ਹੈ 3 ਫੁੱਟ ਦੀ ਹੁੰਦੀ ਹੈ। 3 ਫੁੱਟ ਦੀ ਹਾਈਟ ਦੇ ਵਿੱਚ 1.5 ਫੁੱਟ ਇਹ ਜ਼ਮੀਨ ਦੇ ਵਿੱਚ ਲਗਾਇਆ ਜਾਂਦਾ ਹੈ ਤੇ 1.5 ਫੁੱਟ ਇਹ ਜ਼ਮੀਨ ਦੇ ਬਾਹਰ ਹੁੰਦਾ ਹੈ। ਤੇ ਜਿਹੜੀ ਇਹਦੀ ਲੈਂਥ ਬ੍ਰੈਡਥ ਹੁੰਦੀ ਹੈ, ਲੰਬਾਈ ਚੌੜਾਈ ਜਿਹਨੇ ਕਹਿ ਲਈਏ 1.5 ਫੁੱਟ ਹੁੰਦੀ ਹੈ, 18 ਇੰਚ ਚੌੜਾ ਹੁੰਦਾ ਹੈ, ਮਤਲਬ ਸਕੇਅਰ ਹੁੰਦਾ ਹੈ ਕਹਿ ਲਈਏ ਅਸੀਂ, 18 ਇੰਚ ਦਾ ਸਕੇਅਰ ਹੁੰਦਾ ਹੈਗਾ। ਤੇ ਲੈਂਥ ਇਹਦੀ ਹੁੰਦੀ ਹੈ 3 ਫੁੱਟ ਦੀ, 1.5 ਫੁੱਟ ਅੰਦਰ ਰਹਿੰਦਾ ਤੇ 1.5 ਫੁੱਟ ਬਾਹਰ ਰਹਿੰਦਾ ਹੈਗਾ। ਹੁਣ ਇਹ ਕਿਹੜੀ ਕਿਸ ਚੀਜ਼ ਦਾ ਹੋ ਸਕਦਾ ਹੈ, ਦੇਖੋ ਇਹ ਸਿੰਗਲ ਸਟੋਨ ਪਿਲਰ ਵੀ ਹੋ ਸਕਦਾ ਹੈ, ਸਿੰਗਲ ਸਟੋਨ ਪਿਲਰ ਵੀ ਹੋ ਸਕਦਾ ਹੈ, ਠੀਕ ਹੈ, ਘੜ ਕੇ ਬਣਾਇਆ ਗਿਆ ਹੋਵੇ। ਜਿਵੇਂ ਪਹਿਲੇ ਜ਼ਮਾਨੇ ਦੇ ਵਿੱਚ ਅਸੀਂ ਸੁਣਦੇ ਹੁੰਦੇ ਹਾਂ ਵੀ ਬੋਤਿਆਂ ਦੇ ਉੱਪਰ ਲੈ ਕੇ ਆਉਂਦੇ ਸੀ ਜਿਹੜੇ ਸਰਵੇ ਡਿਪਾਰਟਮੈਂਟ ਵਾਲੇ ਬੰਦੇ ਹੁੰਦੇ ਸੀ, ਆਪਣੀਆਂ ਜਿੱਥੇ ਬੁਰੀਆਂ ਦੀ ਰਿਕੁਆਇਰਮੈਂਟ ਹੁੰਦੀ ਸੀਗੀ ਉੱਥੇ ਸਿੰਗਲ ਸਟੋਨ ਪਿਲਰ ਵੀ ਹੁੰਦੇ ਸੀ, ਲਗਾਏ ਜਾਂਦੇ ਸੀ। ਪਰ ਦੂਜੀ ਗੱਲ ਇਹ ਵੀ ਹੈਗੀ ਹੈ ਵੀ ਕਿਤੇ ਅਸੀਂ ਦੇਖਦੇ ਆ ਰਹੇ ਹਾਂ ਮੌਕੇ ਦੇ ਉੱਪਰ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਟ੍ਰਾਂਜੈਕਸ਼ਨ ਪਿਲਰ ਦੇਖਣ ਨੂੰ ਮਿਲਦੇ ਨੇ, ਇਹ ਛੋਟੀਆਂ ਇੱਟਾਂ ਦਾ ਵੀ ਲਗਾਇਆ ਹੁੰਦਾ ਹੈ। ਮਤਲਬ ਕਿ ਜਿਹੜੀ ਮਸੂਰੀ ਇੱਟ ਹੁੰਦੀ ਹੈ, ਮਸੂਰੀ ਇੱਟ ਦੀ ਚਿਣਾਈ ਕਰਕੇ ਵੀ ਇਹ ਬਣਾਇਆ ਜਾਂਦਾ ਹੈ। ਜਿੱਥੇ ਇਹ ਜਿਹੜਾ ਧੋਖਾ ਠੱਡਾ ਬਣਾਇਆ ਜਾਂਦਾ ਹੈ ਉਹਦੇ ਨੀਚੇ ਸਭ ਤੋਂ ਪਹਿਲਾਂ ਖੁਦਾਈ ਕਰਕੇ ਕੋਲਾ ਤੇ ਚੂਨਾ, ਤੁਸੀਂ ਦੇਖਿਆ ਹੋਊਗਾ ਕਦੇ ਕਿਸੇ ਕਾਨੂੰਗੋ ਸਾਹਿਬਾਨ ਨੇ ਕਿਤੇ ਪਟਵਾ ਕੇ ਦੇਖਿਆ ਹੋਵੇਗਾ ਮੌਕੇ ਤੇ, ਕੋਲਾ ਤੇ ਚੂਨਾ ਪਹਿਲਾਂ ਥੱਲੇ ਪਾਇਆ ਜਾਂਦਾ ਹੈ ਤੇ ਫਿਰ ਉਹਦੇ ਉੱਪਰ ਚਿਣਾਈ ਕੀਤੀ ਜਾਂਦੀ ਹੈ, ਇੱਟਾਂ ਦੀ ਚਿਣਾਈ ਕਰਕੇ ਉਹਨੂੰ ਪਲਸਤਰ ਕੀਤਾ ਜਾਂਦਾ ਹੈ, ਸ਼ੇਪ ਉਹਦੀ ਉਸ ਦੀ ਬਣਾਈ ਜਾਂਦੀ ਹੈ। ਕੋਲਾ ਚੂਨਾ ਪਾਉਣ ਦਾ ਮਕਸਦ ਕੀ ਹੁੰਦਾ ਹੈ ਵੀ ਪਰ ਚਾਂਸ ਕਿਸੇ ਵੇਲੇ ਕੋਈ ਵਿਅਕਤੀ ਇਸ ਧੋਖੇ ਠੱਡੇ ਨੂੰ ਪੱਟ ਕੇ ਸੁੱਟ ਦੇਵੇ ਤਾਂ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਕੋਲੇ ਦੀ ਚੂਨੇ ਦੀਆਂ ਉਹ ਕਿਸੇ ਨਾ ਕਿਸੇ ਸਟੇਜ ਤੇ ਫਿਰ ਵੀ ਮਾੜੇ ਮੋਟੇ ਕਿਤੇ ਨਾ ਕਿਤੇ ਰਹਿ ਜਾਂਦੀਆਂ ਹੁੰਦੀਆਂ ਨੇ। ਜਦੋਂ ਕੋਈ ਹੋਰ ਸਰਵੇ ਦੇ ਰਿਗਾਰਡਿੰਗ ਕੋਈ ਆਫੀਸਰ, ਕੋਈ ਕਾਨੂੰਗੋ ਸਾਹਿਬਾਨ, ਕੋਈ ਤਹਿਸੀਲਦਾਰ ਮੌਕੇ ਤੇ ਜਾ ਕੇ ਕਿਤੇ ਡਿਸਪਿਊਟਸ ਬਾਉਂਡਰੀਆਂ ਦਾ ਕ੍ਰੀਏਟ ਹੁੰਦਾ ਤਾਂ ਜਦੋਂ ਕਿਤੇ ਜਾ ਕੇ ਉਹਦੀ ਪਟਾਈ ਖੁਦਾਈ ਕੀਤੀ ਜਾਂਦੀ ਹੈ, ਜਿੱਥੇ ਕਿਤੇ ਸਾਨੂੰ ਚੂਨਾ ਤੇ ਕਲੀ ਮਿਲਣ ਦੀ ਸੰਭਾਵਨਾ ਹੁੰਦੀ ਹੈ ਤੇ ਸਾਡਾ ਆਈਡੀਆ ਹੁੰਦਾ ਵੀ ਇੱਥੇ 3 ਪਿੰਡਾਂ ਦੀ ਹੱਦ ਮਿਲਦੀ ਹੈ ਤੇ ਇੱਥੇ ਧੋਖਾ ਠੱਡਾ ਹੋ ਸਕਦਾ ਹੈ। ਤੇ ਚੂਨਾ ਕੋਲਾ ਪਾਉਣ ਦਾ ਮਕਸਦ ਇਹੀ ਹੁੰਦਾ ਵੀ ਉੱਥੋਂ ਜਿਹੜੀ ਆਇਡੈਂਟੀਫਿਕੇਸ਼ਨ ਉਸ ਮਾਰਕ ਦੀ ਹੋ ਜਾਂਦੀ ਹੈ। ਜਿਹੜੀਆਂ ਪੱਕੀਆਂ ਇੱਟਾਂ ਹੁੰਦੀਆਂ ਨੇ, ਵੱਡੀਆਂ ਇੱਟਾਂ ਦਾ ਵੀ ਚਿਣਾਈ ਕਰਕੇ ਬਣਾਇਆ ਜਾ ਸਕਦਾ ਹੈ, ਠੀਕ ਹੈ ਜੀ। ਇਹਦੇ ਉੱਪਰ ਫਿਰ ਪਲਸਤਰ ਕਰ ਦਿੱਤਾ ਜਾਂਦਾ ਹੈ, ਇੱਦਾਂ ਦੀ ਇਹਦੀ ਸ਼ੇਪ ਹੁੰਦੀ ਹੈ। ਤੇ ਇਹ ਮੇਬੀ ਇਹ ਨਹੀਂ ਹੈਗਾ ਵੀ ਪਰਟੀਕੂਲਰ ਇੱਕੋ ਹੀ ਮਟੀਰੀਅਲ ਦਾ ਬਣਿਆ ਹੋਏਗਾ, ਇੱਟਾਂ ਦੀ ਚਿਣਾਈ ਕਰਕੇ ਵੀ ਬਣ ਸਕਦਾ ਹੈ ਤੇ ਇਹਦੀ ਜਿਹੜੀ ਹੈਗੀ ਹੈ ਸਿੰਗਲ ਸਟੋਨ ਪਿਲਰ ਵੀ ਹੋ ਸਕਦਾ ਹੈ। ਨੈਕਸਟ ਅਸੀਂ ਪੜ੍ਹਿਆ ਸੀਗਾ ਰੂਲ ਨੰਬਰ 34, ਇਹ ਕੀ ਸੀਗਾ, ਇਹ ਹੈਗਾ ਸੀ ਸਟੇਟਮੈਂਟ ਐਂਡ ਪਲੀਡਿੰਗਸ। ਜਦੋਂ ਕਿਸੇ ਰੈਵਨਿਊ ਕੋਰਟ ਦੇ ਵਿੱਚ ਕੋਈ ਕੇਸ ਚੱਲਦੇ ਨੇ, ਚਾਹੇ ਉਹ ਕੇਸ ਕਿਸੇ ਦਾ ਵੀ ਹੋਵੇ, ਦੇਖੋ ਅਸੀਂ ਪੜ੍ਹ ਰਹੇ ਹਾਂ ਰੂਲਸ ਕਾਹਦੇ ਲਈ ਬਣਾਏ ਜਾਂਦੇ ਨੇ, ਰੂਲਸ ਬਣਾਏ ਜਾਂਦੇ ਨੇ ਕਿਸੇ ਐਕਟ ਨੂੰ, ਕਿਸੇ ਪਰਟੀਕੂਲਰ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲ ਬਣਾਏ ਜਾਂਦੇ ਨੇ। ਜਿੱਥੇ ਕਿਤੇ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਦੀ ਜ਼ਰੂਰਤ ਪੈਂਦੀ ਹੈ, ਉਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਉਹਦੇ ਮੁਤਾਬਕ ਉਹ ਜਿਹੜੇ ਹੈਗੇ ਆ ਉਸ ਸੈਕਸ਼ਨਸ ਨੂੰ ਲਾਗੂ ਕਰਨ ਦੇ ਲਈ ਰੂਲ ਬਣਾਏ ਜਾਂਦੇ ਨੇ। ਤੇ ਇੱਥੇ ਗੱਲ ਕੀਤੀ ਗਈ ਹੈ ਸਟੇਟਮੈਂਟਸ, ਜਦੋਂ ਕੋਈ ਰੈਵਨਿਊ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲਦਾ ਹੈ, ਚਾਹੇ ਉਹ ਪਾਰਟੀਸ਼ਨ ਦਾ ਮੁਕੱਦਮਾ ਹੈ, ਚਾਹੇ ਉਹ ਕਿਸੇ ਟੈਨੈਂਸੀ ਲੈਂਡ ਓਨਰ ਜਾਂ ਟੈਨੈਂਟ ਦੇ ਆਪਸੀ ਰੈਂਟ ਨੂੰ ਲੈ ਕੇ ਮੁਕੱਦਮਾ ਚੱਲਦਾ ਹੈ, ਠੀਕ ਹੈ। ਉਦੋਂ ਕੀ ਹੁੰਦਾ ਹੈਗਾ ਤਾਂ ਇਹ ਕਿਹਾ ਗਿਆ ਇਹਦੇ ਵਿੱਚ ਵੀ ਜਿਹੜੀਆਂ ਸਟੇਟਮੈਂਟਸ ਨੇ ਦੇਣੀਆਂ ਨੇ, ਜਿਹੜੇ ਵਿਟਨੈਸ ਹੈਗੇ ਨੇ, ਐਪਲੀਕੈਂਟ ਹੈਗੇ ਨੇ, ਜਿਹੜੀਆਂ ਉਹਦੀਆਂ ਸਟੇਟਮੈਂਟ ਹੋਣਗੀਆਂ ਰੈਵਨਿਊ ਕੋਰਟ ਦੇ ਵਿੱਚ, ਦੇ ਸ਼ੁੱਡ ਬੀ ਬਰੀਫ। ਉਹਨਾਂ ਨੂੰ ਬਹੁਤ ਜ਼ਿਆਦਾ ਜਦੋਂ ਐਜ਼ ਏ ਵਿਟਨੈਸ, ਐਜ਼ ਏ ਐਵੀਡੈਂਸ ਕੋਈ ਕਿਸੇ ਵਿਅਕਤੀ ਨੇ ਆ ਕੇ ਰੈਵਨਿਊ ਕੋਰਟ ਦੀ ਸਟੇਟਮੈਂਟ ਦੇਣੀ ਹੈ, ਦੈਟ ਸਟੇਟਮੈਂਟ ਸ਼ੁੱਡ ਬੀ ਬਰੀਫ, ਬਹੁਤ ਸ਼ਾਰਟ ਦੇ ਵਿੱਚ ਹੋਣੀ ਚਾਹੀਦੀ ਹੈ। ਤੇ ਪਰਟੀਕੂਲਰ ਮਤਲਬ ਮੇਨ ਮਕਸਦ ਕੀ ਹੈਗਾ, ਉਸ ਜਿਹੜੀ ਉਹਦੀ ਗੱਲ ਕਹਿੰਦਾ ਹੈਗਾ, ਉਹ ਕਹਿਣਾ ਕੀ ਚਾਹੁੰਦਾ ਹੈ, ਮੇਨ ਮਕਸਦ ਹੀ ਉਹਦੇ ਵਿੱਚ ਬਰੀਫ ਹੋਣਾ ਚਾਹੀਦਾ ਹੈ। ਮਤਲਬ ਕਿ ਆਰਗੂਮੈਂਟਡ ਮਤਲਬ ਕਿ ਜਿਹੜੀ ਹੈਗੀ ਹੈ ਉਹ ਜਿਹੜੀ ਉਹਦੀ ਸਟੇਟਮੈਂਟ ਹੈ ਨਹੀਂ ਹੋਣੀ ਚਾਹੀਦੀ। ਤੇ ਦੈਨ ਕੀ ਹੈਗਾ, ਜਿਹੜੀ ਐਪਲੀਕੇਸ਼ਨ ਦਿੱਤੀ ਜਾਏਗੀ ਵਿਅਕਤੀ ਵੱਲੋਂ ਕਿਸੇ ਕੋਰਟ ਦੇ ਵਿੱਚ, ਸਟੇਟਮੈਂਟ ਦਿੱਤੀ ਜਾਂਦੀ, ਐਪਲੀਕੇਸ਼ਨ ਦਿੱਤੀ ਜਾਂਦੀ ਕਿਸੇ ਪਰਟੀਕੂਲਰ ਕੰਮ ਦੇ ਲਈ ਦਰਖਾਸਤ ਅਸੀਂ ਦਿੰਦੇ ਹਾਂ ਤਾਂ ਦਰਖਾਸਤ ਦੇ ਨੀਚੇ ਜਿਹੜੀ ਹੈਗੀ ਵੈਰੀਫਿਕੇਸ਼ਨ ਲਗਾਈ ਜਾਂਦੀ ਹੈ। ਵੈਰੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਕਿ ਅਸੀਂ ਆਪਾਂ ਹਲਫੇ ਬਿਆਨ ਦਿੰਦੇ ਹਾਂ, ਹਲਫੇ ਬਿਆਨ ਦੇ ਪਿਛਲੇ ਪਾਸੇ ਜਿਹੜੀ ਡੈਕਲੇਰੇਸ਼ਨ ਦਿੰਦੇ ਹਾਂ, ਡਿਪੋਨੈਂਟ ਦੀ ਜਿਹੜੀ ਡੈਕਲੇਰੇਸ਼ਨ ਦਿੱਤੀ ਜਾਂਦੀ ਹੈ, ਉਹਦਾ ਮਤਲਬ ਇਹ ਹੁੰਦਾ ਵੀ ਜੋ ਵੀ ਮੈਨੇ ਉੱਪਰ ਕਿਹਾ ਹੈਗਾ ਆਪਣੇ ਹਲਫੇ ਬਿਆਨ ਦੇ ਵਿੱਚ, the contents of the verification, the contents of the application are correct to the best of my knowledge, nothing has been concealed therein। ਮਤਲਬ ਇਹ ਕਿਹਾ ਜਾਂਦਾ ਹੈ ਵੀ ਉੱਪਰ ਜੋ ਕੰਟੈਂਟਸ ਮੈਂ ਦਿੱਤੇ ਗਏ ਨੇ ਉਹ ਸਾਰੇ ਮੇਰੀ ਨੌਲੇਜ ਦੇ ਮੁਤਾਬਕ, ਮੇਰੀ ਬਿਲੀਫ ਦੇ ਮੁਤਾਬਕ, ਮੇਰੇ ਵਿਸ਼ਵਾਸ ਦੇ ਮੁਤਾਬਕ ਸਾਰੇ ਸਹੀ ਨੇ, ਮੈਂ ਇਹਦੇ ਵਿੱਚ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਹੋਇਆ। ਇਹ ਜਿਹੜੀ ਜਦੋਂ ਵੀ ਕੋਈ ਰੈਵਨਿਊ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਦਿੰਦਾ ਹੈ ਤਾਂ ਉਸ ਨੂੰ ਜਿਹੜੀ ਵੈਰੀਫਿਕੇਸ਼ਨ ਦਿੱਤੀ ਜਾਣੀ ਬਹੁਤ ਜ਼ਰੂਰੀ ਹੈ। ਵੈਰੀਫਿਕੇਸ਼ਨ ਤੋਂ ਬਗੈਰ ਜਿਹੜੀ ਐਪਲੀਕੇਸ਼ਨ ਹੈਗੀ ਆ ਉਹਦੀ ਐਜ਼ ਏ ਕੋਰਟ ਉਹ ਕੰਸੀਡਰ ਨਹੀਂ ਹੁੰਦੀ, ਉਹਦੇ ਤੇ ਆਬਜੈਕਸ਼ਨੇਬਲ ਹੁੰਦੀ ਹੈ ਦੂਜੀ ਪਾਰਟੀ ਵੱਲੋਂ।
ठीक है जी। अजे अगे ਅਸੀਂ रूल पढ़िਆ ਸੀ 35 के नॉट अवेट ऑन द डेथ ऑफ द मैरिज डेथ और मैरिज। ਜਦੋਂ ਕੋਈ ਪ੍ਰੋਸੀਡਿੰਗ ਸਾਡੀ ਕੋਰਟ ਚੱਲਦੀਆਂ ਨੇ, ਰੈਵਨਿਊ ਕੋਰਟ ਚੱਲਦੀਆਂ ਨੇ, ਜੇ ਕਿਸੇ ਵਿਅਕਤੀ ਦੀ ਉਸ ਪ੍ਰੋਸੀਡਿੰਗ ਦੌਰਾਨ ਕਿਸੇ ਐਪਲੀਕੈਂਟ ਦੀ ਜਾਂ ਕਿਸੇ ਡਿਫੈਂਡੈਂਟ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਨਾਲ ਇਹ ਨਹੀਂ ਹੁੰਦਾ ਵੀ ਜਿਹੜਾ ਹੈਗਾ ਕੇਸ ਹੈ ਉਹ ਬੰਦ ਹੋ ਜਾਂਦਾ ਹੈ। ਜਾਂ ਕਿਸੇ ਲੜਕੀ ਵੱਲੋਂ ਕੋਈ ਐਪਲੀਕੇਸ਼ਨ ਜਾਂ ਕੋਈ ਸੂਟ ਫਾਈਲ ਕੀਤਾ ਗਿਆ ਹੁੰਦਾ ਹੈ, ਜੇ ਲੜਕੀ ਦੀ ਮੈਰਿਜ ਹੋ ਜਾਂਦੀ ਹੈ ਤਾਂ ਉਹਦੇ ਨਾਲ ਵੀ ਇਹ ਮਤਲਬ ਨਹੀਂ ਹੈਗਾ ਵੀ ਜਿਹੜਾ ਹੈਗਾ ਸੂਟ ਹੈ ਉਹ ਅਵੇਟ ਹੋ ਜਾਂਦਾ, ਮਤਲਬ ਬੰਦ ਹੋ ਜਾਂਦਾ, ਕਲੋਜ਼ ਹੋ ਜਾਂਦਾ। ਤਾਂ ਉਹਦੇ ਜਿਹੜੇ ਫਰਦਰ LRs ਹੁੰਦੇ ਨੇ, ਰਿਪਰੈਜ਼ੈਂਟੇਟਿਵ ਹੁੰਦੇ ਨੇ, ਉਹਦੇ ਵੱਲੋਂ ਜਿਹੜੀ ਕਾਰਵਾਈ ਹੈ ਫਰਦਰ ਸਟਾਰਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੈਗਾ ਰੂਲ 36 ਕਿਹਾ ਸੀ, 36 ਦੇ ਵਿੱਚ ਸੀਗਾ ਇਨ ਫਿਕਸਿੰਗ ਆਫ ਦਾ ਡੇਟਸ। ਜਦੋਂ ਵੀ ਤੁਹਾਡੇ ਕੋਲੇ ਕੋਈ ਕੇਸ ਚੱਲਦਾ ਹੈ ਤੁਸੀਂ ਉਹਦੀ ਐਡਜਰਨਮੈਂਟਸ ਕਰਦੇ ਹੋ ਜਾਂ ਕੋਈ ਕਾਰਵਾਈ ਉਪਰੰਤ ਨੈਕਸਟ ਕਾਰਵਾਈ ਸਟਾਰਟ ਕਰਨੀ ਹੁੰਦੀ ਹੈ, ਕਦੀ ਉਹਦੇ 'ਚ ਕਿਹੜੀ ਡੇਟ ਪਾਈ ਜਾਂਦੀ ਹੈ। ਜਿਵੇਂ ਕਿ ਸਿਵਲ ਕੋਰਟਾਂ ਦੇ ਵਿੱਚ ਡੇਟਸ ਜਿਹੜੀਆਂ ਫਿਕਸ ਹੁੰਦੀਆਂ ਨੇ, ਕੇਸ ਦੀ ਐਡਜਰਨਮੈਂਟ ਹੁੰਦੀ ਹੈ। ਉਸੇ ਤਰੀਕੇ ਨਾਲ ਹੀ ਰੈਵਨਿਊ ਕੋਡ ਦੇ ਵਿੱਚੋਂ ਵੀ ਵਿੱਚ ਵੀ ਜਿਹੜੀਆਂ ਐਡਜਰਨਮੈਂਟਸ ਹੁੰਦੀਆਂ ਨੇ, ਡੇਟਸ ਹੁੰਦੀਆਂ ਨੇ, ਡੇਟਾ ਫਿਕਸ ਕੀਤੀਆਂ ਜਾਂਦੀਆਂ ਨੇ। ਐਜ਼ ਏ ਕੋਰਟ ਦੇ ਉਹੀ ਪ੍ਰੋਸੀਜਰ ਅਡੋਪਟ ਕੀਤਾ ਜਾਂਦਾ ਜਿਵੇਂ ਸਿਵਲ ਕੋਡ ਦਾ ਪ੍ਰੋਸੀਜਰ ਹੁੰਦਾ ਹੈ। ਤੇ ਵਾਕਈ ਹੀ ਦੱਸਿਆ ਜਾਂਦਾ ਹੈ ਵੀ ਜਿਹਦੀ ਡੇਟ ਪਾਈ ਜਾਂਦੀ ਹੈ ਉਹ ਅਗਲੀ ਡੇਟ ਦੇ ਵਿੱਚ ਕੀ ਕਾਰਵਾਈ ਹੋਏਗੀ ਤਾਂ ਕਿ ਕੰਸਰਨ ਪਾਰਟੀਆਂ ਆਪਦੀ ਉਹਦੇ ਮੁਤਾਬਕ ਤਿਆਰ ਹੋ ਕੇ ਆਉਣ। ਠੀਕ ਹੈ ਜੀ। ਜਿਹੜੀ ਇਹ ਡੇਟ ਪਾਈ ਜਾਂਦੀ ਹੈ ਕੰਸਰਨ ਪਾਰਟੀਆਂ ਦੇ ਵਕੀਲਾਂ ਨੂੰ ਮਤਲਬ ਕਿ ਇਨਫੋਰਮ ਕਰਨਾ ਹੁੰਦਾ ਜਾਂ ਉਹਨਾਂ ਦੇ ਮੁਨਸ਼ੀ ਨੂੰ ਇਨਫੋਰਮ ਕਰਨਾ ਹੁੰਦਾ ਤੇ ਪ੍ਰੋਸੈਸ ਪ੍ਰੋਪਰ ਕੋਰਟ ਵਾਲਾ ਹੀ ਅਡੋਪਟ ਕਰਨਾ ਹੁੰਦਾ ਹੈ। ਰੂਲ 37 ਸੀਗਾ ਕਮਿਸ਼ਨ ਦੇ ਰਿਗਾਰਡਿੰਗ। ਜਦੋਂ ਕਿਥੇ ਰੈਵਨਿਊ ਕੋਰਟਾਂ ਨੂੰ ਜਾਂ ਸਿਵਲ ਕੋਰਟਾਂ ਨੂੰ, ਆਪਾਂ ਇੱਥੇ ਰੈਵਨਿਊ ਕੋਰਟ ਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਲੈਂਡ ਰੈਵਨਿਊ ਐਕਟ ਪੜ੍ਹ ਰਹੇ ਹਾਂ, ਲੈਂਡ ਰੈਵਨਿਊ ਐਕਟ ਦੇ ਨਾਲ ਅਸੀਂ ਲੈਂਡ ਰੈਵਨਿਊ ਰੂਲਸ ਪੜ੍ਹ ਰਹੇ ਹਾਂ। ਜਦੋਂ ਕਿਤੇ ਰੈਵਨਿਊ ਕੋਰਟ ਨੂੰ, ਕਿਸੇ ਹਰ ਕੋਰਟ ਨੂੰ, ਕਮਿਸ਼ਨਰ ਨੂੰ, ਕਲੈਕਟਰ ਨੂੰ ਜਾਂ FCR ਨੂੰ, ਠੀਕ ਹੈ ਜੀ, ਜਾਂ AC ਫਸਟ ਗ੍ਰੇਡ ਨੂੰ ਕਿਤੇ ਕਮਿਸ਼ਨ ਨਿਯੁਕਤ ਕਰਨ ਦੀ ਲੋੜ ਪੈਂਦੀ ਹੈ। ਕਮਿਸ਼ਨ ਨਿਯੁਕਤ ਕਦੋਂ ਕੀਤਾ ਜਾਂਦਾ ਹੈ? ਜਦੋਂ ਜਿਹੜੀ ਕੋਰਟ ਹੈਗੀ ਹੈ, ਕੋਰਟ ਦਾ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਹੁੰਦਾ ਹੈ ਆਪ ਉੱਠ ਕੇ ਨਾ ਜਾ ਸਕਦਾ ਹੋਵੇ, ਆਪ ਮੌਕੇ ਤੇ ਨਾ ਜਾ ਸਕਦਾ ਹੋਵੇ, ਦੈਨ ਹੀ ਜਿਹੜੇ ਉਹਦੇ ਸਬੋਰਡੀਨੇਟ ਆਫੀਸਰਸ ਹੁੰਦੇ ਨੇ, ਸਬੋਰਡੀਨੇਟ ਆਫੀਸਰਸ ਨੂੰ ਆਪਣਾ ਕਮਿਸ਼ਨ ਨਿਯੁਕਤ ਕਰ ਸਕਦੇ ਆ ਉਹ। ਜਿਵੇਂ ਅਸੀਂ ਦੇਖਦੇ ਹਾਂ ਸਾਡੇ ਕੋਲੇ ਕਈ ਵਾਰੀ ਸਿਵਲ ਕੋਰਟਾਂ 'ਚੋਂ ਵੀ ਸਾਡੇ ਕੋਲੇ ਆਰਡਰ ਆ ਜਾਂਦੇ ਨੇ ਵੀ ਇਹ ਜਿਹੜਾ ਪਾਰਟੀਕੂਲਰ ਜਿਹੜੀ ਲੈਂਡ ਹੈਗੀ ਦੀ ਡਿਮਾਰਕੇਸ਼ਨ ਕਰਕੇ ਸਾਨੂੰ ਰਿਪੋਰਟ ਦਿਓ। ਇਹ ਅਸੀਂ ਜਦੋਂ ਉਹ ਜਾਂਦੇ ਹਾਂ ਤਾਂ ਅਸੀਂ ਕਮਿਸ਼ਨ ਬੇਸ 'ਤੇ ਜਾਂਦੇ ਹਾਂ, ਸਾਡੇ ਵੱਲੋਂ ਸਾਨੂੰ ਕੋਰਟ ਵੱਲੋਂ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਰੈਵਨਿਊ ਕੋਰਟਾਂ ਵੱਲੋਂ ਵੀ ਜਿਹੜੀਆਂ ਹਾਇਰ ਕੋਰਟਾਂ ਹੁੰਦੀਆਂ ਨੇ ਆਪਣੀਆਂ ਸਬੋਰਡੀਨੇਟ ਕੋਰਟਸ ਨੂੰ ਕਮਿਸ਼ਨ ਨਿਯੁਕਤ ਕਰ ਸਕਦੀਆਂ ਨੇ। ਕਮਿਸ਼ਨ ਨਿਯੁਕਤ ਕਰਕੇ ਕਮਿਸ਼ਨ ਤੋਂ ਜਿਹੜੀ ਹੈਗੀ ਆ ਰਿਪੋਰਟ ਲੈ ਸਕਦੀਆਂ ਨੇ। ਉਸ ਰਿਪੋਰਟ ਦੇ ਆਧਾਰ ਤੇ ਫਿਰ ਜਿਹੜਾ ਹਾਇਰ ਕੋਰਟ ਨੇ ਜਿਹੜਾ ਉਹਦੀ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲ ਰਿਹਾ ਹੁੰਦਾ, ਮੇ ਵੀ ਉਹ ਪਾਰਟੀਸ਼ਨ ਦਾ ਮੁਕੱਦਮਾ ਹੋਵੇ ਜਾਂ ਕਿਸੇ ਗਰਦੌਰੀ ਦਾ ਮੁਕੱਦਮਾ ਹੋਵੇ ਜਾਂ ਕੋਈ ਹੋਰ ਮੁਕੱਦਮਾ ਹੋਵੇ, ਇੱਦਾਂ ਦੇ ਮੁਕੱਦਮੇ ਨੂੰ ਕਮਿਸ਼ਨ ਬੇਸਡ ਰਿਪੋਰਟ ਲੈ ਕੇ ਰਿਪੋਰਟ ਦੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਕੇਸ ਦਾ ਫੈਸਲਾ ਹੈਗਾ ਕੋਰਟਾਂ ਵੱਲੋਂ ਕੀਤਾ ਜਾਂਦਾ। ਉਹ ਜਿਹੜਾ ਕਮਿਸ਼ਨ ਵੱਲੋਂ ਕੀਤੀ ਗਈ ਰਿਪੋਰਟ ਹੈ ਉਹਨੂੰ ਕੰਸੀਡਰ ਕਰਨਾ ਜਾਂ ਨਾ ਕੰਸੀਡਰ ਕਰਨਾ ਇਹ ਕੋਰਟ ਦੀ ਆਪਦੀ ਮਰਜ਼ੀ ਹੁੰਦੀ ਹੈ, ਡਿਸਕਸ਼ਨ ਪਾਵਰ ਹੁੰਦੀ ਹੈ। ਕੋਈ ਕੋਰਟ ਬਾਉਂਡ ਨਹੀਂ ਹੁੰਦੀ ਵੀ ਅਸੀਂ ਕਮਿਸ਼ਨ ਦੀ ਆਈ ਰਿਪੋਰਟ ਦੇ ਮੁਤਾਬਕ ਹੀ ਫੈਸਲਾ ਦੇਣਾ ਹੁੰਦਾ ਹੈ। ਨੈਕਸਟ ਅਸੀਂ ਪੜ੍ਹਿਆ ਸੀਗਾ ਐਕਸਪੈਂਸਸ ਆਫ ਦਾ ਵਿਟਨੈਸ, ਰੂਲ ਨੰਬਰ 38। ਸਿਵਲ ਕੋਰਟਾਂ ਦੇ ਵਿੱਚ ਜਿਵੇਂ ਕਿ ਸਿਵਲ ਕੋਰਟਾਂ ਦੇ ਵਿੱਚ ਜਦੋਂ ਕੋਈ ਵਿਅਕਤੀ ਕਿਸੇ ਵੀ ਵਿਟਨੈਸ ਵਜੋਂ ਜਾ ਕੇ ਆਪਦਾ ਰਿਕਾਰਡ ਲੈ ਕੇ ਪੇਸ਼ ਹੁੰਦਾ ਹੈ, ਆਪਦੀ ਸਟੇਟਮੈਂਟ ਦਿੰਦਾ ਹੈ, ਬਿਆਨ ਦਿੰਦਾ ਹੈ, ਤਾਂ ਸਿਵਲ ਕੋਰਟਾਂ ਵਿੱਚ ਜਿਸ ਵਿਅਕਤੀ ਦੇ ਬਿਹਾਫ ਤੇ ਕੋਈ ਵਿਟਨੈਸ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਉਹ ਵਿਅਕਤੀ ਜਿਹੜਾ ਹੁੰਦਾ ਉਸ ਵਿਅਕਤੀ ਤੋਂ ਜਿਹੜੀ ਮਤਲਬ ਉਹਦੀ ਜਿਹੜਾ ਖਰਚਾ ਹੈਗਾ ਉਹ ਭਰਵਾਇਆ ਜਾਂਦਾ ਹੈ ਤੇ ਨਾਜ਼ਰ ਦੇ ਪਾਸ ਤੇ ਨਾਜ਼ਰ ਵੱਲੋਂ ਹੀ ਜਦੋਂ ਬੰਦੇ ਦੀ ਵਿਅਕਤੀ ਦੀ ਸਟੇਟਮੈਂਟ ਹੋ ਜਾਂਦੀ ਹੈ ਤੇ ਨਾਜ਼ਰ ਵੱਲੋਂ ਉਸਨੂੰ ਜਿਹੜਾ ਖਰਚਾ ਮਿਲ ਜਾਂਦਾ ਹੈ। ਤੇ ਇਸੇ ਤਰੀਕੇ ਨਾਲ ਸਿਵਲ ਕੋਰਟਾਂ ਵਿੱਚ ਵੀ ਪ੍ਰੋਵੀਜ਼ਨ ਇਹ ਦਿੱਤੀ ਗਈ ਹੈ, ਜੇ ਕੋਈ ਵਿਅਕਤੀ ਸਿਵਲ ਕੋਰਟ ਦੇ ਵਿੱਚ ਰੈਵਨਿਊ ਕੋਰਟ ਦੇ ਵਿੱਚ ਜੇ ਕੋਈ ਵਿਅਕਤੀ ਐਜ ਏ ਵਿਟਨੈਸ ਪੇਸ਼ ਹੁੰਦਾ ਹੈ ਤਾਂ ਰੈਵਨਿਊ ਕੋਰਟ ਵੀ ਉਸ ਦੇ ਵਿੱਚ ਉਸਨੂੰ ਜਿਹੜਾ ਵਿਟਨੈਸ ਹਾਜ਼ਰ ਹੁੰਦਾ ਉਸਨੂੰ ਖਰਚਾ ਦੇਣ ਦੀ ਦਿੱਤਾ ਜਾ ਸਕਦਾ, ਜਿਵੇਂ ਕਿ ਸਿਵਲ ਕੋਰਟਾਂ 'ਚ ਖਰਚਾ ਦਿੱਤਾ ਆਵਾਜ਼ ਬੰਦ ਹੋ ਗਈ। ਓਕੇ, ਚੈੱਕ ਕਰਦੇ ਹਾਂ ਜੀ, ਇੱਕ ਮਿੰਟ ਦੇਖੋ ਬੇਟੇ, ਦੀਪਕ ਦੇਖੋ ਕੀ ਕਰਨਾ ਹੈ। वेट करो जी, 2 मिनट वेट करो जी। देखो आवाज आई है? हाँ विनोद देखो जरा आवाज ठीक है? ठीक है जी, ओके लेट स्टार्ट। ਆਪਾਂ ਗੱਲ ਕਰ ਰਹੇ ਸੀ ਰੂਲ 38 ਦੇ ਵਿੱਚ
ਰੈਵਨਿਊ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈਗਾ, ਕੋਈ ਪਾਰਟੀਸ਼ਨ ਦਾ ਕੇਸ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਚੱਲ ਰਿਹਾ ਹੈਗਾ, ਕੋਈ ਲੈਂਡ ਓਨਰਸ ਦਾ, ਟੇਨੈਂਟਸ ਦਾ, ਜਾਂ ਕੋਈ ਗਿਰਦਾਵਰੀ ਦਾ ਕੇਸ ਚੱਲ ਰਿਹਾ, ਕਿਸੇ ਤਰ੍ਹਾਂ ਦਾ ਕੋਈ ਵੀ ਕੇਸ ਚੱਲ ਰਿਹਾ ਰੈਵਨਿਊ ਕੋਰਟ ਦੇ ਵਿੱਚ, ਤਾਂ ਜਿਹੜਾ ਹੈਗਾ ਵਿਟਨੈਸ ਨੂੰ ਖਰਚਾ ਦੇਣ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ, ਜਿਵੇਂ ਕਿ ਸਿਵਲ ਕੋਰਟਾਂ ਦੇ ਵਿੱਚ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਰੈਵਨਿਊ ਕੋਰਟਾਂ ਵੀ ਖਰਚਾ ਜਿਹੜਾ ਹੈਗਾ ਕੰਸਰਨਡ ਪਾਰਟੀ ਤੋਂ ਜਿਹੜਾ ਗਵਾਹ ਭੁਗਤਾਉਣਾ ਚਾਹੁੰਦੀਆਂ ਨੇ, ਕੰਸਰਨਡ ਪਾਰਟੀ ਤੋਂ ਪੇਮੈਂਟ ਜਮ੍ਹਾਂ ਕਰਵਾ ਕੇ ਆਪਣੇ ਪਾਸ, ਤੇ ਜਿਹੜਾ ਹੈਗਾ ਵਿਟਨੈਸ ਨੂੰ ਜਿਹੜਾ ਹੈਗਾ ਖਰਚਾ ਦੇ ਸਕਦੇ ਹਨ। ਅੱਗੇ ਅਸੀਂ ਪੜ੍ਹਿਆ ਸੀਗਾ ਰੂਲ ਨੰਬਰ 39। ਰੂਲ 39 ਦੇ ਵਿੱਚ ਕੀ ਸੀਗਾ? ਰੂਲ 39 ਹੈਗਾ ਸੀਗਾ ਰਿਕਾਰਡ ਆਫ ਅਦਰ ਪ੍ਰੋਸੀਡਿੰਗਸ। ਜਦੋਂ ਪਟਵਾਰੀ ਹਲਕਾ ਵੱਲੋਂ ਸੈਕਸ਼ਨ 34 ਅਸੀਂ ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ, ਸੈਕਸ਼ਨ 34 ਦੀ ਕਲੌਜ਼ 4 ਪੜ੍ਹੀ ਸੀ। ਸੈਕਸ਼ਨ 34 ਸਬਸੈਕਸ਼ਨ 4 ਅਸੀਂ ਪੜ੍ਹੀ ਸੀ ਲੈਂਡ ਰੈਵਨਿਊ ਐਕਟ ਦੇ ਵਿੱਚ। ਉਸ ਸੈਕਸ਼ਨ ਦੇ ਤਹਿਤ ਜਦੋਂ ਪਟਵਾਰੀ ਹਲਕਾ ਨੂੰ ਕੋਈ ਅੱਗੇ ਇਨਫੋਰਮੇਸ਼ਨ ਦਿੰਦਾ ਹੈ, ਕੋਈ ਵਿਅਕਤੀ, ਕੋਈ ਰਾਈਟ ਹੋਲਡਰ, ਜਿਸ ਕਿਸੇ ਨੇ ਕੋਈ ਜਿਹੜੇ ਰਾਈਟਸ ਨੇ ਅਕਵਾਇਰ ਕੀਤੇ ਹੋਏ ਹੋਣ, ਚਾਹੇ ਉਹ ਕਿਸੇ ਦੀ ਡੈਥ ਹੋ ਗਈ ਹੋਵੇ ਉਹਨਾਂ ਦੇ ਘਰ ਦੇ ਵਿੱਚ, ਉਹਦੀ ਵਿਰਾਸਤ ਕਰਵਾਉਣੀ ਹੋਵੇ, ਜਾਂ ਉਹਨੇ ਕੋਈ ਰਜਿਸਟਰੀ ਵਗੈਰਾ ਕਰਵਾਈ ਹੋਈ ਹੋਵੇ, ਜਾਂ ਕੋਈ ਹੋਰ ਕਾਰਨ ਹੋਵੇ, ਕੋਈ ਪਾਰਟੀਸ਼ਨ ਕੀਤੀ ਹੋਵੇ, ਕੋਈ ਐਗਰੀਮੈਂਟ ਕੀਤਾ ਗਿਆ ਹੋਵੇ, ਕੋਈ ਤਬਾਦਲਾ ਕੀਤਾ ਹੋਵੇ, ਇੱਦਾਂ ਦਾ ਕੋਈ ਵੀ ਕਿਸੇ ਵਿਅਕਤੀ ਨੇ ਕੋਈ ਰਾਈਟਸ ਕ੍ਰੀਏਟ ਕੀਤੇ ਹੋਣ, ਤਾਂ ਸੈਕਸ਼ਨ 34 ਦੇ ਤਹਿਤ ਜਦੋਂ ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹ ਪਟਵਾਰੀ ਹਲਕਾ ਕੋਲ ਜਾ ਕੇ ਆਪਣੀ ਇਨਫੋਰਮੇਸ਼ਨ ਦਿੰਦਾ ਹੈ ਤੇ ਡਾਕੂਮੈਂਟ ਪੇਸ਼ ਕਰਦਾ ਹੈ ਲੈਂਡ ਰੈਵਨਿਊ ਐਕਟ ਦੀ ਧਾਰਾ 34 ਦੇ ਤਹਿਤ, ਤਾਂ ਪਟਵਾਰੀ ਹਲਕਾ ਵੱਲੋਂ ਕੀ ਹੈਗਾ ਉਹਦੀਆਂ ਐਂਟਰੀਆਂ ਆਪਣੇ ਇੰਤਕਾਲ ਰਜਿਸਟਰ ਵਿੱਚ ਪਾਈਆਂ ਜਾਂਦੀਆਂ ਨੇ। ਫਿਰ ਖਾਨਾਗੋ ਹਲਕਾ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਤਾਂ ਕੀ ਹੁੰਦਾ ਹੈ, ਉਹਨਾਂ ਐਂਟਰੀਆਂ ਦੀ ਜਿਹੜੀ ਹੈਗੀ ਹੈ ਰੈਵਨਿਊ ਆਫੀਸਰ ਵੱਲੋਂ ਪੜਤਾਲ ਕੀਤੀ ਜਾਂਦੀ ਹੈ। ਉਹ ਪੜਤਾਲ ਕਰਨ ਦੇ ਦੌਰਾਨ ਜਿਹੜੇ ਕੰਸਰਨਡ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੁੰਦਾ ਹੈ। ਜਦੋਂ ਪਾਰਟੀ ਨੂੰ ਬੁਲਾਇਆ ਜਾਂਦਾ ਹੈ ਤਾਂ ਉਹਦੀ ਜਿਹੜੀ ਸਟੇਟਮੈਂਟ ਲਈ ਜਾਂਦੀ ਹੈ। ਜਿਵੇਂ ਕਿ ਅਸੀਂ ਉੱਪਰ ਪੜ੍ਹ ਕੇ ਹਟੇ ਹਾਂ ਆਪਣਾ ਰੂਲ 34 ਦੇ ਵਿੱਚ, ਰੂਲ 34 'ਚ ਕਿਹਾ ਹੋਇਆ ਜਿਹੜੀ ਸਟੇਟਮੈਂਟਸ ਲੈਣੀਆਂ ਨੇ ਪਾਰਟੀਆਂ ਦੀਆਂ, ਦੈਟ ਸ਼ੁੱਡ ਬੀ ਬਰੀਫ। ਇਸੇ ਤਰ੍ਹਾਂ ਰੂਲ 39 ਜਿਹੜਾ ਕਹਿੰਦਾ ਹੈ, ਇਹਦੇ ਵਿੱਚ ਕਿਹਾ ਹੈ ਵੀ ਜਦੋਂ ਪਟਵਾਰੀ ਹਲਕਾ ਵੱਲੋਂ ਕੋਈ ਇੰਤਕਾਲ ਦਰਜ ਕੀਤਾ ਹੁੰਦਾ ਹੈ ਕਿਸੇ ਵੀ ਰਿਗਾਰਡਿੰਗ, ਪਾਰਟੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ, ਉਸ ਇਨਫੋਰਮੇਸ਼ਨ ਦੇ ਅਕੋਰਡਿੰਗ ਪਟਵਾਰੀ ਹਲਕਾ ਵੱਲੋਂ ਇੰਤਕਾਲ ਦਰਜ ਕੀਤਾ ਜਾਂਦਾ ਹੈ, ਤਾਂ ਉਸ ਇੰਤਕਾਲ ਦੀ ਜਿਹੜੀ ਸਮਰੀ ਇਨਕੁਆਰੀ ਰੈਵਨਿਊ ਆਫੀਸਰ ਵੱਲੋਂ ਕੀਤੀ ਜਾਂਦੀ ਹੈ। ਪਾਰਟੀ ਨੂੰ ਬੁਲਾਇਆ ਜਾਂਦਾ, ਸਮਨ ਕੀਤਾ ਜਾਂਦਾ ਹੈ, ਪਾਰਟੀਆਂ ਦੀ ਜਿਹੜੀ ਸਟੇਟਮੈਂਟਸ ਲਈਆਂ ਜਾਂਦੀਆਂ ਨੇ, ਸਟੇਟਮੈਂਟਸ ਲੈ ਕੇ ਪਾਰਟੀਆਂ ਤੋਂ ਉਹਦਾ ਜਿਹੜਾ ਇੰਤਕਾਲ ਦੇ ਉੱਪਰ ਕੋਈ ਆਰਡਰ ਕੀਤਾ ਜਾਂਦਾ ਹੈ। ਮੇਬੀ ਉਹ ਜਿਹੜਾ ਹੈਗਾ ਉਹਦੇ 'ਚ ਕੋਈ ਅਮੈਂਡਮੈਂਟ ਦੀ ਲੋੜ ਹੈ ਤਾਂ ਅਮੈਂਡਮੈਂਟ ਕਰਾਈ ਜਾਂਦੀ ਹੈ, ਖਾਰਜ ਕਰਨ ਦੀ ਯੋਗ ਤਾਂ ਖਾਰਜ ਕੀਤਾ ਜਾ ਸਕਦਾ ਹੈ, ਜਾਂ ਫਿਰ ਉਹ ਜਿਹੜਾ ਇੰਤਕਾਲ ਹੈ ਉਹ ਅਪਰੂਵ ਕੀਤਾ ਜਾ ਸਕਦਾ ਹੁੰਦਾ ਹੈ। ਠੀਕ ਹੈ ਜੀ। ਤੇ ਅੱਗੇ ਕੰਟੈਂਟ ਆਫ ਦਾ ਆਰਡਰ, ਅਪਾਇੰਟਮੈਂਟ ਐਂਡ ਰਿਕਵਰੀ ਆਫ ਦਾ ਕਾਸਟ, ਤੇ ਕੋਈ ਖਾਸ ਗੱਲ ਨਹੀਂ ਹੈਗੀ। ਨੈਕਸਟ ਅਸੀਂ ਪੜ੍ਹਿਆ ਸੀਗਾ ਐਗਜ਼ੀਕਿਊਸ਼ਨ ਆਫ ਸਰਟਨ ਆਰਡਰਸ ਆਫ ਦਾ ਸਿਵਲ ਐਂਡ ਕ੍ਰਿਮੀਨਲ ਕੋਰਟਸ ਥਰੂ ਰੈਵਨਿਊ ਆਫੀਸਰਸ। ਜਦੋਂ ਰੈਵਨਿਊ ਆਫੀਸਰ ਦੇ ਰਾਹੀਂ ਕਿਸੇ ਸਿਵਲ ਕੋਰਟ ਨੇ ਜਾਂ ਕਿਸੇ ਕ੍ਰਿਮੀਨਲ ਕੋਰਟ ਨੇ ਕੋਈ ਆਪਦਾ ਆਰਡਰ ਨੂੰ ਐਗਜ਼ੀਕਿਊਟ ਕਰਵਾਉਣਾ ਹੁੰਦਾ ਹੈ। ਰੂਲ 47 ਤੇ ਆ ਜਾਓ ਜੀ। ਰੂਲ 47 ਨੂੰ ਪੜ੍ਹਨ ਲੱਗੇ ਆਪਾਂ ਹਲਕਾ ਜਿਹਾ। ਜਦੋਂ ਕਿਸੇ ਕ੍ਰਿਮੀਨਲ ਕੋਰਟ ਨੇ ਜਾਂ ਕਿਸੇ ਸਿਵਲ ਕੋਰਟ ਨੇ ਆਪਣਾ ਕੋਈ ਆਰਡਰ ਕਿਹੜਾ, ਕੋਈ ਅਟੈਚਮੈਂਟ ਦਾ ਆਰਡਰ ਹੋ ਸਕਦਾ ਹੈ, ਅਟੈਚਮੈਂਟ ਆਫ ਦਾ ਪ੍ਰੋਡਿਊਸ, ਦੈਨ ਸੇਲ ਦਾ ਆਰਡਰ ਹੋ ਸਕਦਾ ਹੈ, ਉਹ ਆਰਡਰ ਐਗਜ਼ੀਕਿਊਟ ਕਰਵਾਉਣਾ ਹੁੰਦਾ ਹੈ, ਮਤਲਬ ਤਮੀਲ ਕਰਵਾਉਣਾ ਹੁੰਦਾ ਹੈ। ਤਾਂ ਕੀ ਹੁੰਦਾ ਹੈ, ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਉਹ ਪ੍ਰੋਡਿਊਸ ਹੈਗੀ ਹੈ, ਪ੍ਰੋਡਿਊਸ ਦੀ ਜਿਹੜੀ ਅਪਰੇਜ਼ਮੈਂਟ ਕਰਾਈ ਜਾਂਦੀ ਹੈ ਸੇਲ ਕਰਨ ਤੋਂ ਪਹਿਲਾਂ। ਅਪਰੇਜ਼ਮੈਂਟ ਮਤਲਬ ਕਿ ਅੰਦਾਜ਼ਾ ਲਗਾਇਆ ਜਾਂਦਾ ਹੈ। ਅੰਦਾਜ਼ਾ ਕਿਵੇਂ ਲਗਾਇਆ ਜਾਂਦਾ ਹੈ? ਕਲੈਕਟਰ ਵੱਲੋਂ ਆਪਣੇ ਰੈਵਨਿਊ ਆਫੀਸਰ ਦੇ ਰਾਹੀਂ, ਆਪਣੀ ਏਜੰਸੀ ਰਾਹੀਂ, ਪਟਵਾਰੀ ਹਲਕਾ ਖਾਨਾਗੋ ਹਲਕਾ ਰਾਹੀਂ ਉਹ ਜਿਹੜੀ ਪ੍ਰਾਪਰਟੀ ਹੈ, ਜਿਹੜਾ ਕੋਈ ਪ੍ਰੋਡਿਊਸ ਹੈਗੀ ਹੈ, ਫਸਲ ਹੈਗੀ ਹੈ, ਮਤਲਬ 10-12 ਕਿੱਲਿਆਂ 'ਚ ਕੋਈ ਫਸਲ ਖੜੀ ਹੈ, ਉਹਨੂੰ ਕੋਰਟ ਦੇ ਆਰਡਰ ਦੇ ਰਾਹੀਂ ਅਸੀਂ ਉਹ ਪ੍ਰਾਪਰਟੀ ਨੂੰ, ਜਿਹੜੀ ਉਹ ਫਸਲ ਹੈਗੀ ਉਸ ਨੂੰ ਕੱਟ ਕੇ ਉਹ ਸੇਲ ਕਰਨੀ ਹੈ। ਤਾਂ 2 ਮਿੰਟ ਵੇਟ ਕਰੋ ਜੀ ਪਲੀਜ਼। आवाज आ रही है मेरी विनोद? आवाज आ रही है विनोद? आ रही है जी? ओके।
ਮੰਨ ਲਓ ਕਿਸੇ ਕੋਰਟ ਨੇ, ਸਿਵਲ ਕੋਰਟ ਨੇ ਜਾਂ ਕ੍ਰਿਮੀਨਲ ਕੋਰਟ ਨੇ ਸਾਡੇ ਕੋਲੇ ਕੋਈ ਵਾਰੰਟ ਭੇਜ ਦਿੱਤਾ ਵੀ ਜਿਹੜੀ ਫਸਲ ਹੈਗੀ ਹੈ, ਫਸਲ ਨੂੰ ਵੇਚ ਕੇ ਜਿਹੜੀ ਹੈਗੀ ਰਿਕਵਰੀ ਕੀਤੀ ਜਾਵੇ, ਤਾਂ ਉਸ ਤੋਂ ਪਹਿਲਾਂ ਰੂਲ 47 ਦੇ ਤਹਿਤ ਉਹਦੀ ਅਪਰੇਜ਼ਮੈਂਟ ਹੋਏਗੀ। ਜਿਹੜੀ ਅਪਰੇਜ਼ਮੈਂਟ ਹੈਗੀ ਆ ਉਹ ਕੰਸਰਨਡ ਆਫੀਸਰ ਵੱਲੋਂ ਅਪਰੇਜ਼ਮੈਂਟ ਕਰਵਾ ਕੇ ਜਿਹੜੀ ਕਲੈਕਟਰ ਵੱਲੋਂ ਉਹਦੀ ਜਿਹੜੀ ਅਪਰੇਜ਼ਮੈਂਟ ਦੀ ਮਨਜ਼ੂਰੀ ਹੈ, ਸੈਂਕਸ਼ਨ ਹੈ, ਉਹ ਲਈ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਸੇਲ ਦੀ ਕਾਰਵਾਈ ਕੀਤੀ ਜਾਂਦੀ ਹੈ। ਸੇਲ ਦੀ ਕਾਰਵਾਈ ਕਰਨ ਦੇ ਲਈ ਜਿਹੜਾ ਏਜੰਸੀ ਹੈ ਫੀਲਡ ਕਾਨੂੰਗੋ ਹੈ, ਠੀਕ ਹੈ ਜੀ, ਉਹਦੇ ਵੱਲੋਂ ਕਰਵਾਈ ਜਾਂਦੀ ਹੈ। ਤਾਂ ਜਿਹੜਾ ਹੈਗਾ ਇਹਦੇ ਬਦਲੇ ਦੇ ਵਿੱਚ ਜਦੋਂ ਫੀਲਡ ਕਾਨੂੰਗੋ ਨੇ ਕੋਈ ਸੇਲ ਕਰਵਾਉਣੀ ਹੈ ਤਾਂ ਉਹਦੇ ਨਾਲ ਹੈਗਾ ਵੀ ਇਹ ਵੀ ਮਤਲਬ ਕਿ ਹੋਣਾ ਚਾਹੀਦਾ ਵੀ ਜਿਹੜਾ ਨੰਬਰਦਾਰ ਹੈ ਪਿੰਡ ਦਾ ਇੱਕ, ਉਹ ਉੱਥੇ ਹਾਜ਼ਰ ਹੋਵੇ ਤੇ ਜਿਹੜੇ ਆਸ-ਪਾਸ ਦੇ ਜਿਹੜੇ ਖੇਤ ਹੈਗੇ, ਘੱਟੋ ਘੱਟ 2 ਕਿਸਾਨ, 2 ਖੇਤਾਂ ਦੇ ਜਿਹੜੇ ਮਾਲਕ ਹੈਗੇ ਉਹ ਵੀ ਉੱਥੇ ਹਾਜ਼ਰ ਹੋਣੇ ਚਾਹੀਦੇ ਨੇ। ਵੈਸੇ ਤਾਂ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਹੈ, ਪਰ ਮਿਨੀਮਮ ਤਾਂ ਇਹ ਵੀ ਹੈਗਾ ਵੀ 2 ਬੰਦਿਆਂ ਦੀ ਹਾਜ਼ਰੀ, ਜਿਹੜੇ 2 ਆਸ-ਪਾਸ ਦੇ ਖੇਤ ਨੇ ਉਹ ਤੇ ਜਿਹੜਾ ਪਿੰਡ ਦਾ ਨੰਬਰਦਾਰ ਹੈ ਉਹ ਹਾਜ਼ਰ ਹੋਵੇ। ਤੇ ਉਸ ਤੋਂ ਬਾਅਦ ਜਦੋਂ ਕਾਨੂੰਗੋ ਹਲਕਾ ਵੱਲੋਂ ਸੇਲ ਕਰਵਾਈ ਜਾਂਦੀ ਹੈ, ਉਹਦਾ ਹੈਗਾ ਉਹ ਟੋਟਲ ਪ੍ਰੋਡਿਊਸ ਦਾ ਜਿਹੜਾ 5% ਹੈਗਾ ਉਹ ਕਾਨੂੰਗੋ ਹਲਕਾ ਨੂੰ ਐਜ ਏ ਕਮਿਸ਼ਨ ਵਜੋਂ ਦਿੱਤਾ ਜਾਂਦਾ ਹੈ। ਦੈਨ 49 ਰੂਲ ਪੜਿਆ ਸੀ ਅਸੀਂ। 49 ਕੀ ਹੈਗਾ, ਜਿਹੜੀ ਕਾਨੂੰਗੋ ਹਲਕਾ ਵੱਲੋਂ ਸੇਲ ਕਰਵਾਈ ਗਈ ਹੈ ਉਹ ਸੇਲ ਹੈ ਸਬਜੈਕਟ ਟੂ ਦਾ ਅਪਰੂਵਲ ਆਫ ਦਾ ਕੰਸਰਨਡ ਆਫੀਸਰ ਔਰ ਕਲੈਕਟਰ ਵੱਲੋਂ। ਦੇਖਿਆ ਜਾਏਗਾ ਵੀ ਮੈਂ ਜੋ ਪਹਿਲਾਂ ਅਪਰੇਜ਼ਮੈਂਟ ਕਰਵਾਈ ਸੀਗੀ ਉਹਦੀ ਜਿਹੜੀ ਵੈਲਿਊ ਪਾਈ ਸੀਗੀ, ਮੰਨ ਲਓ 5 ਲੱਖ ਰੁਪਏ ਵੈਲਿਊ ਪਾਈ ਸੀਗੀ ਉਸ ਪ੍ਰੋਡਿਊਸ ਦੀ, ਜਿਹੜੀ ਹੁਣ ਸੇਲ ਕੀਤੀ ਗਈ ਹੈ ਕਾਨੂੰਗੋ ਹਲਕਾ ਵੱਲੋਂ, ਕਿ ਉਹ 5 ਲੱਖ ਦੇ ਆਸ-ਪਾਸ ਠੀਕ ਹੈਗੀ ਹੈ, ਜੈਨੂਨ ਹੈਗੀ ਹੈ। ਜੇਕਰ ਕਲੈਕਟਰ ਨੂੰ ਲੱਗਦਾ ਵੀ ਇਹ ਜਿਹੜੀ ਸੇਲ ਹੈ, ਮੈਂ ਤਾਂ ਅਪਰੇਜ਼ਮੈਂਟ ਕਰਾਈ ਸੀ, ਪ੍ਰਾਪਰਟੀ ਦੀ ਵੈਲਿਊ ਉਸ ਵੇਲੇ ਮੈਨੂੰ ਦੱਸਿਆ ਗਿਆ ਸੀ 5 ਲੱਖ ਦੇ ਆਸ-ਪਾਸ ਹੈਗੀ ਹੈ ਅਪਰੋਕਸੀਮੇਟਲੀ, ਪਰ ਹੁਣ ਸੇਲ ਹੋਈ ਹੈ ਸਿਰਫ 1 ਲੱਖ ਰੁਪਏ ਦੇ ਵਿੱਚ, ਤਾਂ ਇੱਥੇ ਆ ਕੇ ਜਿਹੜੀ ਹੈਗੀ ਆ ਉਹ ਅਨਸੈਟਿਸਫਾਈ ਹੋਏਗਾ ਕਲੈਕਟਰ ਵੱਲੋਂ। ਇੱਦਾਂ ਦੇ ਕਿਸਾਂ ਦੇ ਵਿੱਚ ਜਿਹੜੀ ਹੈਗੀ ਅਪਰੂਵਲ ਹੈ, ਜਿਹੜੀ ਸੇਲ ਹੈ ਉਹ ਨਹੀਂ ਅਪਰੂਵ ਕੀਤੀ ਜਾਂਦੀ। ਦੈਨ ਕੋਈ ਹੋਰ ਡੇਟ ਫਿਕਸ ਕੀਤੀ ਜਾਂਦੀ ਹੈ, ਦੁਬਾਰਾ ਉਹਦੀ ਜਿਹੜੀ ਸੇਲ ਹੈ ਫਿਰ ਰੱਖੀ ਜਾਂਦੀ ਹੈ। ਠੀਕ ਹੈ ਜੀ। ਅੱਗੇ ਅਸੀਂ ਪੜ੍ਹਿਆ ਸੀ ਰੂਲ 50, ਡੇਟ ਔਨ ਵਿਚ ਪੋਜੈਸ਼ਨ ਇਜ਼ ਟੂ ਬੀ ਗਿਵਨ ਟੂ ਦਾ ਡਿਕਰੀ ਹੋਲਡਰ। ਮੰਨ ਲਓ ਇਹ ਤਾਂ ਹੈਗਾ ਸੀ ਜਿਹੜਾ ਪਹਿਲਾਂ ਅਸੀਂ 49 ਪੜ੍ਹਿਆ, ਉਹ ਤਾਂ ਹੈਗਾ ਸੀਗਾ ਜਿਹੜੀ ਪ੍ਰੋਡਿਊਸ ਦੀ ਸੇਲ ਕਰਨ ਦੇ ਰਿਗਾਰਡਿੰਗ। ਅੱਗੇ ਰੂਲ 50 ਹੈਗਾ। ਰੂਲ 50 ਕੀ ਕਹਿੰਦਾ? ਰੂਲ 50 ਇਹ ਹੈਗਾ ਵੀ ਪੋਜੈਸ਼ਨ ਦੀ ਗੱਲ ਕਰਦਾ। ਇੱਥੇ ਪੋਜੈਸ਼ਨ ਕਦੋਂ ਦਿੱਤਾ ਜਾਣਾ ਹੈ ਕਿਸੇ ਵਿਅਕਤੀ ਨੂੰ? ਮੰਨ ਲਓ ਕਿਸੇ ਸਿਵਲ ਕੋਰਟ ਨੇ ਸਾਡੇ ਕੋਲ ਕੋਈ ਵਾਰੰਟ ਆਫ ਆਪਣਾ ਪੋਜੈਸ਼ਨ ਭੇਜਿਆ ਤੇ ਉੱਥੇ ਸਿਵਲ ਕੋਰਟ ਵੱਲੋਂ ਆਇਡੈਂਟੀਫਾਈ ਕੀਤਾ ਜਾਣਾ ਹੁੰਦਾ ਹੈ ਕੋਰਟ ਆਪਣੇ ਆਰਡਰ ਦੇ ਵਿੱਚ ਵੀ ਇਹ ਜਿਹੜਾ ਵਾਰੰਟ ਹੈ, ਇਹ ਐਗਜ਼ੀਕਿਊਸ਼ਨ ਇਹਦੀ ਕਦੋਂ ਕੀਤੀ ਜਾਣੀ ਹੈ, ਇਮੀਡੀਏਟ ਕੀਤੀ ਜਾਣੀ ਹੈ ਜਾਂ ਕਿਸੇ ਫਸਲ ਦੇ ਕੱਟਣ ਤੋਂ ਵੱਢਣ ਤੋਂ ਬਾਅਦ ਕੀਤੀ ਜਾਣੀ ਹੈ। ਠੀਕ ਹੈ। ਪਰ ਜੇਕਰ ਸਿਵਲ ਕੋਰਟ ਨੇ ਇਦਾਂ ਦਾ ਕੋਈ ਆਰਡਰ ਨਾ ਕੀਤਾ ਹੋਵੇ, ਸਿੰਪਲੀ ਤੁਸੀਂ ਦੇਖੀ ਨਾ ਤੁਹਾਡੇ ਪਾਸ ਆਉਂਦੇ ਆ ਵਾਰੰਟ ਬਹੁਤ ਸਾਰੇ, ਹਰ ਕਾਨੂੰਗੋ ਕੋਲੇ ਜ਼ਰੂਰ 1-2 ਵਾਰੰਟ ਇਦਾਂ ਦਾ ਪਿਆ ਹੁੰਦਾ ਕਬਜ਼ਾ ਕਾਰਵਾਈ ਦਾ। ਜ਼ਿਆਦਾਤਰ ਅਸੀਂ ਦੇਖਦੇ ਹਾਂ, ਜ਼ਿਆਦਾਤਰ ਇਨ ਪ੍ਰੈਕਟਿਸ ਇਹ ਹੈਗਾ ਵੀ ਕਿਸੇ ਵਾਰੰਟ ਦੇ ਵਿੱਚ ਇਦਾਂ ਦਾ ਕੋਈ ਆਰਡਰ ਨਹੀਂ ਕੀਤਾ ਹੋਇਆ ਹੁੰਦਾ। ਪਰ ਉੱਥੇ ਆ ਕੇ ਅਸੀਂ ਕੀ ਕਹਿਣਾ ਹੈ, ਕਲੈਕਟਰ ਨੇ ਦੇਖਣਾ ਹੈਗਾ ਸਾਡੀ ਫੀਲਡ ਏਜੰਸੀ ਰਾਹੀਂ, ਕਾਨੂੰਗੋ ਹਲਕਾ ਰਾਹੀਂ, ਜਦੋਂ ਅਸੀਂ ਮੌਕਾ ਰੱਖਦੇ ਹਾਂ ਵੀ ਮੌਕੇ ਤੇ ਜਿਹੜਾ ਜੱਜਮੈਂਟ ਡੈਪਟਰ ਹੈਗਾ, ਦੇਖੋ ਡਿਕਰੀ ਹੋਲਡਰ ਆਪਾਂ ਕਈ ਵਾਰੀ ਗੱਲ ਕਰਦੇ ਹਾਂ, ਡਿਕਰੀ ਹੋਲਡਰ ਕੌਣ ਹੈ? ਜਿਸ ਨੇ ਕਬਜ਼ਾ ਲੈਣਾ ਹੈ। ਜੱਜਮੈਂਟ ਡੈਪਟਰ ਕੌਣ ਹੈ? ਜਿਹਦੇ ਪਾਸ ਕਬਜ਼ਾ ਹੈਗਾ, ਜਿਹਤੋਂ ਕਬਜ਼ਾ ਲੈ ਕੇ ਅਸੀਂ ਡਿਕਰੀ ਹੋਲਡਰ ਦੇ ਹਵਾਲੇ ਕਰਨਾ ਹੈ। ਜਦੋਂ ਕਿਸੇ ਕੇਸ ਦੇ ਵਿੱਚ ਆਰਡਰ ਦੇ ਵਿੱਚ ਸਿਵਲ ਕੋਰਟ ਵੱਲੋਂ ਭੇਜੇ ਗਏ ਆਰਡਰ ਦੇ ਵਿੱਚ ਕਿਤੇ ਆਇਡੈਂਟੀਫਾਈ ਨਹੀਂ, ਸਪੈਸੀਫਾਈ ਨਹੀਂ ਕੀਤਾ ਹੁੰਦਾ ਵੀ ਕਬਜ਼ਾ ਕਦੋਂ ਦਿੱਤਾ ਜਾਣਾ ਹੈ, ਤਾਂ ਕਲੈਕਟਰ ਵੱਲੋਂ ਆਪਣੀ ਫੀਲਡ ਏਜੰਸੀ ਰਾਹੀਂ ਜਦੋਂ ਇਹ ਪਤਾ ਲੱਗੇ ਵੀ ਜਿਹੜੀ ਦਾ ਉੱਥੇ ਮੌਕੇ ਤੇ ਇਸ ਵੇਲੇ ਫਸਲ ਖੜੀ ਹੈ, ਤਾਂ ਜਿਹੜਾ ਉਹ ਵਾਰੰਟ ਕਬਜ਼ਾ ਹੈਗਾ ਕੰਸਰਨਡ ਕੋਰਟ ਨੂੰ ਵਾਪਸ ਭੇਜ ਕੇ ਇਹ ਪੁੱਛਿਆ ਜਾ ਸਕਦਾ ਹੈ ਵੀ ਇਸ ਜਿਹੜਾ ਕਬਜ਼ਾ ਕਾਰਵਾਈ ਦੀ ਜਿਹੜੀ ਹੈਗੀ ਹੈ ਐਗਜ਼ੀਕਿਊਸ਼ਨ ਹੈ ਕਦੋਂ ਕੀਤੀ ਜਾਣੀ ਹੈ, ਇਹਦੇ ਵਿੱਚ ਇਸ ਵੇਲੇ ਆਹ ਫਸਲ ਹੈਗੀ, ਆਹ ਸਥਿਤੀ ਹੈ ਮੌਕੇ ਦੀ, ਕਿ ਇਹ ਇਮੀਡੀਏਟ ਫਿਰ ਵੀ ਇਹਨੂੰ ਹੁਣੀ ਤਮੀਲ ਕਰਨੀ ਹੈ ਇਹਦੀ, ਜਾਂ ਫਿਰ ਇਹ ਫਸਲ ਕੱਟਣ ਤੋਂ ਬਾਅਦ ਤਮੀਲ ਕੀਤੀ ਜਾਵੇ। ਕੰਸਰਨਡ ਸਿਵਲ ਕੋਰਟ ਕੋਲ ਭੇਜਿਆ ਜਾਂਦਾ। ਉਸ ਤੋਂ ਬਾਅਦ ਸਿਵਲ ਕੋਰਟ ਦਾ ਜੋ ਵੀ ਆਰਡਰ ਹੁੰਦਾ ਉਹਦੇ ਅਕੋਰਡਿੰਗ ਉਹਦੀ ਜਿਹੜੀ ਕਾਰਵਾਈ ਹੈ ਉਹ ਸਾਡੇ ਵੱਲੋਂ ਕੀਤੀ ਜਾਂਦੀ। ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਕਲੈਕਸ਼ਨ ਆਫ ਦਾ ਲੈਂਡ ਰੈਵਨਿਊ। ਇਹ ਪਹਿਲਾਂ ਜਿਹੜਾ ਮੈਂ ਆਪਾਂ ਰਿਵਿਊ ਕੀਤਾ, ਇਹ ਆਪਾਂ ਪਹਿਲਾਂ ਸਾਡਾ ਪਹਿਲਾ ਲੈਕਚਰ ਸੀਗਾ ਇਸ ਤੋਂ ਪਹਿਲਾਂ, ਤੇ ਅੱਜ ਅਸੀਂ ਡੀਲ ਕਰਦੇ ਹਾਂ ਕਲੈਕਸ਼ਨ ਆਫ ਲੈਂਡ ਰੈਵਨਿਊ, ਜਿਹੜਾ ਕਿ ਇਸ ਵੇਲੇ ਸਸਪੈਂਡ ਕੀਤਾ ਗਿਆ ਹੈ। ਠੀਕ ਹੈ। ਪਰ ਫਿਰ ਵੀ ਸਾਨੂੰ ਉਹਦੀ ਨੌਲੇਜ ਹੋਣੀ ਜ਼ਰੂਰੀ ਹੈਗੀ ਹੈ। ਕਲੈਕਸ਼ਨ ਆਫ ਲੈਂਡ ਰੈਵਨਿਊ ਦੇ ਰਿਗਾਰਡਿੰਗ ਇਹ ਰੂਲ ਨੇ, ਇਹ ਕਿਵੇਂ ਕਿੱਥੇ ਇਹਦੀ ਕਲੈਕਸ਼ਨ ਹੁੰਦੀ ਹੈ, ਕੌਣ ਕਲੈਕਸ਼ਨ ਕਰਦਾ ਹੈਗਾ, ਕਿਹੜੇ ਪੁਆਇੰਟਸ ਹੈਗੇ। ਸੈਕਸ਼ਨ 52 ਪਲੇਸ ਆਫ ਪੇਮੈਂਟ ਐਂਡ ਪੇਮੈਂਟ ਟੂ ਅਸਾਈਨੀ। ਪਲੇਸ ਆਫ ਪੇਮੈਂਟ ਕਿੱਥੇ ਹੋਏਗੀ? ਦੇਖੋ ਜਦੋਂ ਨੰਬਰਦਾਰ ਨੇ ਮਾਮਲਾ ਇਕੱਠਾ ਕਰ ਲਿਆ ਤਾਂ ਉਹ ਕਿੱਥੇ ਜਮ੍ਹਾਂ ਕਰਾਉਂਦਾ ਹੈ? ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਤਹਿਸੀਲ 'ਚ ਨੰਬਰਦਾਰ ਜਿਹੜਾ ਹੈਗਾ ਪਟਵਾਰੀ ਹਲਕਾ ਤੋਂ ਰਜਿਸਟਰ ਕਟਵਾ ਕੇ ਲੈ ਕੇ ਆਉਂਦਾ ਹੈ। ਠੀਕ ਹੈ।
ਕਿ ਅੱਗੇ ਤਹਿਸੀਲ ਦੇ ਵਿੱਚ ਕੀ ਹੁੰਦਾ ਹੈ, ਵਾਸਲ ਬਾਕੀ ਨਵੀਸ ਜਿਹੜੀ ਪੋਸਟ ਹੁੰਦੀ ਹੈ ਉਹਦੇ ਕੋਲੇ ਆ ਕੇ ਆਪਣੀ ਅਰਜ਼ੀ ਰਸਾਲ ਦਿਖਾਉਂਦਾ ਹੈ। ਇਨ ਪ੍ਰੈਕਟੀਕਲ ਗੱਲ ਕਰ ਰਹੇ ਹਾਂ ਆਪਾਂ, ਅਰਜ਼ੀ ਰਸਾਲ ਦਿਖਾਉਂਦਾ ਆਪਣੀ। ਅਰਜ਼ੀ ਰਸਾਲ ਕੀ ਹੁੰਦੀ ਹੈ, ਤੁਹਾਨੂੰ ਕਿਸੇ ਵੇਲੇ ਪੇਪਰ 'ਚ ਵੀ ਆ ਸਕਦਾ ਹੈ। ਬਾਕੀ ਜਿਹੜੇ ਰੈਵਨਿਊ ਦਾ ਕੰਮ ਕਰ ਰਹੇ ਪਟਵਾਰੀ ਮੁਤਲਕਨ ਉਹ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਅਰਜ਼ੀ ਰਸਾਲ ਕੀ ਹੁੰਦੀ ਹੈ, ਠੀਕ ਹੈ। ਬਾਕੀ ਜਿਹੜੇ ਕੁਝ ਸਾਥੀ ਹੈਗੇ ਆ ਜਿਹਨਾਂ ਨੂੰ ਨਹੀਂ ਪਤਾ, ਉਹ ਇੱਕ ਸਟੇਟਮੈਂਟ ਬਣਾਈ ਜਾਂਦੀ ਹੈ ਪਟਵਾਰੀ ਹਲਕਾ ਵੱਲੋਂ ਵੀ ਇਸ ਨੰਬਰਦਾਰ ਨੇ ਟੋਟਲ ਪੇਮੈਂਟ ਕਿੰਨੀ ਜਮ੍ਹਾਂ ਕਰਾਉਣੀ ਹੈ ਖਜ਼ਾਨੇ ਦੇ ਵਿੱਚ, ਕਿਹੜੀ ਹੈੱਡ ਦੇ ਵਿੱਚ, ਕਿਹੜੇ ਹੈੱਡ ਦੇ ਵਿੱਚ ਕਿੰਨੀ ਅਮਾਊਂਟ ਹੈਗੀ ਹੈ ਉਹਦੇ ਵੱਲੋਂ ਜਮ੍ਹਾਂ ਕਰਾਈ ਜਾਣੀ ਹੈ, ਉਹਦਾ ਟੋਟਲ ਲਗਾਇਆ ਜਾਂਦਾ ਹੈ। ਨਹਿਰੀ ਮਾਮਲਾ ਕਿੰਨਾ ਹੈ, ਮਾਲੀ ਮਾਮਲਾ ਕਿੰਨਾ ਹੈ, ਹਾਂਜੀ ਕਮਰਸ਼ੀਅਲ ਟੈਕਸ ਕਿੰਨਾ ਹੈ, ਇੱਦਾਂ ਦੀ ਇੱਕ ਸਟੇਟਮੈਂਟ ਬਣਾ ਕੇ ਦਿੱਤੀ ਜਾਂਦੀ ਹੈ। ਫਿਰ ਉਹਦਾ ਟੋਟਲ ਲਗਾਇਆ ਜਾਂਦਾ ਹੈ, ਠੀਕ ਹੈ। ਉਹਦਾ ਪਚੋਤਰਾ ਵਗੈਰਾ ਕੱਟ ਕੇ ਤੇ ਬਾਕੀ ਦੱਸਿਆ ਜਾਂਦਾ ਵੀ ਇਹਨੇ ਕਿੰਨੇ ਪੈਸੇ ਜਮ੍ਹਾਂ ਕਰਵਾਉਣੇ ਨੇ। ਜਦੋਂ ਉਹ ਅਰਜ਼ੀ ਰਸਾਲ ਲੈ ਕੇ ਆਪਣੀ ਵਾਸਲ ਬਾਕੀ ਨਵੀਸ ਦੇ ਕੋਲ ਆਉਂਦਾ ਤਹਿਸੀਲ ਦੇ ਵਿੱਚ, ਤਾਂ ਵਾਸਲ ਬਾਕੀ ਨਵੀਸ ਉਹਦੀ ਅਰਜ਼ੀ ਰਸਾਲ ਦੇ ਅਕੋਰਡਿੰਗ ਤੇ ਨੰਬਰਦਾਰ ਨੂੰ ਚਲਾਨ ਫਾਰਮ ਭਰ ਕੇ ਦਿੰਦਾ ਹੈ, ਤੇ ਚਲਾਨ ਫਾਰਮ ਭਰ ਕੇ ਜਿਹੜਾ ਨੰਬਰਦਾਰ ਹੈਗਾ ਉਹ ਕੰਸਰਨ ਖਜ਼ਾਨੇ ਦੇ ਵਿੱਚ ਜਾ ਕੇ ਪੇਮੈਂਟ ਬੈਂਕ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਉਂਦਾ ਹੈ। ਇੱਥੇ ਕੀ ਗੱਲ ਕੀਤੀ ਗਈ ਹੈ 52 ਇਹਦੇ ਵਿੱਚ ਰੂਲ ਦੇ ਵਿੱਚ, ਇੱਥੇ ਗੱਲ ਕੀਤੀ ਗਈ ਹੈ ਵੀ ਜੇਕਰ ਡਿਸਟ੍ਰਿਕਟ ਦੇ ਵਿੱਚ ਤਹਿਸੀਲ ਦੇ ਵਿੱਚ ਟ੍ਰੈਜਰੀ ਹੁੰਦੀ ਹੈਗੀ ਹੈ, ਪਰ ਜਿੱਥੇ ਡਿਸਟ੍ਰਿਕਟ ਹੈੱਡਕੁਆਟਰ ਹੁੰਦਾ ਹੈ, ਜਿਵੇਂ ਸਮਾਣਾ ਤਹਿਸੀਲ ਦੀ ਗੱਲ ਕਰ ਲਈ ਆਪਾਂ, ਸਮਾਣਾ ਤਹਿਸੀਲ 'ਚ ਟ੍ਰੈਜਰੀ ਹੈਗੀ ਹੈ, ਉੱਥੇ ਆ ਕੇ ਟ੍ਰੈਜਰੀ ਜਮ੍ਹਾਂ ਕਰਾਏਗਾ, ਖਜ਼ਾਨੇ ਜਮ੍ਹਾਂ ਕਰਾਏਗਾ ਪੇਮੈਂਟ, ਠੀਕ ਹੈ ਜੀ, ਜਾਂ ਬੈਂਕ ਜਮ੍ਹਾਂ ਕਰਾਏਗਾ। ਜਿੱਥੇ ਕਿਤੇ ਡਿਸਟ੍ਰਿਕਟ ਹੈੱਡਕੁਆਟਰ ਬਣਿਆ ਹੁੰਦਾ ਉੱਥੇ ਕਈ ਵਾਰੀ ਟ੍ਰੈਜਰੀ ਜਿਹੜੀਆਂ ਹੁੰਦੀਆਂ ਨੇ, ਡਿਸਟ੍ਰਿਕਟ ਟ੍ਰੈਜਰੀ ਤੇ ਤਹਿਸੀਲ ਟ੍ਰੈਜਰੀ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੁੰਦਾ। ਉੱਥੇ ਕੀ ਹੈਗਾ ਫਿਰ, ਉੱਥੇ ਜੇਕਰ ਇੱਦਾਂ ਦੀ ਸਥਿਤੀ ਬਣੀ ਹੋਈ ਹੋਵੇ ਤਹਿਸੀਲ ਟ੍ਰੈਜਰੀ ਤੇ ਡਿਸਟ੍ਰਿਕਟ ਟ੍ਰੈਜਰੀ ਕਿਤੇ ਇਕੱਠੀਆਂ ਹੋਈਆਂ ਹੋਣ, ਤਾਂ ਡਿਸਟ੍ਰਿਕਟ ਟ੍ਰੈਜਰੀ ਦੇ ਜਿਹੜੇ ਹੈਗੇ ਪੇਮੈਂਟ ਜਮ੍ਹਾਂ ਕਰਾਈ ਜਾਏਗੀ। ਪਰ ਇਸ ਦੇ ਨਾਲ ਹੀ ਜੇਕਰ ਕੋਈ ਮੁਹਿੰਮ ਦੇ ਬੇਸ ਤੇ ਪੇਮੈਂਟ ਜਮ੍ਹਾਂ ਹੋਣੀ ਹੈ, ਤਾਂ ਇਹ ਜਿਹੜੀ ਜਦੋਂ ਤਹਿਸੀਲ ਲੈਵਲ ਤੇ ਜਮ੍ਹਾਂ ਹੋਣੀ ਹੈ, ਟ੍ਰੈਜਰੀ ਦੇ ਵਿੱਚ ਪੈਸੇ ਜਮ੍ਹਾਂ ਹੋਣੇ ਹੈ, ਤਾਂ ਜੇ ਤਾਂ ਤਹਿਸੀਲ ਲੈਵਲ ਤੇ ਪੈਸੇ ਜਮ੍ਹਾਂ ਹੋਣੇ ਤਾਂ ਤਹਿਸੀਲਦਾਰ ਦੇ ਵੱਲੋਂ ਪਹਿਲਾਂ ਚੈੱਕ ਹੋਣਗੇ, ਤਹਿਸੀਲਦਾਰ ਚੈੱਕ ਕਰਕੇ ਉੱਤੇ ਸਾਈਨ ਕਰੇਗਾ, ਫਿਰ ਟ੍ਰੈਜਰੀ 'ਚ ਪੈਸੇ ਜਮ੍ਹਾਂ ਹੋਣਗੇ। ਪਰ ਜੇ ਕਿਤੇ ਡਿਸਟ੍ਰਿਕਟ ਲੈਵਲ ਤੇ ਪੈਸੇ ਜਮ੍ਹਾਂ ਹੋਣੇ ਨੇ, ਜਿਹੜੀ ਟ੍ਰੈਜਰੀ ਹੈ ਤਹਿਸੀਲ ਦੀ ਟ੍ਰੈਜਰੀ ਇੱਥੇ ਨਹੀਂ ਹੈਗੀ ਤੇ ਡਿਸਟ੍ਰਿਕਟ ਦੀ ਟ੍ਰੈਜਰੀ ਹੈਗੀ ਹੈ, ਤਹਿਸੀਲ ਟ੍ਰੈਜਰੀ ਤੇ ਡਿਸਟ੍ਰਿਕਟ ਟ੍ਰੈਜਰੀ ਦੋਨੇ ਅਮਲਗਾਮੇਟ ਹੋਈਆਂ ਨੇ, ਇਕੱਠੀਆਂ ਹੋਈਆਂ ਵੀਆਂ ਨੇ, ਤਾਂ ਕੀ ਹੈਗਾ ਉੱਥੇ ਇੱਕ ਸਪੈਸ਼ਲ ਪ੍ਰੋਵੀਜ਼ਨ ਹੈਗੀ ਹੈ, ਸਪੈਸ਼ਲ ਵਿਅਕਤੀ ਨੂੰ ਨੋਮੀਨੇਟ ਕੀਤਾ ਜਾਵੇਗਾ ਇਲੈਕਟਰ ਵੱਲੋਂ। ਜਿੰਨੇ ਵੀ ਜਿਹੜੇ ਨੰਬਰਦਾਰ ਹੈਗੇ ਆ ਉੱਥੇ ਉਹਦੇ ਕੋਲੇ ਸਿੱਧੇ ਪਹੁੰਚਣਗੇ, ਡਾਇਰੈਕਟ ਉਹਦੇ ਕੋਲੇ ਜਾ ਕੇ ਆਪਦੀ ਅਰਜ਼ੀ ਰਸਾਲ ਦਿਖਾਉਣਗੇ ਤੇ ਫਿਰ ਉਹ ਚੈੱਕ ਕਰਕੇ ਉਸ ਦੀ ਜਿਹੜੀ ਪੇਮੈਂਟ ਹੈਗੀ ਹੈ ਖਜ਼ਾਨੇ ਵਿੱਚ ਜਮ੍ਹਾਂ ਕਰਵਾਏਗਾ। ਇਸੇ ਤਰ੍ਹਾਂ ਇਹ ਤਾਂ ਕਿ ਡਿਸਟ੍ਰਿਕਟ ਤਹਿਸੀਲ ਦੀ ਗੱਲ, ਪਹਿਲੀ ਗੱਲ ਸੀ ਤਹਿਸੀਲ ਲੈਵਲ ਤੇ ਪੇਮੈਂਟ ਜਮ੍ਹਾਂ ਹੋਏਗੀ। ਦੂਜੀ ਗੱਲ ਆ ਗਈ ਜਿੱਥੇ ਤਹਿਸੀਲ ਦੀ ਟ੍ਰੈਜਰੀ ਡਿਸਟ੍ਰਿਕਟ ਅਮਲਗਾਮੇਟ ਹੋਈ ਵੀ ਹੈ, ਉੱਥੇ ਡਿਸਟ੍ਰਿਕਟ ਦੀ ਟ੍ਰੈਜਰੀ 'ਚ ਪੈਸੇ ਜਮ੍ਹਾਂ ਹੋਣਗੇ। ਫਿਰ ਤੀਸਰਾ ਪੁਆਇੰਟ ਇਹ ਵੀ ਹੈਗਾ, ਸੀ ਪੁਆਇੰਟ, ਜੇਕਰ ਕਮਿਸ਼ਨਰ ਚਾਹੇ ਤਾਂ ਆਪਣੀ ਡਿਵੀਜ਼ਨ ਦੇ ਵਿੱਚ ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਜਿਹੜੀ ਟ੍ਰੈਜਰੀ ਹੈਗੀ ਹੈ ਉੱਥੇ ਵੀ ਉਹਨੂੰ ਨੋਮੀਨੇਟ ਕੀਤਾ ਜਾ ਸਕਦਾ ਹੈ ਵੀ ਸਾਰੇ ਜਿੰਨੇ ਬੰਦੇ ਹੈਗੇ ਨੇ ਇਹਨਾਂ ਪਿੰਡਾਂ ਦੇ ਫਲਾਣੀ ਟ੍ਰੈਜਰੀ 'ਚ ਜਾ ਕੇ ਪੈਸੇ ਜਮ੍ਹਾਂ ਕਰਵਾਉਣਗੇ। ਆਪਣੇ ਡਿਵੀਜ਼ਨ ਦੇ ਅੰਦਰ ਕਿਸੇ ਇੱਕ ਡਿਸਟ੍ਰਿਕਟ ਦੇ ਵਿੱਚ ਵੀ ਜਾਂ ਦੋ ਡਿਸਟ੍ਰਿਕਟਾਂ ਦੇ ਵਿੱਚ ਵੀ ਪੈਸੇ ਜਮ੍ਹਾਂ ਕਰਾਉਣ ਲਈ ਆਰਡਰ ਕੀਤਾ ਜਾ ਸਕਦਾ ਹੈ ਕਮਿਸ਼ਨਰ ਵੱਲੋਂ। ਇਹਦੇ ਨਾਲ ਹੀ ਹੈਗਾ another division of the ਪੰਜਾਬ, ਕਿਸੇ ਹੋਰ ਡਿਵੀਜ਼ਨ 'ਚ ਵੀ ਬੇਸ਼ੱਕ ਡਿਸਟ੍ਰਿਕਟ ਪੈਂਦਾ ਹੋਵੇ, ਡਿਵੀਜ਼ਨਲ ਕਮਿਸ਼ਨਰ ਆਪਣੀ ਡਿਵੀਜ਼ਨ ਦੇ ਕਿਸੇ ਡਿਸਟ੍ਰਿਕਟ ਦੇ ਵਿੱਚ ਪੇਮੈਂਟ ਜਮ੍ਹਾਂ ਕਰਾਉਣ ਲਈ ਕਹਿ ਸਕਦਾ ਹੈ। ਪਰ ਇਹਦੇ ਨਾਲ ਹੀ ਇੱਕ ਪੁਆਇੰਟ ਹੋਰ ਵੀ ਹੈਗਾ, ਅਲੱਗ ਤੌਰ ਤੇ ਹੈਗਾ ਵੀ ਇਸ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਡਿਵੀਜ਼ਨ ਦੇ ਵਿੱਚ ਵੀ ਜੇ ਕੋਈ ਡਿਸਟ੍ਰਿਕਟ ਪੈਂਦਾ ਹੋਵੇ ਉੱਥੇ ਵੀ ਕਮਿਸ਼ਨ ਦੀ ਜਿਹੜੀ ਪ੍ਰਵਾਨਗੀ ਹੈ, ਕਮਿਸ਼ਨ ਦੀ ਅਪਰੂਵਲ ਦੇ ਨਾਲ ਜਿਹੜਾ ਹੈਗਾ ਕੋਈ ਡਿਸਟ੍ਰਿਕਟ ਹੈ ਜਾਂ ਕੋਈ ਹੋਰ ਡਿਸਟ੍ਰਿਕਟ ਦੀ ਟ੍ਰੈਜਰੀ ਜਿਹੜੀ ਹੈਗੀ ਹੈ ਉਹ ਨੋਮੀਨੇਟ ਕੀਤੀ ਜਾ ਸਕਦੀ ਹੈ ਵੀ ਸਾਰੇ ਵਿਅਕਤੀਆਂ ਨੇ ਜਿਹੜਾ ਮਾਮਲਾ ਹੈਗਾ ਉਸ ਡਿਸਟ੍ਰਿਕਟ ਦੀ ਟ੍ਰੈਜਰੀ ਵਿੱਚ ਜਮ੍ਹਾਂ ਕਰਵਾਉਣਾ ਹੈ। ਜਾਂ ਇੱਕ ਪੁਆਇੰਟ ਹੋਰ ਵੀ ਹੈਗਾ, ਜਿੱਥੇ ਕਿਤੇ ਮਾਮਲਾ ਹੈਗਾ ਇਹ ਤਾਂ ਦੇਖੋ ਸਰਕਾਰ ਦੇ ਖਾਤੇ 'ਚ ਮਾਮਲਾ ਜਮ੍ਹਾਂ ਹੋਣਾ ਹੈ। ਇੱਕ ਕੇਸ ਇਹ ਹੈਗਾ ਵੀ ਜਦੋਂ ਕਿਤੇ ਜਿਹੜਾ ਲੈਂਡ ਰੈਵਨਿਊ ਹੈਗਾ ਕਿਸੇ ਵਿਅਕਤੀ ਨੂੰ ਅਸਾਈਨ ਕੀਤਾ ਗਿਆ ਹੋਵੇ, ਅਸਾਈਨਮੈਂਟ ਮੀਨਸ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਫੌਜੀ ਨੂੰ ਰਿਵਾਰਡ ਵਜੋਂ ਜਾਂ ਕਿਸੇ ਜਿਹੜੇ ਜਗੀਰਦਾਰ ਹੁੰਦੇ ਪਿੰਡਾਂ ਦੇ ਉਹਨਾਂ ਨੂੰ ਰਿਵਾਰਡ ਵਜੋਂ, ਇਹ ਕਿਆ ਹੁੰਦਾ ਵੀ ਤੁਹਾਨੂੰ ਆਹ 2 ਪਿੰਡਾਂ ਦਾ ਜਿਹੜਾ ਮਾਮਲਾ ਤੁਹਾਨੂੰ ਦਿੱਤਾ ਜਾਵੇਗਾ ਜਾਂ 3 ਪਿੰਡਾਂ ਦਾ ਮਾਮਲਾ ਤੁਹਾਨੂੰ ਦਿੱਤਾ ਜਾਵੇਗਾ। ਉਹਨਾਂ ਕੇਸਾਂ ਦੇ ਵਿੱਚ ਜੇਕਰ ਅਸਾਈਨ ਨਹੀਂ ਹੈਗਾ ਜਿਹਨੂੰ ਮਾਮਲੇ ਦੇ ਪੈਸੇ ਮਿਲਨੇ ਨੇ, ਠੀਕ ਹੈ, ਐਜ਼ ਏ ਰਿਵਾਰਡ ਵਜੋਂ ਮਿਲਨੇ ਨੇ,
ਤਾਂ ਉਹ ਜੇ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਇੰਤਜ਼ਾਮ ਕਰਦਾ ਹੈ, ਆਪਦੇ ਪੱਧਰ ਤੇ ਇੰਤਜ਼ਾਮ ਕਰਦਾ ਹੈ ਵੀ ਹਾਂ ਇੱਥੇ ਸਾਰਾ ਮਾਮਲਾ ਜਿਹੜਾ ਮੈਨੂੰ ਮਿਲਣਾ ਹੈ, ਮੈਂ ਇਸ ਪਿੰਡ ਦੇ ਵਿੱਚ ਇਹਦੀ ਕਲੈਕਸ਼ਨ ਦਾ ਇੰਤਜ਼ਾਮ ਕਰਦਾ, ਤਾਂ ਉਹ ਕਲੈਕਟਰ ਦੀ ਪ੍ਰਵਾਨਗੀ ਦੇ ਨਾਲ ਉੱਥੇ ਵੀ ਜਿਹੜਾ ਮਾਮਲਾ ਹੈਗਾ ਕਲੈਕਟ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਸੀ ਸੈਕਸ਼ਨ ਜੀ 50 ਰੂਲ 53 places of the appraisement and the payment where the amount payable is determined by the appraisement। ਦੇਖੋ ਜੇ ਤੱਕ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕੀ ਹੈਗਾ, ਜਿਹੜਾ ਲੈਂਡ ਰੈਵਨਿਊ ਹੈ ਫਿਕਸ ਹੈਗਾ, ਠੀਕ ਹੈ। ਪਰ ਪ੍ਰੋਵੀਜ਼ਨ ਇਹ ਵੀ ਹੈਗੀ ਹੈ, ਆਪਾਂ ਐਕਟ ਪੜਿਆ ਸੀਗਾ, ਜਿਹੜਾ ਲੈਂਡ ਰੈਵਨਿਊ ਹੈਗਾ ਇਹ ਔਨ ਦਾ ਬੇਸਿਸ ਆਫ ਦਾ ਅਪਰੇਜ਼ਮੈਂਟ ਵੀ ਹੋ ਸਕਦਾ ਹੈ। ਅਪਰੇਜ਼ਮੈਂਟ ਕੀ ਹੈ, ਫਸਲ ਵੀ ਕਿੰਨੀ ਫਸਲ ਹੋਏਗੀ ਤਾਂ ਮਾਮਲਾ ਕਿੰਨਾ ਹੋਏਗਾ, ਕਿੰਨੀ ਫਸਲ ਹੋਏਗੀ ਤਾਂ ਮਾਮਲਾ ਕਿੰਨਾ ਹੋਏਗਾ। ਇਹ ਵੀ ਕਿਸੇ ਸਟੇਟ 'ਚ ਹੋ ਸਕਦਾ, ਕਿਉਂਕਿ ਐਕਟ ਕਹਿੰਦਾ ਪੰਜਾਬ ਦੇ ਵਿੱਚ ਵੀ ਹੈਗਾ, ਕਿਸੇ ਏਰੀਆ 'ਚ ਵੀ ਹੋ ਸਕਦਾ ਹੋਵੇ, ਪਰ ਮੈਂ ਤਾਂ ਕਦੀ ਦੇਖਿਆ ਨਹੀਂ ਹੈਗਾ ਵੀ ਜਿਹੜਾ ਲੈਂਡ ਰੈਵਨਿਊ ਹੈ ਕਦੀ ਕਿਸੇ ਫਸਲ ਦੇ ਉੱਪਰ ਬੇਸਡ ਹੋਵੇ। ਠੀਕ ਹੈ, ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਹੈਗਾ, ਕਿਸੇ ਨੇ ਦੇਖਿਆ ਹੋਵੇ, ਮੈਂ ਵੀ ਹੋ ਸਕਦਾ ਹੈ। ਲੈਂਡ ਰੈਵਨਿਊ ਜਿਹੜਾ ਹੈਗਾ ਚੇਂਜੇਬਲ ਹੈਗਾ, ਚੇਂਜੇਬਲ ਔਨ ਦਾ ਬੇਸਿਸ ਆਫ ਦਾ ਪ੍ਰੋਡਿਊਸ। ਜਿੱਥੇ ਕਿਤੇ ਇਦਾਂ ਦੀ ਗੱਲ ਹੋ ਗਈ ਹੈ ਵੀ ਜਿਹੜਾ ਅਪਰੇਜ਼ਮੈਂਟ ਫਸਲ ਕਿੰਨੀ ਹੋਈ ਹੈ ਤਾਂ ਉਹਦਾ ਮਾਮਲਾ ਕਿੰਨਾ ਹੋਏਗਾ। ਫਿਰ ਜਿਹੜੀ ਫਸਲ ਦੀ ਅਪਰੇਜ਼ਮੈਂਟ ਹੈਗੀ ਹੈ ਉਹ ਕਿਵੇਂ ਹੋਣੀ ਹੈ, ਫਸਲ ਦੀ ਅਪਰੇਜ਼ਮੈਂਟ ਕਿੱਥੇ ਹੋਣੀ ਹੈ, ਪਲੇਸ ਆਫ ਅਪਰੇਜ਼ਮੈਂਟ ਕੀ ਹੋਏਗਾ ਤੇ ਪੇਮੈਂਟ ਕਿੱਥੇ ਹੋਏਗੀ, ਅਪਰੇਜ਼ਮੈਂਟ ਕਰਵਾਉਣੀ ਕਿਹਨੇ ਹੋਏਗੀ। ਦੇਖੋ ਫਸਲ ਦੀ ਅਪਰੇਜ਼ਮੈਂਟ ਕਿੱਥੇ ਹੋਏਗੀ, ਜਿੱਥੇ ਫਸਲ ਹੋਏਗੀ। ਠੀਕ ਹੈ, ਜਿਹੜੇ ਖੇਤ ਦੇ ਵਿੱਚ ਪ੍ਰੋਡਿਊਸ ਹੋਣੀ ਹੈ ਉਹਦੀ ਅਪਰੇਜ਼ਮੈਂਟ, ਉਹਦਾ ਅੰਦਾਜ਼ਾ, ਅਪਰੇਜ਼ਮੈਂਟ ਮੀਨਸ ਅੰਦਾਜ਼ਾ ਲਗਾਉਣਾ, ਉਹਦੀ ਕੀਮਤ ਦਾ ਅੰਦਾਜ਼ਾ ਲਾਣਾ ਵੀ ਕਿੰਨੀ ਕੀਮਤ ਦੀ ਇਹ ਫਸਲ ਹੈਗੀ ਹੈ। ਠੀਕ ਹੈ, ਉਹਦੀ ਅਪਰੇਜ਼ਮੈਂਟ ਉੱਥੇ ਹੋਏਗੀ ਜਿੱਥੇ ਉਹ ਫਸਲ ਪੈਦਾ ਹੋਈ ਹੈ, ਉਸ ਖੇਤ ਦੇ ਵਿੱਚ ਜਾ ਕੇ ਰੈਵਨਿਊ ਆਫਿਸਰ ਵੱਲੋਂ ਜਾਂ ਫਿਰ ਰੈਵਨਿਊ ਆਫਿਸਰ ਦੇ ਕਿਸੇ ਏਜੰਟ ਵੱਲੋਂ ਜਾਂ ਕਿ ਰੈਵਨਿਊ ਆਫਿਸਰ ਨੇ ਕਿਸੇ ਆਪਦੀ ਡਿਊਟੀ ਲਗਾਈ ਹੋਵੇ। ਜਿਵੇਂ ਏਜੰਟ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਰੈਵਨਿਊ ਆਫਿਸਰ ਨੇ ਆਪਦੇ ਕਿਸੇ ਪਟਵਾਰੀ ਹਲਕਾ ਰਾਹੀਂ ਜਾਂ ਕਾਨੂੰਗੋ ਹਲਕਾ ਰਾਹੀਂ ਡਿਊਟੀ ਲਗਾਈ ਹੋਵੇ, ਨੰਬਰਦਾਰ ਦੀ ਡਿਊਟੀ ਲਗਾਈ ਹੋਵੇ, ਉਹਦੇ ਵੱਲੋਂ ਜਾ ਕੇ ਮੌਕੇ ਤੇ ਅਪਰੇਜ਼ਮੈਂਟ ਕੀਤੀ ਜਾਵੇਗੀ। ਉਸ ਅਪਰੇਜ਼ਮੈਂਟ ਦੇ ਮੁਤਾਬਕ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਤੈਅ ਹੁੰਦਾ ਹੈਗਾ। ਇਹਦੇ ਵਿੱਚ ਨਾਲ ਹੀ ਫਿਰ ਅਗਲਾ ਸੈਕਸ਼ਨ ਹੈਗਾ ਸੀਗਾ, ਇੱਥੇ ਤਾਂ ਤਹਿਸੀਲਦਾਰ ਨੇ ਜਾਣਾ ਹੁੰਦਾ ਮੌਕੇ ਤੇ ਜਾਂ ਤਹਿਸੀਲਦਾਰ ਦੇ ਕਿਸੇ ਏਜੰਟ ਨੇ ਜਾਣਾ ਹੁੰਦਾ ਅਪਰੇਜ਼ਮੈਂਟ ਦੇ ਲਈ। ਤੇ ਨਾਲ ਹੀ ਇੱਥੇ ਜਿੱਥੇ ਕਿਤੇ ਅਸਾਈਨੀ ਦੀ ਗੱਲ ਆ ਜਾਂਦੀ ਹੈ ਵੀ ਜੇਕਰ ਉੱਥੇ ਉਹ ਅਪਰੇਜ਼ਮੈਂਟ ਦੇ ਜਿੱਥੇ ਅਪਰੇਜ਼ਮੈਂਟ ਹੋਣੀ ਹੈ ਉਹ ਜਿਹੜਾ ਮਾਮਲਾ ਹੈਗਾ ਉੱਥੇ ਅਸਾਈਨੀ ਨੂੰ ਸੌਂਪਿਆ ਗਿਆ, ਅਸਾਈਨੀ ਨੂੰ ਦਿੱਤਾ ਜਾਣਾ ਉਹ ਪੈਸਾ, ਤਾਂ ਫਿਰ ਉੱਥੇ ਜਾ ਕੇ ਜਿਹੜਾ ਅਸਾਈਨੀ ਹੈਗਾ, ਅਸਾਈਨੀ ਵੀ ਜਾ ਕੇ ਅਪਰੇਜ਼ਮੈਂਟ ਕਰਵਾ ਸਕਦਾ ਹੈ। ਉਹ ਵੀ ਜਿਹੜਾ ਲੈਂਡ ਰੈਵਨਿਊ ਹੈਗਾ ਉੱਥੇ ਮਤਲਬ ਕਿ ਜਦੋਂ ਤੈਅ ਕੀਤਾ ਜਾਣਾ ਹੈ ਉਹਦੀ ਜਿਹੜੀ ਅਪਰੇਜ਼ਮੈਂਟ ਹੈ ਫਸਲ ਦੀ, ਉਹ ਅਸਾਈਨੀ ਦੀ ਹਾਜ਼ਰੀ 'ਚ ਵੀ ਕੀਤੀ ਜਾ ਸਕਦੀ ਹੈ। ਰੂਲ 54 ਹੈ ਜੀ, ਪਲੇਸ ਆਫ ਪੇਮੈਂਟ ਵੇਅਰ ਲੈਂਡ ਰੈਵਨਿਊ ਇਜ਼ ਪੇਬਲ ਇਨ ਕਾਈਂਡ। ਦੇਖੋ ਤਿੰਨ ਤਰ੍ਹਾਂ ਦੀ ਗੱਲ ਆ ਗਈ। ਪਹਿਲੀ ਗੱਲ ਦੀ ਵੀ ਸੀ ਜਿੱਥੋਂ ਆਪਾਂ ਗੱਲ ਕਰਦੇ ਕੈਸ਼ ਦੀ, ਲੈਂਡ ਰੈਵਨਿਊ ਫਿਕਸ ਲੈਂਡ ਰੈਵਨਿਊ। ਦੂਸਰਾ ਲੈਂਡ ਰੈਵਨਿਊ ਹੋ ਗਿਆ ਸਬਜੈਕਟ ਟੂ ਦਾ ਅਪਰੇਜ਼ਮੈਂਟ ਆਫ ਦਾ ਪ੍ਰੋਡਿਊਸ। ਤੀਸਰੀ ਗੱਲ ਆ ਗਈ ਹੁਣ ਜਿਹੜਾ ਰੂਲ ਆਪਾਂ ਪੜ੍ਹ ਰਹੇ ਹਾਂ 54, ਇਹ ਡਿਪੈਂਡ ਕਰਦਾ ਹੈ ਲੈਂਡ ਰੈਵਨਿਊ ਇਨ ਕਾਈਂਡ, ਮਤਲਬ ਕਿ ਜਿਹੜੀ ਫਸਲ ਬੀਜੀ ਉਹਦਾ ਹੀ ਹਿੱਸਾ ਲੈਂਡ ਰੈਵਨਿਊ ਦੇ ਵਜੋਂ ਲਿਆ ਜਾਂਦਾ ਸੀ ਪਹਿਲਾਂ, ਤੇ ਹੁਣ ਤਾਂ ਇਹ ਕਿਤੇ ਮੈਂ ਦੇਖਿਆ ਨਹੀਂ, ਕਿਉਂਕਿ ਜਦੋਂ ਸਾਡੀਆਂ ਅਸੈਸਮੈਂਟਸ ਹੋ ਚੁੱਕੀਆਂ ਨੇ, ਅਸੈਸਮੈਂਟ ਦੇ ਨਾਲ ਜਿਹੜੇ ਲੈਂਡ ਰੈਵਨਿਊ ਫਿਕਸ ਹੋ ਚੁੱਕੇ ਨੇ, ਉਸ ਤੋਂ ਪਹਿਲਾਂ ਕਿਤੇ ਇਹ ਹੁੰਦਾ ਹੋਣਾ ਵੀ ਜਿਹੜਾ ਲੈਂਡ ਰੈਵਨਿਊ ਸੀਗਾ ਇਨ ਕਾਈਂਡ ਮਤਲਬ ਕਿ ਵਸੂਲ ਕੀਤਾ ਜਾਂਦਾ ਸੀਗਾ। ਜੇ ਕਣਕ ਬੀਜੇ ਤਾਂ ਕਣਕ ਦਾ ਹਿੱਸਾ, ਜੇ ਸਰੋਂ ਬੀਜੇ ਸਰੋਂ ਦਾ ਹਿੱਸਾ, ਜੌਂ ਬੀਜੇ ਜੌਂ ਦਾ ਹਿੱਸਾ। ਠੀਕ ਹੈ, ਜਿਵੇਂ ਕਿ ਜਦੋਂ ਗੰਨੇ ਬੀਜੇ ਸੀਗੇ ਤਾਂ ਉਹਦੇ ਜਿਹੜੇ ਹੈਗੇ ਸੀ ਹਿੱਸਾ ਲੈਣ ਦੇ ਵਿੱਚ ਦਿੱਕਤਾਂ ਆਉਂਦੀਆਂ ਸੀਗੀਆਂ। ਇੱਦਾਂ ਦੀਆਂ ਬਹੁਤ ਸਾਰੀਆਂ ਫਸਲਾਂ ਸੀਗੀਆਂ ਜਿਹਦਾ ਹਿੱਸਾ ਲੈਂਦੇ ਹੋਏ ਸਰਕਾਰ ਨੂੰ ਪ੍ਰੋਬਲਮਾਂ ਹੁੰਦੀਆਂ ਸੀਗੀਆਂ, ਤਦੀ ਜਾ ਕੇ ਸਰਕਾਰ ਨੇ ਇਹਨਾਂ ਗੱਲਾਂ ਨੂੰ ਖਤਮ ਕਰਦੇ ਹੋਏ ਤੇ ਜਿਹੜਾ ਲੈਂਡ ਰੈਵਨਿਊ ਹੈ ਉਹ ਫਿਕਸ ਕਰ ਦਿੱਤਾ ਤੇ ਇਨ ਕੈਸ਼ ਕਰ ਦਿੱਤਾ। ਠੀਕ ਹੈ, ਹੁਣ ਇੱਥੇ ਗੱਲ ਕਰ ਰਹੇ ਸੀ ਅਸੀਂ ਪਲੇਸ ਆਫ ਪੇਮੈਂਟ ਵੇਅਰ ਲੈਂਡ ਰੈਵਨਿਊ ਇਜ਼ ਪੇਬਲ ਇਨ ਕਾਈਂਡ। ਜਦੋਂ ਲੈਂਡ ਰੈਵਨਿਊ ਇਨ ਕਾਈਂਡ ਪੇ ਕੀਤਾ ਜਾਣਾ ਹੈ ਤਾਂ ਉਹਦੀ ਪ੍ਰੋਸੈਸ ਕਿਵੇਂ ਹੋਏਗਾ, ਤਾਂ ਉਹਦੀ ਵਸੂਲੀ ਕਿਵੇਂ ਹੋਏਗੀ। ਤਾਂ ਇੱਥੇ ਆ ਕੇ ਰੈਵਨਿਊ ਆਫਿਸਰ ਨੂੰ ਪਾਵਰ ਦਿੱਤੀ ਗਈ ਹੈ ਵੀ ਰੈਵਨਿਊ ਆਫਿਸਰ ਹੈਗਾ ਜਿਹੜਾ ਖੇਤ ਦੇ ਵਿੱਚ ਜਾਏਗਾ, ਜਾਂ ਰੈਵਨਿਊ ਆਫਿਸਰ ਜਿਹੜਾ ਏਜੰਟ ਹੈ ਪਟਵਾਰੀ ਹਲਕਾ ਕਾਨੂੰਗੋ ਹਲਕਾ, ਉਹ ਖੇਤ ਵਿੱਚ ਜਾਣਗੇ। ਠੀਕ ਹੈ, ਉਹਦੀ ਜਿਹੜੀ ਫਸਲ ਹੈਗੀ ਜਿਹਦੇ ਤੋਂ ਲੈਂਡ ਰੈਵਨਿਊ ਲੈਣਾ ਹੈਗਾ ਕਿਸਾਨਾਂ ਤੋਂ, ਉਹਨਾਂ ਕਿਸਾਨਾਂ ਦੀ ਫਸਲ ਦੇ ਵਿੱਚੋਂ ਜਿਹੜਾ ਹਿੱਸਾ ਹੈਗਾ ਉਹ ਉਹਨਾਂ ਵੱਲੋਂ ਲਿਆ ਜਾਏਗਾ। ਲੈ ਕੇ ਫਿਰ ਫਰਦਰ ਸਰਕਾਰ ਨੂੰ ਕਿਵੇਂ ਪੇ ਕੀਤਾ ਜਾਣਾ ਹੈ ਉੱਦਾਂ ਹੋਏਗਾ। ਇਸੇ ਤਰੀਕੇ ਫਿਰ ਇੱਕ ਕਲੌਜ਼ ਨਾਲ ਆ ਜਾਂਦੀ ਹੈ, ਅਸਾਈਨੀ ਦੀ ਗੱਲ ਆ ਜਾਂਦੀ ਹੈ ਵੀ ਜੇ ਕਿਤੇ ਉਹਨਾਂ ਪਿੰਡਾਂ ਦਾ ਜਿਹੜਾ ਮਾਮਲਾ ਹੈਗਾ ਉਹ ਕਿਸੇ ਅਸਾਈਨੀ ਨੂੰ ਰਿਵਾਰਡ ਵਜੋਂ ਕਿਸੇ ਫੌਜੀ ਨੂੰ ਜਾਂ ਕਿਸੇ ਜ਼ਗੀਰਦਾਰ ਨੂੰ
ਜਾਂ ਕਿਸੇ ਹੋਰ ਵਿਅਕਤੀ ਨੂੰ ਰਿਵਾਰਡ ਵਜੋਂ ਗਵਰਨਮੈਂਟ ਵੱਲੋਂ ਦਿੱਤਾ ਗਿਆ ਪੇ ਕੀਤਾ ਜਾਣਾ ਹੈ, ਤਾਂ ਜਿਹੜਾ ਅਸਾਈਨੀ ਹੈਗਾ ਉਹ ਜਾ ਕੇ ਆਪਣਾ ਉੱਥੇ ਨੰਬਰਦਾਰ ਦੀ ਹਾਜ਼ਰੀ ਦੇ ਵਿੱਚ ਅਪਰੇਜਮੈਂਟ ਕਰਵਾਏਗਾ, ਅਪਰੇਜਮੈਂਟ ਨਹੀਂ ਕਰਵਾਏਗਾ, ਇਨ ਕਾਈਂਡ ਦੇ ਵਿੱਚ ਹਿੱਸਾ ਬਣਵਾ ਕੇ ਆਪਦਾ ਜਿਹੜਾ ਲੈਂਡ ਰੈਵਨਿਊ ਹੈ ਉਹ ਲਏਗਾ, ਫਸਲ ਦਾ ਹਿੱਸਾ ਲਏਗਾ। ਨੈਕਸਟ ਹੈਗਾ ਸੀ ਰੂਲ 55, ਅਸਾਈਨੀਜ਼ ਅਲਾਉਡ ਟੂ ਕਲੈਕਟ ਮਸਟ ਰਿਸੀਵ ਪੇਮੈਂਟ ਫਰੋਮ ਦਾ ਹੈਡਮੈਨ। ਰੂਲ 55 ਹੈ ਜੀ, ਇੱਥੇ ਇਹ ਕਿਹਾ ਗਿਆ ਹੈਗਾ ਵੀ ਜਿਹੜੀ ਵੀ ਜਦੋਂ ਵੀ ਕਿਤੇ ਅਸਾਈਨੀ ਨੇ ਕੋਈ ਸਪੈਸ਼ਲ ਪ੍ਰਬੰਧ ਕੀਤੇ ਹੋਏ ਹੋਣ, ਜਿਵੇਂ ਕਿ ਆਪਾਂ ਉੱਪਰ ਪਹਿਲੇ ਸੈਕਸ਼ਨ 'ਚ ਪੜ੍ਹਿਆ ਸੀਗਾ 52 ਦੇ ਵਿੱਚ ਪੜ੍ਹਿਆ ਸੀਗਾ ਵੀ ਕਿਤੇ ਜਿਹੜਾ ਅਸਾਈਨੀ ਆ ਉਹ ਕਿਤੇ ਸਪੈਸ਼ਲ ਪ੍ਰਬੰਧ ਕਰਦਾ ਹੈ ਵੀ ਮਾਮਲਾ ਇਸ ਪਾਰਟੀਕੂਲਰ ਪਿੰਡ ਦੇ ਵਿੱਚ ਇੱਥੇ ਇਕੱਠਾ ਕੀਤਾ ਜਾਵੇ ਤੇ ਆਪਦੇ ਪੱਧਰ ਤੇ ਉਹ ਇੰਤਜ਼ਾਮ ਕਰਦਾ ਹੈ, ਤਾਂ ਕੀ ਹੁੰਦਾ ਹੈ ਉਹਦੇ ਵਿੱਚ ਜਿਹੜਾ ਉਹ ਡਾਇਰੈਕਟਲੀ ਤੌਰ ਤੇ ਜਿਹੜਾ ਹੈਗਾ ਅਸਾਈਨੀ ਨੂੰ ਪੇਮੈਂਟ ਨਹੀਂ ਕੀਤੀ ਜਾਂਦੀ, ਪਹਿਲਾਂ ਉਹ ਜਿਹੜੀ ਪੇਮੈਂਟ ਹੈਗੀ ਹੈ ਉਹ ਨੰਬਰਦਾਰ ਨੂੰ ਕੀਤੀ ਜਾਂਦੀ ਹੈ, ਫਿਰ ਫਰਦਰ ਨੰਬਰਦਾਰ ਵੱਲੋਂ ਹੀ ਉਸ ਨੂੰ ਅਸਾਈਨ ਕੀਤੀ ਜਾਂਦੀ ਹੈ ਤੇ ਨੰਬਰਦਾਰ ਤੋਂ ਜਿਹੜੀ ਹੈਗੀ ਹੈ ਅਮਾਊਂਟ ਪੇ ਕਰਕੇ ਅਸਾਈਨੀ ਨੂੰ ਉਹਦੀ ਜਿਹੜੀ ਰਸੀਦ ਹੈ ਉਹ ਨੰਬਰਦਾਰ ਵੱਲੋਂ ਲਈ ਜਾਂਦੀ ਹੈ। पचवंजा का क्लॉज 2 हैगी है, 2 सब सैक्शन 55 रूल की अगे सब रूल 2 हैगा, ਉਹਦੇ ਵਿੱਚ ਕਿਹਾ ਗਿਆ ਵੀ ਜੇਕਰ ਕਿਤੇ ਕਿਸੇ ਕਾਰਨ ਜਿਹੜਾ ਅਸਾਈਨੀ ਹੈ ਉਹ ਆਪਣਾ ਜਿਹੜਾ ਲੈਂਡ ਰੈਵਨਿਊ ਦਾ ਜਿਹੜਾ ਹਿੱਸਾ ਹੈ ਜਿਹੜਾ ਉਹਨੂੰ ਅਸਾਈਨ ਕੀਤਾ ਗਿਆ ਉਹ ਲੈਣ ਦੇ ਵਿੱਚ ਫੇਲ ਹੋ ਜਾਂਦਾ ਹੈ। ਫੇਲ ਦਾ ਮਤਲਬ ਇਹ ਹੈ ਵੀ ਕਿਸੇ ਕਾਰਨ ਨੰਬਰਦਾਰ ਤੋਂ ਉਹ ਨਹੀਂ ਲੈਂਦਾ ਜਾਂ ਉਹ ਪਿੰਡ ਵਿੱਚ ਨਹੀਂ ਇਸ ਵੇਲੇ ਅਵੇਲੇਬਲ ਨਹੀਂ ਹੈਗਾ, ਤਾਂ ਕੀ ਹੈਗਾ ਉਹ ਜਿਹੜਾ ਸ਼ੇਅਰ ਹੈ ਉਸ ਅਸਾਈਨੀ ਦਾ, ਜ਼ਗੀਰਦਾਰ ਦਾ ਜਾਂ ਕਿਸੇ ਫੌਜੀ ਦਾ ਜਿਹੜਾ ਉਹ ਸ਼ੇਅਰ ਹੈ ਉਹ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋ ਜਾਂਦਾ ਹੈ। ਜਦੋਂ ਵੀ ਕਿਤੇ ਆ ਕੇ ਉਹ ਬੰਦਾ ਆਪਦਾ ਡਿਮਾਂਡ ਕਰਦਾ ਤਾਂ ਉਸ ਨੂੰ ਸਰਕਾਰ ਦੇ ਖਾਤੇ ਦੇ ਵਿੱਚੋਂ ਟ੍ਰੈਜਰੀ ਦੇ ਵਿੱਚੋਂ ਰੈਵਨਿਊ ਆਫਿਸਰ ਵੱਲੋਂ ਪੇ ਕੀਤਾ ਜਾਂਦਾ ਹੈ। ਰੂਲ 56 ਹੈ ਜੀ, ਆਰਡਰ ਅਲਾਉਇੰਗ ਅਸਾਈਨੀ ਟੂ ਰੀਅਲਾਈਜ਼ ਡਾਇਰੈਕਟ ਮੇ ਬੀ ਕੈਂਸਲਡ ਬਾਈ ਦਾ ਕਲੈਕਟਰ। ਜਿਵੇਂ ਕਿ ਸੈਕਸ਼ਨ ਰੂਲ 52 ਦੇ ਵਿੱਚ ਕਲੈਕਟਰ ਨੇ ਪਰਮਿਸ਼ਨ ਕੀਤਾ ਸੀ, ਪਰਮਿਟ ਕੀਤਾ ਸੀਗਾ ਅਸਾਈਨੀ ਨੂੰ ਵੀ ਹਾਂ ਤੁਸੀਂ ਕਿਸੇ ਪਾਰਟੀਕੂਲਰ ਪਿੰਡ ਦੇ ਵਿੱਚ ਜਾ ਕੇ ਤੁਸੀਂ ਆਪਦੇ ਪੱਧਰ ਤੇ ਜਿਹੜਾ ਹੈਗਾ ਜਿੱਥੇ ਤੈਨੂੰ ਲੈਂਡ ਰੈਵਨਿਊ ਪੇ ਕੀਤਾ ਜਾਣਾ ਜਿਹਨਾਂ ਪਿੰਡਾਂ ਦੇ ਵਿੱਚ, ਉੱਥੇ ਪਿੰਡਾਂ ਦੇ ਵਿੱਚ ਤੂੰ ਪ੍ਰਬੰਧ ਕਰ ਸਕਦਾ ਹੈ, ਤੂੰ ਕਰੈਕਸ਼ਨ ਕਰ ਸਕਦਾ ਹੈ। ਪਰ ਐਸਾ ਜਿਹੜਾ ਆਰਡਰ ਹੈ ਕਲੈਕਟਰ ਵੱਲੋਂ ਕੀਤਾ ਜਾਂਦਾ ਹੈ, ਪਰ ਕਲੈਕਟਰ ਵੱਲੋਂ 56 ਦੇ ਵਿੱਚ ਜੇਕਰ ਕਲੈਕਟਰ ਨੂੰ ਲੱਗੇ ਵੀ ਇਹ ਜਿਹੜੇ ਪ੍ਰਬੰਧ ਨੇ ਸਹੀ ਨਹੀਂ ਹੈਗੇ, ਠੀਕ ਨਹੀਂ ਹੈਗੇ ਤੇ ਇਸ ਤਰੀਕੇ ਨਾਲ ਜਿਹੜਾ ਲੈਂਡ ਰੈਵਨਿਊ ਇਕੱਠਾ ਕੀਤਾ ਜਾਣਾ ਵਾਜਬ ਨਹੀਂ ਹੈਗਾ ਜਾਂ ਪਿੰਡਾਂ ਦੇ ਲੋਕਾਂ ਨੂੰ ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ, ਠੀਕ ਹੈ, ਤਾਂ ਇਹ ਵਾਲਾ ਆਰਡਰ ਹੈਗਾ ਰੂਲ 56 ਦੇ ਤਹਿਤ ਕਲੈਕਟਰ ਵੱਲੋਂ ਜਿਹੜਾ ਹੈਗਾ ਕੈਂਸਲ ਕੀਤਾ ਜਾ ਸਕਦਾ ਹੈ। ਨੈਕਸਟ ਰੂਲ 57 ਪੜ੍ਹਦੇ ਹਾਂ ਜੀ, ਅਸਾਈਨਡ ਲੈਂਡ ਰੈਵਨਿਊ ਕੈਪਟ ਇਨ ਡਿਪੋਜ਼ਿਟ। ਇਹ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਪੜ੍ਹ ਕੇ ਹਟੇ ਆ, ਦੁਬਾਰਾ ਫਿਰ ਰਿਪੀਟ ਹੈ ਵੀ ਜਿਹੜਾ ਅਸਾਈਨ ਕੀਤਾ ਗਿਆ ਲੈਂਡ ਰੈਵਨਿਊ ਹੈ ਜਦੋਂ ਤੱਕ ਕਿਸੇ ਵਿਅਕਤੀ ਨੂੰ ਨਹੀਂ ਦਿੱਤਾ ਜਾਂਦਾ ਉਹ ਤਹਿਸੀਲ ਦੇ ਵਿੱਚ ਹੱਕ ਕੁਲ ਤਹਿਸੀਲ ਦੇ ਵਜੋਂ ਜਮ੍ਹਾਂ ਹੋ ਜਾਂਦਾ ਹੈ, ਤਹਿਸੀਲ ਦੇ ਜਮ੍ਹਾਂ ਹੋ ਜਾਂਦਾ ਹੈ। ਬਾਸਲ ਬਾਕੀ ਮਿਸ ਕੋਲ ਜ਼ਿਆਦਾਤਰ ਜੋ ਪ੍ਰੈਕਟਿਸ ਚੱਲਦੀ ਸੀਗੀ, ਪ੍ਰੈਕਟਿਸ ਇਹ ਚੱਲਦੀ ਆਪਣੇ ਪਿੰਡਾਂ 'ਚ, ਹੁਣ ਸ਼ਾਇਦ ਕਿਸੇ ਨੇ ਦੇਖੀ ਹੋਵੇ ਚਾਹੇ ਨਹੀਂ ਦੇਖੀ ਹੋਵੇ, ਪ੍ਰੈਕਟਿਸ ਇਹ ਚੱਲਦੀ ਸੀ ਜਦੋਂ ਨੰਬਰਦਾਰ ਅਰਜ਼ਰ ਸਾਲ ਲੈ ਕੇ ਆਉਂਦਾ ਸੀ ਪਟਵਾਰੀ ਹਲਕਾ ਵੱਲੋਂ ਬਣਾਈ ਹੋਈ, ਤਾਂ ਅਰਜ਼ਰ ਸਾਲ ਦੇ ਵਿੱਚ ਸਪੈਸੀਫਾਈ ਕੀਤਾ ਹੁੰਦਾ ਸੀ ਵੀ ਇੰਨੀ ਰਕਮ ਐਜ਼ ਏ ਜ਼ਗੀਰ ਹੈਗੀ ਹੈ, ਠੀਕ ਹੈ, ਲੈ ਕੇ ਤਾਂ ਨੰਬਰਦਾਰ ਆ ਰਿਹਾ ਪਟਵਾਰੀ ਹਲਕਾ ਵੱਲੋਂ ਅਰਜ਼ਰ ਸਾਲ ਲਿਖਵਾ ਕੇ ਉਹਦੇ ਵਿੱਚ ਲਿਖਿਆ ਜਾਏਗਾ ਜੇਕਰ ਉਸ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਕਿਸੇ ਜ਼ਗੀਰਦਾਰ ਨੂੰ ਕੋਈ ਰਕਮ ਦਿੱਤੀ ਜਾਣੀ ਹੈ ਤਾਂ ਪਟਵਾਰੀ ਹਲਕਾ ਵੱਲੋਂ ਹੀ ਅਰਜ਼ਰ, ਹਾਂਜੀ ਅਰਜ਼ ਅਰਸਾਲ, ਅਰਜ਼ ਅਰਸਾਲ, ਆੜਾ ਰਾਰਾ ਜੱਜਾ, ਅਰਜ਼ ਆੜਾ ਰਾਰਾ ਜੱਜਾ ਅਰਜ਼, ਫਿਰ ਅਰਸਾਲ, ਆੜਾ ਰਾਰਾ ਜੱਜਾ ਅਰਜ਼, ਫਿਰ ਹੈ ਅਰਸਾਲ, ਆੜਾ ਰਾਰਾ ਸੱਸੇ ਨੂੰ ਕੋਨਾ ਲੱਲਾ, ਅਰਜ਼ ਅਰਸਾਲ। ਇਹ ਦੇਖੋ ਸਾਰੇ ਪਟਵਾਰੀ ਹਲਕਾ ਨੂੰ, ਸਾਰੇ ਕਾਨੂੰਨ ਸਾਹਿਬਾਨ ਨੂੰ ਤਾਂ ਪਤਾ ਇਸ ਬਾਰੇ, ਜਿਹੜਾ ਕਲੈਰੀਕਲ ਕੇਡਰ ਤੋਂ ਜਿਹੜੇ ਐਜ ਅਸਿਸਟੈਂਟ ਵਗੈਰਾ ਸਾਡੇ ਕੁਛ ਬੰਦੇ ਹੈਗੇ ਨੇ ਉਹਨਾਂ ਨੂੰ ਸ਼ਾਇਦ ਇਸ ਬਾਰੇ ਨਹੀਂ ਹੈਗਾ, ਪਤਾ ਹੋਏਗਾ। ਅਰਜ਼ ਸਾਲ ਪਟਵਾਰੀ ਹਲਕਾ ਵੱਲੋਂ ਬਣਾ ਕੇ ਦਿੱਤੀ ਜਾਂਦੀ ਹੈ ਜੇ ਕਿਸੇ ਪਿੰਡ ਦੇ ਵਿੱਚ ਕੋਈ ਰਕਮ ਮਾਮਲੇ ਦੇ ਵਿੱਚੋਂ ਕਿਸੇ ਜ਼ਗੀਰਦਾਰ ਨੂੰ ਦਿੱਤੀ ਜਾਣੀ ਹੁੰਦੀ ਹੈ ਤਾਂ ਪਟਵਾਰੀ ਹਲਕਾ ਵੱਲੋਂ ਅਰਜ਼ ਸਾਲ ਦੇ ਵਿੱਚ ਸਪੈਸੀਫਾਈ ਕੀਤਾ ਹੁੰਦਾ ਹੈ ਵੀ ਇਸ ਨੰਬਰਦਾਰ ਦੇ ਖਾਤੇ ਦੇ ਵਿੱਚ ਇੰਨੀ ਜਿਹੜੀ ਅਮਾਊਂਟ ਹੈ ਇਹ ਫਲਾਣੇ ਜ਼ਗੀਰਦਾਰ ਨੂੰ ਦਿੱਤੀ ਜਾਣੀ ਹੈ, ਤਾਂ ਜਿਹੜਾ ਤਹਿਸੀਲ ਰੈਵਨਿਊ ਅਕਾਊਂਟੈਂਟ ਹੈ ਫਸਲ ਬਾਕੀ ਨਵੀਸ ਹੈ ਉਹ ਉਹਨੇ ਜਿਹੜੇ ਪੈਸੇ ਹੈਗੇ ਆ ਉਹ 34 ਆਪਣੇ ਪਾਸ ਰੱਖ ਲੈਂਦਾ ਆਪਣੇ ਬੁੱਕ ਵਿੱਚ ਲਿਖ ਕੇ ਵੀ ਇੰਨੀ ਜਿਹੜੀ ਅਮਾਊਂਟ ਹੈ ਉਹ ਜ਼ਗੀਰਦਾਰ ਦੀ ਹੈ,
ਜਦੋਂ ਵੀ ਸਾਰੀ ਜਗੀਰਦਾਰ ਦੀ ਰਕਮ ਉਸ ਕੋਲ ਇਕੱਠੀ ਹੋ ਜਾਂਦੀ ਹੈ, ਅਲੱਗ-ਅਲੱਗ ਪਿੰਡਾਂ ਦੀ ਜਗੀਰਦਾਰ ਦੀ ਰਕਮ ਹੁੰਦੀ ਹੈ, ਜਦੋਂ ਇਕੱਠੀ ਹੋ ਜਾਂਦੀ ਹੈ ਤਾਂ ਜਗੀਰਦਾਰ ਦਾ ਇੱਕ ਰਜਿਸਟਰ ਲਗਾਇਆ ਜਾਂਦਾ ਹੈ ਵਸਲਵਾਕੀ ਨਵੀਸ ਨੇ। ਜਦੋਂ ਵੀ ਜਗੀਰਦਾਰ ਉਹ ਆਪਣਾ ਆਉਂਦਾ ਹੈਗਾ ਤਾਂ ਉਸ ਨੂੰ ਜਗੀਰਦਾਰ ਨੂੰ ਉਹ ਜਿਹੜੀ ਰਕਮ ਹੈਗੀ ਹੈ ਵਸਲਵਾਕੀ ਨਵੀਸ ਵੱਲੋਂ ਅਦਾ ਕੀਤੀ ਜਾਂਦੀ ਹੈ ਤੇ ਉਹਦੀ ਰਜਿਸਟਰ ਦੇ ਵਿੱਚ ਰਸੀਦ ਲੈ ਲਈ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਜਦੋਂ ਜਗੀਰਦਾਰ ਦਾ ਅਸਾਈਨੀ ਦਾ ਜਾਂ ਕਿਸੇ ਦਾ ਵੀ ਜਿਹਨੂੰ ਰੈਵਨਿਊ ਦੇਣਾ ਹੁੰਦਾ ਅੱਜ ਸਾਲ ਤੋਂ ਕਲੀਅਰ ਹੋ ਜਾਂਦਾ ਉਹਦੀ ਇਨਫੋਰਮੇਸ਼ਨ। ਪਹਿਲਾਂ ਅਸੀਂ ਡਿਮਾਂਡ ਬਣਾਉਂਦੇ ਸੀ ਵੀ ਡਿਸਟ੍ਰਿਕਟ ਲੈਵਲ ਤੇ ਡਿਮਾਂਡ ਉਹਦੀ ਬਣਦੀ ਸੀ ਜਾਂ ਡਿਵੀਜ਼ਨ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਉਹਦੀ ਡਿਮਾਂਡ ਬਣਦੀ ਸੀ ਹਰ ਮਾਮਲੇ ਦੀ ਜਿੰਨਾ ਜਮ੍ਹਾਂ ਹੋਣਾ ਜੀ ਹਾਂ। ਇਹਦੀ ਤਾਂ ਇਨਫੋਰਮੇਸ਼ਨ ਮਿਲ ਗਈ ਅਸਾਈਨੀ ਦੀ, ਤਾਂ ਫਿਰ ਇਹ ਡਿਫਰੈਂਸ਼ੀਏਟ ਕਰਤਾ ਵੀ ਆ ਜੇ ਅਸਾਈਨੀ ਦੀ ਆ ਗਵਰਨਮੈਂਟ ਦੇ ਖਾਤੇ ਜਮ੍ਹਾਂ ਹੋਣੀ ਹੈ। ਜਿਹੜਾ ਕਮਿਸ਼ਨਰ ਲੈਵਲ ਤੇ ਤੁਸੀਂ ਕਿਹਾ ਵੀ ਵੱਖਰੇ ਡਿਸਟ੍ਰਿਕਟ ਦਾ ਕਿਤੇ ਵੀ ਹੋਰ ਖਜ਼ਾਨਾ ਬਣਾਦਾ, ਉਹਦੀ ਇਨਫੋਰਮੇਸ਼ਨ ਕਿੱਦਾਂ ਮਿਲਦੀ ਸੀ ਉਸ ਜ਼ਿਲ੍ਹੇ? That is only for the purpose to collect the land revenue information ਸਾਰੀ ਪਟਵਾਰੀ ਹਲਕਾ ਵੱਲੋਂ ਜਾਂਦੀ ਸੀਗੀ। ਠੀਕ ਹੈ, ਉਸ ਤੋਂ ਬਾਅਦ ਵਸਲਵਾਕੀ ਨਵੀਸ ਕੋਲ ਜਾਂਦੀ ਸੀ, ਉੱਥੇ ਤਾਂ ਜਾ ਕੇ ਸਿਰਫ ਜਮ੍ਹਾਂ ਕਰਾਉਣ ਦੀ ਗੱਲ ਹੁੰਦੀ ਸੀ। ਇਨਫੋਰਮੇਸ਼ਨ ਸਾਰੀ ਕੰਸਰਨਡ ਤਹਿਸੀਲ ਤੋਂ ਹੋ ਕੇ ਜਾਏਗੀ। ਅਰਜਨ ਸਾਹਿਬ ਤਹਿਸੀਲਦਾਰ ਪਟਵਾਰੀ ਹਲਕਾ ਬਣਾਏਗਾ। ਹਾਂਜੀ ਹਾਂਜੀ, ਮੇਰਾ ਪੁਆਇੰਟ ਇਹ ਹੈ ਅਰਜਨ ਸਾਹਿਬ ਪਟਵਾਰੀ ਹਲਕਾ ਬਣਾਏਗਾ। ਅਰਜਨ ਸਾਹਿਬ ਬਣਾਤੀ ਉਹਨੂੰ ਟੀਆਰਐਮ ਨੇ ਜਿਹੜਾ ਤਹਿਸੀਲ ਰੈਵਨਿਊ ਅਕਾਊਂਟੈਂਟ ਉੱਥੇ ਹੁੰਦਾ ਬੈਠਾ, ਉਹਨੇ ਟੈਲੀ ਕਰ ਲਿਆ ਆਪਣੇ ਤਹਿਸੀਲ ਚ ਟੈਲੀ ਹੋ ਗਿਆ। ਸਬਮਿਟ ਕਰਾ ਜੀ ਆਪਣੀ ਤਹਿਸੀਲ ਦੇ ਵਿੱਚ ਟੈਲੀ ਕਰਾ ਲਿਆ, ਉਹਨੂੰ ਟੈਲੀ ਕਰਾ ਕੇ ਜਿਹੜੀ ਜਗ੍ਹਾ ਬਣਦੀ ਉੱਥੇ ਜਮ੍ਹਾਂ ਕਰਾਤਾ ਜੀ। ਪਰ ਇਨਫੋਰਮੇਸ਼ਨ ਤਾਂ ਨਹੀਂ ਮਿਲੀ ਵੀ ਪੈਸੇ ਜਮ੍ਹਾਂ ਹੋ ਗਏ। ਉੱਥੋਂ ਦੁਬਾਰਾ ਰਿਵਰਸ ਕੀ ਤਰੀਕਾ ਸੀਗਾ ਬਾਹਰਲੇ ਡਿਸਟ੍ਰਿਕਟ? ਦੇਖੋ ਉਸ ਵੇਲੇ ਇਹ ਸੀਗਾ ਤਰੀਕਾ ਵੀ ਜਿਹੜਾ ਨੰਬਰਦਾਰ ਸੀ ਤੋਂ ਪੈਸੇ ਜਮ੍ਹਾਂ ਕਰਾਉਣ ਜਾਂਦਾ ਸੀ, ਆਪਦੀ ਇੱਕ ਰਸੀਦ ਲੈ ਕੇ ਆਉਂਦਾ ਸੀ। ਉਸ ਵੇਲੇ 3 ਫਾਰਮੇ ਭਰੇ ਜਾਂਦੇ ਸੀਗੇ। ਠੀਕ ਹੈ, 2 ਨੂੰ ਵਾਪਸ ਹੁੰਦੇ ਸੀਗੇ, ਇੱਕ ਅੱਗੇ ਉਹ ਤਹਿਸੀਲ 'ਚ ਜਮ੍ਹਾਂ ਕਰਾਉਂਦਾ ਸੀਗਾ, ਇੱਕ ਆਪਣੇ ਕੋਲ ਰੱਖਦਾ ਸੀਗਾ, ਇੱਕ ਖਜ਼ਾਨੇ 'ਚ ਰਹਿ ਜਾਂਦਾ ਸੀ। ਇਹੀ ਤਰੀਕਾ ਸੀਗਾ। ਹੁਣ ਜਿਵੇਂ ਅਸੀਂ ਕਹਿ ਰਹੇ ਹਾਂ, ਹੁਣ ਆਪਣੀ ਵੈਰੀਫਿਕੇਸ਼ਨ ਖਜ਼ਾਨੇ 'ਚ ਹੁੰਦੀ ਹੈ, ਰੀਕਨਸੀਲੇਸ਼ਨ ਜਿਹਨੂੰ ਕਹਿੰਦੇ ਆ, ਹੁਣ ਰੀਕਨਸੀਲੇਸ਼ਨ ਹੁੰਦੀ ਹੈ ਖਜ਼ਾਨੇ ਦੇ ਵਿੱਚ। ਵਸਲਵਾਕੀ ਨਵੀਸ ਹਰ ਹਫ਼ਤੇ ਜਾਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਉਹ ਖਜ਼ਾਨੇ 'ਚ ਜਾਂਦਾ ਹੈ। ਉਹ ਕਿਹੜੇ ਹੈਡ ਦੇ ਅੰਦਰ 0029 07 0029 ਅੱਗੇ 06 ਜਿੰਨੇ ਵੀ ਹੈਗੇ ਨੇ 0070 ਹੈਗਾ ਹੈਡ ਹੁੰਦਾ। ਠੀਕ ਹੈ, ਤੇ ਸਾਰੇ ਹੈਡਾਂ ਦੇ ਵਿੱਚ ਜਿਹੜੇ ਹੈਗੀ ਉਹਦੀ ਰੀਕਨਸੀਲੇਸ਼ਨ ਕਰਵਾਉਂਦਾ ਹੈ ਵਸਲਵਾਕੀ ਨਵੀਸ ਜਾ ਕੇ ਖਜ਼ਾਨੇ ਦੇ ਵਿੱਚ। ਠੀਕ ਹੈ ਜੀ, ਉਹਦੇ ਅਕੋਰਡਿੰਗ ਆਪਣਾ ਜਿਹੜਾ ਰਜਿਸਟਰ ਹੈਗਾ ਉਹ ਮੇਨਟੇਨ ਕਰਦੇ ਨੇ। ਤੇ ਇਹ ਤਾਂ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਉਸ ਜ਼ਮਾਨੇ ਦੇ ਵਿੱਚ ਹੈਗਾ ਸੀਗਾ ਪੇਮੈਂਟ ਦੀ ਰਿਕਵਰੀ ਦੇ ਤਰੀਕੇ ਵੀ ਕਿੱਥੇ ਰਿਕਵਰੀ ਪੇਮੈਂਟ ਡਿਸਪਰਸ ਕਿਵੇਂ ਕਰਾਉਣੀ ਹੈਗੀ ਹੈ। ਸਿਸਟਮ ਸਾਰਾ ਉਹੀ ਚੱਲੇਗਾ, ਪਟਵਾਰੀ ਹਲਕਾ ਤੋਂ ਚੱਲੇਗਾ, ਪਟਵਾਰੀ ਹਲਕਾ ਵਸਲਵਾਕੀ ਨਵੀਸ। ਦੈਨ ਅੱਗੇ ਜਾ ਕੇ ਸਿਰਫ ਡਿਪੋਜ਼ਿਟ ਦੀ ਗੱਲ ਕੀਤੀ ਗਈ ਸੀ ਵੀ ਕਿੱਥੇ ਡਿਪੋਜ਼ਿਟ ਹੋ ਸਕਦੀ ਹੈ। ਠੀਕ ਹੈ ਜੀ, ਅੱਗੇ ਹੈਗਾ ਜੀ ਹੱਕੁਲ ਤਹਿਸੀਲ। ਹਾਂਜੀ, ਮੈਂ ਚੱਲ ਰਿਹਾ ਉਹੀ ਗੱਲ ਪੜ੍ਹਨ ਲੱਗਿਆ ਸੀ ਅਜੇ। ਜਦੋਂ ਕਿਸੇ ਅਸਾਈਨੀ ਨੂੰ ਪੇਮੈਂਟ ਕੀਤੀ ਜਾਣੀ ਹੈ, ਠੀਕ ਹੈ, ਅਸਾਈਨੀ ਦੀ ਪੇਮੈਂਟ ਕਰਨ ਦੇ ਲਈ ਅਸਾਈਨੀ ਮੰਨ ਲਓ ਨਹੀਂ ਆਇਆ ਹੈਗਾ, ਅਸਾਈਨੀ ਦੀ ਪੇਮੈਂਟ ਇਕੱਠੀ ਹੋ ਕੇ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੋ ਗਈ, ਤਾਂ ਜਦੋਂ ਉਸ ਨੂੰ ਪੇਮੈਂਟ ਦਿੱਤੀ ਜਾਣੀ ਹੈ ਤਾਂ ਹੱਕੁਲ ਤਹਿਸੀਲ ਸਬ ਰੂਲ 2 ਰੂਲ 57 ਦਾ ਸਬ ਰੂਲ 2 ਕਹਿੰਦਾ ਵੀ ਉੱਥੇ ਹੱਕੁਲ ਤਹਿਸੀਲ ਸੀ ਜਿਹੜੀ, ਮਤਲਬ ਕਹਿਣ ਦਾ ਭਾਵ ਹੈ ਤਹਿਸੀਲ ਦੇ ਖਰਚੇ ਰਕਮ ਆਈ, ਕਲੈਕਸ਼ਨ ਕੀਤੀ, ਪਟਵਾਰੀ ਹਲਕਾ ਨੇ ਅਰਜ਼ੀ ਬਣਾਈ, ਉਹਦੀ ਚਲੋ ਆ ਕੇ ਤਹਿਸੀਲ ਦੇ ਵਿੱਚ ਰਿਜ਼ਰਵ ਰੱਖੀ ਪੇਮੈਂਟ। ਠੀਕ ਹੈ, ਉਸ ਤੋਂ ਬਾਅਦ ਉਸਨੂੰ ਦਿੱਤੀ, ਤੇ ਇਸ ਜਿਹੜੇ ਖਰਚੇ ਸੀਗੇ ਇਹਦੇ ਵਿੱਚ ਜਿਹੜੀ ਅਸਾਈਨੀ ਨੂੰ ਪੇਮੈਂਟ ਦੇਣੀ ਸੀ ਉਹਦੇ ਵਿੱਚੋਂ 2% ਜਿਹੜੀ ਰਕਮ ਹੈਗੀ ਹੈ ਐਜ਼ ਏ ਹੱਕੁਲ ਤਹਿਸੀਲ ਦਾ ਖਰਚਾ 2% ਉਦੋਂ ਕੱਟ ਕੇ ਬਾਕੀ ਰਕਮ ਜਿਹੜਾ ਅਸਾਈਨੀ ਸੀ ਉਹਨੂੰ ਪੇ ਕੀਤੀ ਜਾਂਦੀ ਹੈ। ਠੀਕ ਹੈ ਜੀ, ਹੱਕੁਲ ਤਹਿਸੀਲ ਦੇ ਖਰਚੇ। ਠੀਕ ਹੈ ਜੀ, ਇਹਦਾ ਕੋਈ ਹੈਡ ਬਣਿਆ ਹੋਇਆ ਹੋਣਾ ਜਿੱਥੇ ਜਮ੍ਹਾਂ ਹੁੰਦੇ ਸੀਗੇ ਇਹ ਹੱਕੁਲ ਤਹਿਸੀਲ ਵਿੱਚ 2% ਜਿਹੜਾ ਖਰਚਾ ਸੀਗਾ ਉਹ ਅਸਾਈਨੀ ਤੋਂ ਪੇਮੈਂਟ ਲਈ ਜਾਂਦੀ ਸੀਗੀ। ਨੈਕਸਟ ਹੈ ਜੀ 58 ਸਪੈਸ਼ਲ ਅਰੇਂਜਮੈਂਟਸ ਫॉर द ਪੇਮੈਂਟ ਇਨਟੂ द ਡਿਸਟ੍ਰਿਕਟ ਟ੍ਰੈਜਰੀ ਕੰਡੀਸ਼ਨਲ ਔਨ द ਪੰਕਚੁਅਲਿਟੀ। ਜਿੱਥੇ ਕਿਤੇ ਡਿਸਟ੍ਰਿਕਟ ਟ੍ਰੈਜਰੀ ਦੀ ਗੱਲ ਕੀਤੀ ਹੈ ਇੱਥੇ ਆ ਕੇ ਵੀ ਜਿੱਥੇ ਡਿਸਟ੍ਰਿਕਟ ਟ੍ਰੈਜਰੀ ਦੇ ਵਿੱਚ ਸਪੈਸ਼ਲ ਤੌਰ ਤੇ ਅਰੇਂਜਮੈਂਟ ਕੀਤਾ ਜਾਂਦਾ ਸੀ। ਸਪੈਸ਼ਲ ਅਰੇਂਜਮੈਂਟ ਕੀ, ਇੱਕ ਵੱਖਰਾ ਬੰਦਾ ਬਿਠਾ ਦਿੱਤਾ ਜਾਂਦਾ ਸੀਗਾ ਕਲੈਕਟਰ ਵੱਲੋਂ ਵੀ ਜਿੰਨਾ ਵੀ ਨੰਬਰਦਾਰ ਆਉਣਗੇ ਪੈਸੇ ਜਮ੍ਹਾਂ ਕਰਾਉਣ ਦੇ ਲਈ ਜ਼ਿਲ੍ਹੇ ਦੇ, ਤੁਸੀਂ ਇਹਨਾਂ ਦਾ ਸਾਰਾ ਦੇਖਣਾ ਹੈਗਾ।
ਜਿਹੜਾ ਉਹਦਾ ਤਾਲਮੇਲ ਹੁੰਦਾ ਸੀ ਸਾਰੀਆਂ ਤਹਿਸੀਲਾਂ ਦੇ ਮਤਲਬ ਬਾਕੀ ਜ਼ਮੀਨ ਤੇ ਜਿੰਨੀਆਂ ਰਜਿਸਟਰਾਂ ਕੱਟ ਕੇ ਆਉਂਦੀਆਂ ਸੀਗੀਆਂ, ਠੀਕ ਹੈ, ਉਹਨਾਂ ਦਾ ਹਿਸਾਬ ਤਾਂ ਉਹ ਦੇਖ ਕੇ ਉਹ ਪੈਸੇ ਜਮ੍ਹਾਂ ਕਰਵਾਉਂਦਾ ਸੀ। ਇਹਦਾ ਕੋਈ ਨਾ ਕੋਈ ਰੀਜ਼ਨ ਮੇ ਵੀ ਹੋ ਸਕਦਾ, ਕੋਈ ਉਸ ਵੇਲੇ ਕੋਈ ਜ਼ਰੂਰਤ ਪੈਂਦੀ ਹੋਵੇ ਸਮੇਂ ਦੇ ਮੁਤਾਬਕ, ਪਰ ਅੱਜ ਕੱਲ੍ਹ ਤਾਂ ਇਹ ਜ਼ਰੂਰਤ ਨਹੀਂ ਹੈਗੀ ਹੈ। ਤਾਂ ਜਿਹੜਾ ਇੱਦਾਂ ਦਾ ਆਰਡਰ ਸੀਗਾ ਸਪੈਸ਼ਲ ਅਰੇਂਜਮੈਂਟ ਦਾ, ਉਹ ਕਹਿੰਦਾ ਵੀ 58 ਦੇ ਵਿੱਚ ਜੇ ਕਿਤੇ ਨਾ ਲੱਗੇ ਤਾਂ ਠੀਕ ਨਾ ਲੱਗੇ ਤਾਂ ਜਿਹੜਾ ਕਲੈਕਟਰ ਵੱਲੋਂ ਇਹ ਕੈਂਸਲ ਵੀ ਕੀਤਾ ਜਾ ਸਕਦਾ ਸੀ, ਵੀ ਨਹੀਂ ਜਾ ਕੇ ਆਪਣੇ ਤਹਿਸੀਲਾਂ 'ਚ ਜਾ ਕੇ ਪੈਸੇ ਜਮ੍ਹਾਂ ਕਰਵਾਓ। ਇਹ ਜਿਹੜਾ ਸਿਸਟਮ ਹੈਗਾ ਇਹ ਵਾਪਸ ਲੈਂਦੇ ਹਾਂ ਅਸੀਂ। ਇਹ ਜਿਹੜੇ ਆਰਡਰ ਸੀ ਕਲੈਕਟਰ ਵੱਲੋਂ ਵਾਪਸ ਵੀ ਲਏ ਜਾ ਸਕਦੇ ਸੀਗੇ। ਨੈਕਸਟ ਆ ਗਿਆ ਜੀ, ਇਹ ਤਾਂ ਉੱਪਰ ਆ ਗਈ ਸੀ ਲੈਂਡ ਰੈਵਨਿਊ ਦੀ ਗੱਲ, ਲੈਂਡ ਰੈਵਨਿਊ ਦੀ ਗੱਲ, ਜਾਣੀ ਕਿ ਮਾਮਲੇ ਦੀ ਗੱਲ ਕਰਦੇ ਆਪਾਂ, ਠੀਕ ਹੈ, ਜਿਹੜੇ ਉੱਪਰਲੇ ਰੂਲ ਸੀਗੇ। ਹੁਣ ਆ ਗਿਆ ਕਲੈਕਸ਼ਨ ਆਫ ਰੇਟਸ ਐਂਡ ਸੈਸਸ। ਰੇਟਸ ਐਂਡ ਸੈਸਸ, ਰੇਟਸ ਐਂਡ ਸੈਸਸ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ, ਲੈਂਡ ਰੈਵਨਿਊ ਐਕਟ ਦੇ 'ਚ ਹੀ ਪੜ੍ਹ ਕੇ ਹਟਿਆ। ਰੇਟਸ ਐਂਡ ਸੈਸਸ ਕੀ ਹੁੰਦੇ ਆ? ਜਦੋਂ ਕਿਤੇ ਸਪੈਸ਼ਲ ਕੋਈ ਜਿਵੇਂ ਨਹਿਰਾਂ ਨਿਕਲਦੀਆਂ ਨੇ, ਠੀਕ ਹੈ ਜੀ, ਕੋਈ ਸੜਕਾਂ ਬਣਾਈਆਂ ਜਾਂਦੀਆਂ ਨੇ ਲੋਕਲ ਬਾਡੀਜ਼ ਵੱਲੋਂ, ਮਾਰਕੀਟ ਕਮੇਟੀ ਜਾਂ ਡਿਸਟ੍ਰਿਕਟ ਬੋਰਡ ਜਿਹੜਾ ਬਣੇ ਹੁੰਦੇ ਆ, ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀ, ਠੀਕ ਹੈ, ਇਹਨਾਂ ਵੱਲੋਂ ਕੋਈ ਸਪੈਸ਼ਲ ਅਰੇਂਜਮੈਂਟਸ ਕਿਸੇ ਕਿਹਨਾਂ ਪਿੰਡਾਂ 'ਚ ਕੀਤੇ ਜਾਂਦੇ ਨੇ, ਜਾਂ ਕਿਤੇ ਸਪੈਸ਼ਲ ਅਸੈਸਮੈਂਟ ਕੀਤੀ ਜਾਂਦੀ ਹੈ ਕਿਸੇ ਪਿੰਡ ਦੀ, ਤਾਂ ਉਦੋਂ ਕੀ ਹੁੰਦਾ ਹੈ, ਉਹ ਖਰਚਿਆਂ ਦੀ ਪੂਰਤੀ ਦੇ ਲਈ ਜਿਹੜੇ ਹੈਗੇ ਨੇ ਸੈਸਸ ਲਗਾਏ ਜਾਂਦੇ ਆ, ਰੇਟਸ ਲਗਾਏ ਜਾਂਦੇ ਆ, ਸੈਸਸ ਲਗਾਏ ਜਾਂਦੇ ਆ, ਤਾਂ ਕਿ ਉਹ ਜਿਹੜੇ ਖਰਚੇ ਆ ਉਸ ਕੰਮ ਦੇ ਲਈ ਲੈਂਡ ਓਨਰਸ ਤੋਂ ਜਿਹੜੀ ਹੈਗੀ ਉਹਦੀ ਰਿਕਵਰੀ ਹੋ ਸਕੇ। ਇੱਦਾਂ ਦੇ ਜਿਹੜੇ ਇਹ ਲੈਂਡ ਰੈਵਨਿਊ ਦੀ ਪਰਿਭਾਸ਼ਾ 'ਚ ਨਹੀਂ ਆਉਂਦੇ, ਇਹ ਜਿਹੜੇ ਖਰਚੇ ਹੁੰਦੇ ਆ ਇਹ ਸਪੈਸ਼ਲ ਖਰਚੇ ਹੁੰਦੇ ਆ, ਸੈਸਸ ਹੁੰਦੇ ਆ, ਤੇ ਇਹਨਾਂ ਨੂੰ ਆਪਾਂ ਰੇਟਸ ਕਹਿੰਦੇ ਨੇ। ਜਿਵੇਂ ਕਿ ਹੁਣ ਆਪਾਂ ਲੋਕਲ ਰੇਟ ਦੀ ਗੱਲ ਕਰ ਲਈਏ, ਆਪਾਂ ਤੁਸੀਂ ਪਟਵਾਰੀ ਸਾਰੇ ਕਾਨੂੰਗੋ ਸਾਹਿਬਾਨਾਂ ਨੂੰ ਪਤਾ ਹੈ ਲੋਕਲ ਰੇਟ ਜਿਹੜਾ 60% ਜਿਹੜਾ ਅਮਾਊਂਟ ਸੀਗਾ, ਜਦੋਂ ਅਸੀਂ ਲੋਕਲ ਰੇਟ ਇਕੱਠਾ ਕਰਦੇ ਸੀਗੇ 60% ਜਿਹੜੀ ਅਮਾਊਂਟ ਸੀਗੀ ਉਹਦੀ ਜ਼ਿਲ੍ਹਾ ਪਰਿਸ਼ਦ ਜਮ੍ਹਾਂ ਹੁੰਦੀ ਸੀਗੀ, ਜਿਹੜੀ 40% ਜਿਹੜੀ ਅਮਾਊਂਟ ਹੈ ਉਹ ਜ਼ਿਲ੍ਹਾ ਪੰਚਾਇਤ ਸਮਿਤੀ ਦੇ ਖਾਤੇ ਜਮ੍ਹਾਂ ਹੁੰਦੇ ਸੀ। ਇਹ ਲੋਕਲ ਰੇਟ ਹੁੰਦੇ ਆ, ਉਸ ਲੋਕਲ ਏਰੀਆ ਦੇ ਵਿੱਚ ਜਿਹੜੇ ਖਰਚੇ ਲਗਾਏ ਜਾਂਦੇ ਆ ਕਿਸੇ ਖਰਚੇ ਦੀ ਪੂਰਤੀ ਲਈ, ਕੰਮਾਂ ਦੀ ਪੂਰਤੀ ਦੇ ਲਈ, ਤੇ ਇਹਨਾਂ ਦੀ ਰਿਕਵਰੀ ਦੀ ਗੱਲ ਕੀਤੀ ਗਈ ਹੈ। ਨੰਬਰ ਆਫ ਇੰਸਟਾਲਮੈਂਟਸ ਆਫ ਦਾ ਅਮਾਊਂਟ, ਉਹ ਕਹਿੰਦੇ ਕਿੰਨੀਆਂ ਕਿਸ਼ਤਾਂ ਹੋਣੀਆਂ ਚਾਹੀਦੀਆਂ ਨੇ, ਜੇ ਕਿਸੇ ਪਿੰਡ ਦੇ ਵਿੱਚ ਕੋਈ ਰੇਟ ਜਾਂ ਅਸੈਸਸ ਇਕੱਠਾ ਕਰਨਾ ਹੋਵੇ ਤਾਂ ਉਹਦੀਆਂ ਕਿੰਨੀਆਂ ਕਿਸ਼ਤਾਂ ਹੋਣਗੀਆਂ। ਇਟ ਡਿਪੈਂਡਸ ਅਪੋਨ ਦਾ ਲੈਂਡ ਰੈਵਨਿਊ। ਰੂਲ 59 ਇਹ ਗੱਲ ਕਹਿੰਦਾ ਹੈ ਵੀ ਜੇਕਰ ਉਸ ਇਲਾਕੇ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਿਹੜਾ ਲੈਂਡ ਰੈਵਨਿਊ ਹੈ ਉਹਦੀ ਇੱਕ ਕਿਸ਼ਤ ਦੇ ਤੌਰ ਤੇ ਹੀ ਇਕੱਠਾ ਕੀਤਾ ਜਾਂਦਾ, ਜਾਣੀ ਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਵੀ ਸੌਣੀ ਦੇ ਵਿੱਚ ਹੀ ਮਾਮਲਾ ਇਕੱਠਾ ਕੀਤਾ ਜਾਂਦਾ ਸੀਗਾ। ਦੋ ਪਿੰਡਾਂ 'ਚ ਸੌਣੀ ਤੇ ਹਾੜੀ ਮਾਮਲਾ ਇਕੱਠਾ ਕੀਤਾ ਜਾਂਦਾ ਆਪਣੇ ਏਰੀਆ ਦੇ ਵਿੱਚ। ਕੁਝ ਇਲਾਕਿਆਂ 'ਚ ਮੇ ਵੀ ਹੋ ਸਕਦਾ ਵੀ ਕਿਸੇ ਇੱਕ ਫਸਲ ਤੇ ਹੀ ਸਾਰਾ ਮਾਮਲਾ ਇਕੱਠਾ ਕੀਤਾ ਜਾਂਦਾ ਹੋਵੇ। ਜਿੱਥੇ ਕਿਤੇ ਇੱਕ ਪਿੰਡ ਦੇ ਵਿੱਚ, ਜਿੱਥੇ ਕਿਤੇ ਇੱਕ ਕਿਸ਼ਤ ਦੇ ਵਿੱਚ ਸਾਰਾ ਮਾਮਲਾ ਇਕੱਠਾ ਕੀਤਾ ਜਾਂਦਾ ਹੈ, ਉੱਥੇ ਰੇਟਸ ਐਂਡ ਸੈਸ ਦੀ ਜਿਹੜੀ ਹੈਗੀ ਹੈ ਡਿਮਾਂਡ ਕ੍ਰੀਏਟ ਕੀਤੀ ਜਾਂਦੀ ਹੈ। ਉੱਥੇ ਇੱਕ ਫਸਲ ਇੱਕ ਯਕਮੁਕਤ ਇੱਕੋ ਹੀ ਉਸੇ ਮਾਮਲੇ ਦੇ ਨਾਲ ਹੀ ਜਿਹੜਾ ਹੈਗਾ ਰੇਟ ਐਂਡ ਸੈਸ ਹੈ ਉਹਦੀ ਇੱਕ ਇੰਸਟਾਲਮੈਂਟ ਦੇ ਵਿੱਚ ਹੀ ਉਹ ਕਲੈਕਟ ਕੀਤਾ ਜਾਂਦਾ ਹੈ। ਦੂਜਾ ਹੈਗਾ ਇਹਦਾ ਪੁਆਇੰਟ ਹੈ, ਜਿੱਥੇ ਕਿਤੇ ਸੌਣੀ ਤੇ ਹਾੜੀ ਅਲੱਗ-ਅਲੱਗ ਤੌਰ ਤੇ ਮਾਮਲਾ ਇਕੱਠਾ ਕੀਤਾ ਜਾਂਦਾ ਹੈ, ਠੀਕ ਹੈ, ਉੱਥੇ ਜਿਹੜੀ ਇਹਦੀ ਡਿਮਾਂਡ ਹੈਗੀ ਹੈ ਸੈਸਸ ਦੀ, ਰੇਟਸ ਦੀ, ਉਹਦੀਆਂ ਦੋ ਕਿਸ਼ਤਾਂ ਬਣਾਈਆਂ ਜਾਂਦੀਆਂ ਨੇ। ਜਿਉਂ ਹੀ ਸੌਣੀ 'ਚ ਮਾਮਲਾ ਇਕੱਠਾ ਕੀਤਾ ਜਾਂਦਾ ਹੈ ਉਸੇ ਵੇਲੇ ਉਹਦੀ ਜਿਹੜੀ ਇੱਕ ਕਿਸ਼ਤ ਹੈ ਉਸ ਮਾਮਲੇ ਦੇ ਨਾਲ ਇਕੱਠੀ ਕੀਤੀ ਜਾਂਦੀ ਹੈ। ਜਿਵੇਂ ਕਿ ਇਹ ਪ੍ਰੈਕਟੀਕਲ ਅਸੀਂ ਕਰਦੇ ਰਹੇ ਹਾਂ, ਤੁਸੀਂ ਕਰਦੇ ਰਹੇ ਹੋ, ਸਾਰੇ ਦੇਖਦੇ ਹੋ, ਠੀਕ ਹੈ। ਹਾੜੀ ਦੀ ਕਿਸ਼ਤ ਦੇ ਨਾਲ ਹੀ ਦੂਜੀ ਕਿਸ਼ਤ, ਜਦੋਂ ਹਾੜੀ ਦਾ ਮਾਮਲਾ ਇਕੱਠਾ ਕੀਤਾ ਜਾਂਦਾ ਹੈ ਤਾਂ ਉਹਦੀ ਦੂਜੀ ਕਿਸ਼ਤ ਹੈ ਜਿਹੜੀ ਰੇਟ ਐਂਡ ਸੈਸਸ ਦੀ ਉਸ ਵੇਲੇ ਇਕੱਠੀ ਕੀਤੀ ਜਾਂਦੀ ਹੈ। ਸਿੰਪਲ ਜੀ ਗੱਲ ਹੈ, ਜੇ ਇੱਕ ਕਿਸ਼ਤ ਇਕੱਠਾ ਕੀਤਾ ਜਾਂਦਾ ਇੱਕ ਕਿਸ਼ਤ ਬਣ ਜਾਂਦੀ ਹੈ। ਜੇ ਮਾਮਲਾ ਦੋ ਵਾਰ ਇਕੱਠਾ ਕੀਤਾ ਜਾਂਦਾ ਸਾਲ ਦੇ ਵਿੱਚ ਤਾਂ ਦੋ ਕਿਸ਼ਤਾਂ ਬਣ ਜਾਂਦੀਆਂ। ਰੂਲ 60 ਹੈ ਜੀ, ਰੂਲ 60 'ਚ ਕੀ ਕਿਹਾ ਗਿਆ? ਰੇਟਸ ਐਂਡ ਸੈਸਸ ਟੂ ਬੀ ਪੇਡ ਅਲੋਂਗ ਵਿਦ ਫਸਟ ਇੰਸਟਾਲਮੈਂਟ ਆਫ ਦਾ ਲੈਂਡ ਰੈਵਨਿਊ। ਉਹੀ ਗੱਲ ਆ ਗਈ ਜਿਹੜੀ ਪਹਿਲੀ ਜਿਹੜੀ ਕਿਸ਼ਤ ਹੈਗੀ ਹੈ ਜਦੋਂ ਮਾਮਲੇ ਦੀ ਇਕੱਠੀ ਕੀਤੀ ਜਾਣੀ ਹੈ। ਈਚ ਹਾਰਵੈਸਟ ਸ਼ੈਲ ਬੀ ਪੇਬਲ ਔਨ ਦਾ ਡੇਟਸ ਔਨ ਵਿਚ ਦਾ ਫਸਟ ਇੰਸਟਾਲਮੈਂਟ। ਜਦੋਂ ਮਾਮਲਾ ਜਮ੍ਹਾਂ ਕੀਤਾ ਜਾਣਾ ਹੈ ਉਹਦੇ ਨਾਲ ਹੀ ਇਹ ਜਿਹੜੇ ਰੇਟਸ ਐਂਡ ਸੈਸਸ ਹੈ ਉਹ ਵੀ ਉਸੇ ਵੇਲੇ ਜਮ੍ਹਾਂ ਹੋ ਜਾਂਦੇ ਨੇ। Rules in cases of states in which no land revenue is payable। ਦੇਖੋ ਉੱਪਰ ਤਾਂ ਆ ਗਈ ਗੱਲ ਮਾਮਲੇ ਦੀ, ਥੱਲੇ ਆ ਗਿਆ ਰੂਲ ਨੰਬਰ 61। ਮੇ ਵੀ ਕਿਸੇ ਪਿੰਡ ਦਾ ਮਾਮਲਾ ਸਾਰਾ ਮਾਫ ਹੋ ਸਕਦਾ ਹੈ ਜਾਂ ਕੋਈ ਮਾਮਲਾ ਹੋ ਹੀ ਨਹੀਂ ਸਕਦਾ ਪਿੰਡ ਦੇ ਵਿੱਚ, ਮੇ ਵੀ ਐਸਾ ਕੋਈ ਕੇਸ ਹੋਵੇ, ਤਾਂ ਫਿਰ ਇਹਦਾ ਕਿਵੇਂ ਹੋਏਗਾ, ਤਾਂ ਉਹਦੀ ਇੰਸਟਾਲਮੈਂਟਸ ਕਿਵੇਂ ਹੋਣਗੀਆਂ। ਉਹ ਇੱਥੇ ਇਹ ਕਿਹਾ ਗਿਆ ਵੀ ਜਿਵੇਂ ਨਾਲ ਦੇ ਪਿੰਡਾਂ ਦੇ ਵਿੱਚ ਜੋ ਪ੍ਰੋਸੀਜਰ ਨਾਲ ਦੇ ਪਿੰਡਾਂ 'ਚ ਐਡਜਸਟੈਂਟ ਵਿਲੇजेस ਜੋ ਪ੍ਰੋਸੀਜਰ ਨਾਲ ਦੇ ਪਿੰਡਾਂ 'ਚ ਅਡਾਪਟ ਕੀਤਾ ਜਾਂਦਾ ਹੈ, ਜੇ ਇੱਕ ਕਿਸ਼ਤ ਦੇ ਵਿੱਚ ਇਕੱਠਾ ਕੀਤਾ ਜਾਂਦਾ ਮਾਮਲਾ ਨਾਲ ਦੇ ਪਿੰਡਾਂ 'ਚ ਤਾਂ ਜਿਹੜੀ ਇਹ ਹੈ ਇਹਦੀ ਵੀ ਇੱਕ ਕਿਸ਼ਤ ਹੋਏਗੀ। ਜੇ ਦੋ ਕਿਸ਼ਤਾਂ ਇਕੱਠਾ ਕੀਤਾ ਜਾਂਦਾ ਹੈ ਤਾਂ ਰੇਟਸ ਐਂਡ ਸੈਸ ਦੀਆਂ ਵੀ ਦੋ ਕਿਸ਼ਤਾਂ ਹੋਣਗੀਆਂ। ਰੂਲ 62 ਦੇ ਵਿੱਚ ਕਿਹਾ ਜੀ ਪੋਰਸ਼ਨ ਆਫ ਦਾ ਰੇਟਸ
ਐਂਡ ਸੈਸਸ ਨਾਟ ਪੇਬਲ ਟੂ ਦ ਗਵਰਨਮੈਂਟ। ਇਹ ਕਹਿੰਦਾ ਕੁਝ ਪੋਰਸ਼ਨ ਜਿਹੜਾ ਹੈਗਾ ਉਹ ਸਾਰਾ ਸਰਕਾਰ ਦੇ ਖਾਤੇ 'ਚ ਨਹੀਂ ਜਾਂਦਾ, ਉਹਦਾ ਕੁਝ ਪੋਰਸ਼ਨ ਜਿਹੜਾ ਨੰਬਰਦਾਰਾਂ ਕੋਲ ਰਹਿ ਜਾਂਦਾ ਹੈ, ਜਾਂ ਨੰਬਰਦਾਰਾਂ ਉਸ ਵੇਲੇ ਜਦੋਂ ਕੋਈ ਕੰਮ ਹੋ ਰਹੇ ਹੁੰਦੇ ਨੇ ਉਸ ਵੇਲੇ ਕੁਝ ਵਿਅਕਤੀ ਇੰਗੇਜ ਕੀਤੇ ਹੋਏ ਹੁੰਦੇ ਨੇ, ਠੀਕ ਹੈ ਜੀ, ਉਹਨਾਂ ਵਿਅਕਤੀਆਂ ਨੂੰ ਨੰਬਰਦਾਰ ਜਿਹੜਾ ਹੈਗਾ ਉਸ ਜਮ੍ਹਾਂ ਕਰਾਉਣ ਵੇਲੇ ਉਹ ਡਿਡਕਸ਼ਨ ਕਰਕੇ ਉਹਦੀ ਐਨੀ ਪੋਰਸ਼ਨ ਡਿਊ ਡਿਮਾਂਡ ਕੰਸਿਸਟ ਆਫ ਦਾ ਪ੍ਰੋਡਿਊਸ ਇਨ ਕਾਈਂਡ ਡਿਊ ਟੂ ਦਾ ਵਿਲੇਜ ਆਫਿਸਸ ਹੋਲਡਿੰਗ ਆਫ ਇਨ ਦਾ ਸਟੇਟ, ਜਾਂ ਫਿਰ ਕੋਈ ਰਿਮਿਊਨਰੇਸ਼ਨ ਦੇਣੀ ਹੋਵੇ, ਕੋਈ ਬੰਦੇ ਇੰਗੇਜ ਕੀਤੇ ਹੋਏ ਹੋਣ ਪਟਵਾਰੀ ਤੋਂ ਇਲਾਵਾ ਕੋਈ ਹੋਰ ਬੰਦੇ ਕੰਮ ਕਰਨ ਦੇ ਲਈ, ਜਦੋਂ ਜਿਸ ਦੇ ਇਵਜ਼ ਦੇ ਵਿੱਚ ਇਹ ਜਿਹੜੀ ਰੇਟਸ ਇਕੱਠੇ ਕੀਤੇ ਜਾ ਰਹੇ ਨੇ, ਕੋਈ ਸੈਸ ਇਕੱਠੀ ਕੀਤੀ ਜਾ ਰਹੀ ਹੈ, ਜਾਂ ਪਿੰਡ ਦੇ ਕੋਈ ਸਾਂਝੇ ਖਰਚੇ ਹੋਏ ਹੋਣ ਉਸ ਕੰਮ ਨੂੰ ਲੈ ਕੇ, ਜਾਂ ਫਿਰ ਡਿਊਟੀ it shall be the duty of the headman to pay sums thus withheld to the persons entitled to the same। ਜਿਹੜੇ ਬੰਦੇ ਕੋਈ ਇੰਗੇਜ ਕੀਤੇ ਹੋਏ ਨੇ ਕਿਸੇ ਕੰਮ ਨੂੰ ਲੈ ਕੇ ਜਿਹਦੇ ਲਈ ਇਹ ਸੈਸ ਇਕੱਠੀ ਕੀਤੀ ਜਾ ਰਹੀ ਹੈ, ਉਹਨਾਂ ਵਿਅਕਤੀਆਂ ਨੂੰ ਕੋਈ ਖਰਚਾ ਦੇਣਾ ਜਾਂ ਕੋਈ ਰਿਮਿਊਨਰੇਸ਼ਨ ਦੇਣੇ ਨੇ, ਕੋਈ ਭੱਤਾ ਦੇਣਾ ਹੈਗਾ, ਉਹ ਜਿਹੜਾ ਹੈਗਾ ਭੱਤਾ ਉਹ ਉਸ ਵੇਲੇ ਜਮ੍ਹਾਂ ਕਰਾਉਣ ਵੇਲੇ ਜਿਹੜਾ ਨੰਬਰਦਾਰ ਹੈ ਉਹ ਕੱਟ ਕੇ ਬਾਕੀ ਜਿਹੜੀ ਪੇਮੈਂਟ ਹੈ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਾਈ ਜਾਂਦੀ ਹੈ। ਨੈਕਸਟ ਹੈ ਰੂਲ 63 ਚਾਰजेस ਫॉर द ਸਰਵਿਸ ਆਫ ਪ੍ਰੋਸੈਸਸ। ਦੇਖੋ ਪ੍ਰੋਸੈਸਸ ਦੀ ਗੱਲ ਕੀਤੀ ਹੈ, ਇਹ ਜੋ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 60 ਤੋਂ ਲੈ ਕੇ 96 ਤੱਕ ਸੀਗੀਆਂ, ਅਸੀਂ ਪਿੱਛੇ ਪੜ੍ਹ ਕੇ ਗਏ ਹਾਂ। ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 60 to 96 ਰਿਕਵਰੀ ਫਾਰ ਦ ਏਰੀਆਜ਼ ਆਫ ਦਾ ਲੈਂਡ ਰੈਵਨਿਊ। ਜਦੋਂ ਲੈਂਡ ਰੈਵਨਿਊ ਦੀ ਰਿਕਵਰੀ ਕਰਨੀ ਹੁੰਦੀ ਹੈ ਤਾਂ ਉਹਦੇ ਲਈ ਜਿਹੜੇ ਪ੍ਰੋਸੈਸ ਅਡਾਪਟ ਕੀਤੇ ਜਾਂਦੇ ਨੇ, ਪ੍ਰੋਸੈਸ ਕਿਹੜੇ ਹੁੰਦੇ ਨੇ? ਰਿਟ ਆਫ ਡਿਮਾਂਡ ਕੀਤੀ ਜਾਂਦੀ ਹੈ, ਨੋਟਿਸ ਭੇਜਿਆ ਜਾਂਦਾ ਪਾਰਟੀਆਂ ਨੂੰ, ਜਾਂ ਉਹਦੇ ਵਾਰੰਟ ਵੀ ਕੱਟੇ ਜਾ ਸਕਦੇ ਨੇ ਸੈਕਸ਼ਨ 69 ਦੇ ਤਹਿਤ। ਰਿਟ ਆਫ ਡਿਮਾਂਡ ਹੈ ਜਿਹੜੀ ਸੈਕਸ਼ਨ 68 ਹੈਗਾ, 68 ਦੇ ਤਹਿਤ ਅਸੀਂ ਰਿਟ ਭੇਜ ਸਕਦੇ ਹਾਂ। ਰਿਟ ਦਾ ਮਤਲਬ ਨੋਟਿਸ ਭੇਜ ਸਕਦੇ ਪਾਰਟੀ ਨੂੰ ਵੀ ਤੇਰੇ ਵੱਲ ਇੰਨਾ ਮਾਮਲਾ ਬਕਾਇਆ ਹੈਗਾ, ਜਾਂ ਕੋਈ ਹੋਰ ਰਕਮ ਹੈਗੀ ਇਹਦੀ ਬਕਾਇਆ ਹੈਗੀ ਹੈ, ਉਹਦੀ ਪੇਮੈਂਟ ਦੇ ਲਈ ਅਸੀਂ ਉਹ ਤੋਂ ਡਿਮਾਂਡ ਕਰ ਸਕਦੇ ਹਾਂ। ਦਫਾ 69 ਦੇ ਵਿੱਚ ਅਸੀਂ ਵਾਰੰਟ ਜਾਰੀ ਕਰ ਸਕਦੇ ਹਾਂ, ਉਹਨੂੰ ਅਰੈਸਟ ਕਰ ਸਕਦੇ ਹਾਂ, ਫੜ ਸਕਦੇ ਹਾਂ, ਫੜ ਕੇ ਬਿਠਾ ਵੀ ਸਕਦੇ ਹਾਂ 10 ਦਿਨਾਂ ਦੇ ਲਈ, ਜਾਂ ਫਿਰ ਕਲੈਕਟਰ ਹੈ 1 ਮਹੀਨੇ ਦੇ ਲਈ ਉਹਨੂੰ ਜੇਲ੍ਹ ਭੇਜ ਸਕਦਾ ਹੈ। ਇੱਦਾਂ ਦੇ ਜਦੋਂ ਅਸੀਂ ਪ੍ਰੋਸੈਸ ਅਡਾਪਟ ਕਰਨੇ ਨੇ, ਉਹ ਪ੍ਰੋਸੈਸ ਦੀਆਂ ਕੁਝ ਫੀਸਾਂ ਨਿਯਤ ਕੀਤੀਆਂ ਗਈਆਂ ਨੇ ਗਵਰਨਮੈਂਟ ਵੱਲੋਂ। ਉਹ ਫੀਸਾਂ ਹੁਣ ਤਾਂ ਇਹ ਬਦਲ ਚੁੱਕੀਆਂ ਨੇ, ਇਹ ਪੁਰਾਣੇ ਨੇ ਕਾਫੀ, ਠੀਕ ਹੈ। ਜਿਵੇਂ ਇਹ ਰਿਟ ਆਫ ਡਿਮਾਂਡ ਹੈ ਸੈਕਸ਼ਨ 68, ਦੇਖੋ ਇਹ ਆ ਜਾਂਦਾ ਆਮ ਤੌਰ ਤੇ ਰਿਟ ਆਫ ਡਿਮਾਂਡ ਕੀ ਹੁੰਦੀ ਹੈ, ਠੀਕ ਹੈ। ਤੁਸੀਂ ਮਤਲਬ ਕਿ ਸਿੱਧਾ ਡਾਇਰੈਕਟਲੀ ਸੈਕਸ਼ਨ 68 ਦੇ ਵਿੱਚ ਪਹੁੰਚਣਾ ਹੈਗਾ ਲੈਂਡ ਰੈਵਨਿਊ ਐਕਟ ਦੇ, ਜਦੋਂ ਰਿਟ ਆਫ ਡਿਮਾਂਡ ਦੀ ਗੱਲ ਕੀਤੀ ਜਾਂਦੀ ਹੈ। ਰਿਟ ਆਫ ਡਿਮਾਂਡ ਕੀ ਹੁੰਦਾ ਹੈ? ਜਦੋਂ ਸਾਨੂੰ ਕੋਈ ਸਾਡੇ ਕੋਲੇ ਏਰੀਅਰ ਵਜੋਂ ਕੋਈ ਰਿਕਵਰੀ ਨੋਟਿਸ ਆਉਂਦਾ ਹੈ, ਚਾਹੇ ਉਹ ਨੰਬਰਦਾਰ ਨੇ ਸਾਨੂੰ ਲਿਖ ਕੇ ਦਿੱਤਾ ਹੋਵੇ ਵੀ ਫਲਾਣੇ ਬੰਦਿਆਂ ਨੇ ਮਾਮਲਾ ਨਹੀਂ ਪੇ ਕੀਤਾ, ਜਾਂ ਕਿਸੇ ਕਲੈਕਟਰ ਵੱਲੋਂ ਸਾਡੇ ਕੋਲ ਰਿਕਵਰੀ ਵਾਰੰਟ ਆਇਆ ਹੋਵੇ, ਜਾਂ ਕਿਸੇ ਕੋਰਟ ਵੱਲੋਂ ਸਾਡੇ ਕੋਲ ਸਿਵਲ ਕੋਰਟ ਵੱਲੋਂ ਰਿਕਵਰੀ ਵਾਰੰਟ ਆਇਆ ਹੋਵੇ, ਜਦੋਂ ਉਸ ਦੀ ਰਿਕਵਰੀ ਦੇ ਲਈ ਅਸੀਂ ਕੰਸਰਨਡ ਪਾਰਟੀ ਨੂੰ ਨੋਟਿਸ ਭੇਜਦੇ ਹਾਂ ਤਾਂ ਉਸ ਨੂੰ ਰਿਟ ਆਫ ਡਿਮਾਂਡ ਕਿਹਾ ਜਾਂਦਾ ਹੈ, ਠੀਕ ਹੈ। ਉਹਦੀ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ, ਸਾਡੇ ਜਿਹੜੇ ਪਿਆਦੇ ਹੁੰਦੇ ਆ, ਸਾਡੇ ਸੇਵਾਦਾਰ ਹੁੰਦੇ ਆ, ਉਹ ਸਮਨ ਲੈ ਕੇ ਜਾਂਦੇ ਆ, ਤਾਂ ਉਹਦੇ ਤੇ ਵੀ ਜਿਹੜਾ ਹੈਗਾ ਖਰਚਾ ਜਿਹੜਾ ਕੰਸਰਨਡ ਪਰਸਨ ਹੈ ਉਹਦੇ ਤੋਂ ਲਿਆ ਜਾ ਸਕਦਾ, ਜਿਹਨੂੰ ਇਹ ਜਿਹੜਾ ਨੋਟਿਸ ਭੇਜਿਆ ਜਾਂਦਾ ਹੈ। ਇੱਥੇ 1 ਰੁਪਇਆ ਦਿਖਾਇਆ ਗਿਆ, ਪਰ ਇਹ ਤਾਂ ਮੇਰੇ ਖਿਆਲ ਹੁਣ ਚੇਂਜ ਹੋ ਗਿਆ ਹੋਣਾ ਕੋਈ ਕਿਸੇ ਲੈਟਰ ਦੇ ਰਾਹੀਂ। ਇਸੇ ਤਰ੍ਹਾਂ ਕਿਹਾ ਹੈ ਵਾਰੰਟ ਆਫ ਅਟੈਚਮੈਂਟ, ਜਦੋਂ ਕਿਸੇ ਦੀ ਪ੍ਰਾਪਰਟੀ ਅਟੈਚ ਕੀਤੀ ਜਾਂਦੀ ਹੈ, ਵਾਰੰਟ ਜਾਰੀ ਕੀਤੇ ਜਾਂਦੇ ਸੈਕਸ਼ਨ 72 ਦੇ ਵਿੱਚ, ਲੈਂਡ ਰੈਵਨਿਊ ਐਕਟ ਦੀ ਧਾਰਾ 72 ਵਾਰੰਟ ਆਫ ਅਟੈਚਮੈਂਟ, ਠੀਕ ਹੈ। ਕਿਸੇ ਦੀ ਪ੍ਰਾਪਰਟੀ ਅਟੈਚ ਕੀਤੀ ਜਾਂਦੀ ਹੈ ਤਾਂ ਸੈਕਸ਼ਨ 72 ਹੈ, ਉਹਦੇ ਤੇ ਵੀ ਖਰਚਾ ਪੈਂਦਾ ਹੈ। ਤੇ ਸਬ ਰੂਲ 3 ਚ ਕਿਹਾ ਹੈਗਾ ਵਾਰੰਟ ਆਫ ਅਰੈਸਟ ਔਰ ਅਦਰ ਪ੍ਰੋਸੈਸ, ਕੋਈ ਹੋਰ ਪ੍ਰੋਸੈਸ ਵੀ ਹੋਵੇ ਜਾਂ ਵਾਰੰਟ ਆਫ ਅਰੈਸਟ ਵੀ ਹੋਵੇ। ਵਾਰੰਟ ਆਫ ਅਰੈਸਟ ਕਦੋਂ ਜਾਰੀ ਕਰਦਾ ਹੈ? ਰੈਵਨਿਊ ਆਫੀਸਰ ਸੈਕਸ਼ਨ 69 ਦੇ ਵਿੱਚ ਜਾਰੀ ਕਰਦਾ ਹੈ, ਠੀਕ ਹੈ। ਕਿਸੇ ਵਿਅਕਤੀ ਨੂੰ ਵਾਰੰਟ ਜਾਰੀ ਕਰਕੇ ਉਹ ਕੰਸਰਨ ਜਿਹੜਾ ਉਹ ਥਾਣੇ ਦਾ ਜਿਹੜਾ ਪੁਲਿਸ ਆਫੀਸਰ ਹੁੰਦਾ ਹੈ ਉਹਨੂੰ ਭੇਜਿਆ ਜਾਂਦਾ ਹੈ ਵੀ ਇਸ ਵਿਅਕਤੀ ਨੂੰ ਪਕੜ ਕੇ ਮੇਰੀ ਕੋਰਟ ਦੇ ਵਿੱਚ ਪੇਸ਼ ਕਰੋ ਇੰਨੀ ਤਰੀਕ ਨੂੰ ਇੰਨੇ ਵਜੇ, ਤਾਂ ਫਿਰ ਉਹਦੀ ਜਿਹੜੀ ਕਾਰਵਾਈ ਹੈਗੀ ਆ ਉਹ ਕੰਸਰਨ ਪੁਲਿਸ ਆਫੀਸਰ ਵੱਲੋਂ ਕੀਤੀ ਜਾਂਦੀ ਹੈ। ਪਰ ਪਹਿਲਾਂ ਜਿਹੜਾ ਜ਼ਮਾਨਾ ਸੀ ਆਪਣੇ ਹੀ ਜਿਹੜੇ ਸੇਵਾਦਾਰ ਹੁੰਦੇ ਸੀ ਉਹਨਾਂ ਕੋਲ ਹੀ ਇਹ ਸਾਰਾ ਸਿਸਟਮ ਹੁੰਦਾ ਸੀਗਾ, ਤੇ ਤਹਿਸੀਲਾਂ ਦੇ ਵਿੱਚ ਹੀ ਇੱਕ ਜੇਲ੍ਹ ਬਣਾਈ ਹੁੰਦੀ ਸੀਗੀ, ਉਸ ਨੂੰ ਮਤਲਬ ਕਿ ਜਿਹੜਾ ਵਿਅਕਤੀ ਸੀ ਉਹਨੂੰ ਫੜ ਕੇ ਕੁਝ ਸਮੇਂ ਲਈ 10 ਦਿਨਾਂ ਤੱਕ ਰੈਵਨਿਊ ਆਫੀਸਰ ਵੀ ਮਤਲਬ ਕਿ ਉਹਨੂੰ ਫੜ ਕੇ ਰੱਖ ਸਕਦਾ ਸੀਗਾ। ਤੇ ਅੱਗੇ ਅਸੀਂ ਪੜਾਂਗੇ ਰਿਕਵਰੀ ਆਫ ਏਰੀਅਰਸ। ਰਿਕਵਰੀ ਆਫ ਏਰੀਅਰਸ ਰੂਲ 64 ਐਪਲੀਕੇਸ਼ਨ ਆਫ ਹੈਡਮੈਨ ਫਾਰ ਦਾ ਰਿਕਵਰੀ ਆਫ ਏਰੀਅਰਸ ਫਰੋਮ ਦਾ ਡਿਫਾਲਟਰ। ਜਦੋਂ ਕੋਈ ਵਿਅਕਤੀ ਦੇ ਵੱਲ ਜਿਹੜਾ ਮਾਮਲਾ ਹੈਗਾ ਉਹ ਸਮੇਂ ਸਿਰ ਪੇ ਨਹੀਂ ਕਰਦਾ ਤਾਂ ਜਿਹੜਾ ਨੰਬਰਦਾਰ ਹੈਗਾ ਉਹ ਕੰਸਰਨ ਪਟਵਾਰੀ ਹਲਕਾ ਨੂੰ ਤਹਿਸੀਲਦਾਰ ਦੇ ਪਾਸ ਰਾਹੀਂ ਪਟਵਾਰੀ ਹਲਕਾ ਐਪਲੀਕੇਸ਼ਨ ਦੇ ਸਕਦਾ ਹੈ
ਵੀ ਇਹ ਫਲਾਣੇ ਫਲਾਣੇ ਬੰਦੇ ਹੈਗੇ ਆ, ਇਹਨਾਂ ਨੇ ਮੇਰਾ ਜਿਹੜਾ ਮਾਮਲਾ ਹੈਗਾ ਘੱਟੋ ਘੱਟ ਜਿਹੜਾ ਸਮਾਂ ਇਹਦੇ ਵਿੱਚ ਐਪਲੀਕੇਸ਼ਨ ਦਾ 6 ਮੰਥ ਦੇ ਅੰਦਰ ਅਰਜੀ ਦਿੱਤੀ ਜਾਣੀ ਹੁੰਦੀ ਨੰਬਰਦਾਰ ਵੱਲੋਂ। ਜੇਕਰ 6 ਮੰਥ ਦੇ ਅੰਦਰ ਅਰਜੀ ਨਹੀਂ ਦਿੰਦਾ ਨੰਬਰਦਾਰ ਤਾਂ ਉਹ ਆਪਦਾ ਰੀਜ਼ਨ ਦੱਸੇਗਾ ਵੀ ਮੈਂ ਇਹ ਤੋਂ ਪਹਿਲਾਂ ਅਰਜੀ ਕਿਉਂ ਨਹੀਂ ਦੇ ਸਕਿਆ, ਕੀ ਕਰਨਾ ਹੈ। ਦੈਨ ਇਫ ਜੇਕਰ ਰੈਵਨਿਊ ਆਫਿਸਰ ਸੈਟੀਸਫਾਈ ਹੁੰਦਾ ਉਹਦੀ ਇਸ ਗੱਲ ਤੋਂ ਤਾਂ ਅੱਗੇ ਫਰਦਰ ਕਾਰਵਾਈ ਹੋਏਗੀ। ਤੇ ਜਿਹੜੀ ਐਪਲੀਕੇਸ਼ਨ ਦਿੱਤੀ ਜਾਣੀ ਹੈ ਉਹ 'ਚ ਕੀ ਦਰਸਾਏਗਾ ਜਿਹੜਾ ਨੰਬਰਦਾਰ ਹੈ, ਐਪਲੀਕੇਸ਼ਨ ਦਾ ਨਾਮ ਦੱਸੇਗਾ ਵਿਅਕਤੀ ਦਾ, ਠੀਕ ਹੈ, ਉਹਦੇ ਨਾਮ ਦਾ ਦੱਸੇਗਾ, ਨਾਮ, ਫਾਦਰ ਦਾ ਨੇਮ, ਪਿੰਡ ਦਾ ਨਾਮ, ਤੇ ਡਿਸਕ੍ਰਿਪਸ਼ਨ ਆਫ ਦਾ ਡਿਫਾਲਟਰ ਮਤਲਬ ਕੀ ਉਹਦਾ ਨਾਮ ਹੈਗਾ, ਕਿਸ ਨਾਮ ਤੇ ਉਹਨੂੰ ਜਾਣਿਆ ਜਾਂਦਾ, ਉਹਦੇ ਫਾਦਰ ਦਾ ਕੀ ਨਾਮ ਹੈ, ਤੇ ਪਿੰਡ ਕੀ ਹੈਗਾ, ਤੇ ਏਰੀਆ ਆਫ ਵਿਚ ਰਿਕਵਰੀ ਇਜ਼ ਡਿਜ਼ਾਇਰਡ, ਕਿੰਨੀ ਅਮਾਊਂਟ ਹੈਗੀ ਹੈ ਜਿਹੜੀ ਉਹ ਤੋਂ ਲੈਣੀ ਬਣਦੀ ਹੈਗੀ ਹੈ। ਤੇ ਇਹਦੇ ਨਾਲ ਹੀ ਹੈਗਾ ਸਰਕਮਸਟੈਂਸਸ ਵਿਚ ਹੈ ਮੇਡ ਐਪਲੀਕੇਸ਼ਨ, ਵੀ ਮੈਨੂੰ ਲੋੜ ਪਈ ਕਿਉਂ ਪਈ ਹੈ, ਮੈਂ ਕਈ ਵਾਰੀ ਮੰਗ ਚੁੱਕਿਆ, ਮੈਨੂੰ ਉਹਨੇ ਲਾਰਾ ਲੱਪਾ ਲਾਇਆ, ਮੈਨੂੰ ਦਿੱਤੀ ਨਹੀਂ ਪੇਮੈਂਟ, ਮੈਂ 2 ਵਾਰੀ 3 ਵਾਰੀ 4 ਵਾਰੀ ਜਾ ਚੁੱਕਿਆ ਤੇ ਉਹ ਆਨਾਕਾਨੀ ਕਰਦਾ, ਪੈਸੇ ਨਹੀਂ ਦਿੰਦਾ, ਉਹਦਾ ਜੋ ਵੀ ਰੀਜ਼ਨ ਹੈਗਾ ਉਹ ਐਪਲੀਕੇਸ਼ਨ ਦਰਸਾਏਗਾ। ਐਨੀ ਨੰਬਰ ਆਫ ਡਿਫਾਲਟਰ, ਜੇ ਜਿਹੜਾ ਨੰਬਰਦਾਰ ਹੈ ਜੇ ਉਹ ਡਿਫਾਲਟਰ ਹੈਗੇ ਇੱਕ ਜਾਂ ਇੱਕ ਤੋਂ ਜ਼ਿਆਦਾ ਹੈਗੇ ਨੇ ਤਾਂ ਉਹ ਇੱਕੋ ਐਪਲੀਕੇਸ਼ਨ ਦੇ ਵਿੱਚ ਜਿਹੜਾ ਹੈਗਾ ਸਾਰਿਆਂ ਦਾ ਜਿਹੜਾ ਨਾਮ ਲਿਖ ਸਕਦਾ ਹੈ ਤੇ ਸਾਰਿਆਂ ਦੇ ਅਗੇਂਸਟ ਕਿੰਨੀ ਰਕਮ ਬਕਾਇਆ ਹੈਗੀ ਹੈ ਉਹ ਸਾਰੀ ਰਕਮ ਜਿਹੜੀ ਹੈ ਇੱਕੋ ਅਰਜੀ ਦੇ ਵਿੱਚ ਜਿਹੜੀ ਲਿਖ ਕੇ ਦਿੱਤੀ ਜਾ ਸਕਦੀ ਹੈ। ਫਿਰ ਕੀ ਹੋਏਗਾ ਜਦੋਂ ਰੈਵਨਿਊ ਆਫਿਸਰ ਕੋਲ ਇਹ ਐਪਲੀਕੇਸ਼ਨ ਆ ਗਈ ਨੰਬਰਦਾਰ ਦੀ ਤਾਂ ਰੈਵਨਿਊ ਆਫਿਸਰ ਵੱਲੋਂ ਉਹਦੀ ਜਿਹੜੀ ਪ੍ਰੋਸੈਸ ਹੈਗਾ ਅਡੋਪਟ ਕੀਤਾ ਜਾਵੇਗਾ, ਫਰਦਰ ਕਾਰਵਾਈ ਕੀਤੀ ਜਾਵੇਗੀ। ਰਿਕਵਰੀ ਦਾ ਜਿਹੜਾ ਤਰੀਕਾ ਅਡੋਪਟ ਕੀਤਾ ਜਾਵੇਗਾ ਉਹ ਕੀ ਹੋਏਗਾ, ਡਿਫਾਲਟਰ ਟੂ ਬੀ ਸਮਨਡ, ਜਿਹੜਾ ਕੰਸਰਨਡ ਪਰਸਨ ਹੋਏਗਾ, ਜਿਹੜਾ ਡਿਫਾਲਟਰ ਹੋਏਗਾ ਉਹਨੂੰ ਨੋਟਿਸ ਭੇਜਿਆ ਜਾਵੇਗਾ, ਉਹਨੂੰ ਸਮਨ ਕੀਤਾ ਜਾਵੇਗਾ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਫਲਾਣੀ ਕੋਰਟ ਦੇ ਵਿੱਚ ਮੇਰੀ ਕੋਰਟ ਦੇ ਵਿੱਚ ਤੁਸੀਂ ਪੇਸ਼ ਹੋਣਾ ਹੈ, ਠੀਕ ਹੈ। ਉਹਦੇ ਵੱਲੋਂ ਪੇਸ਼ ਹੋਣ ਤੋਂ ਬਾਅਦ ਉਹਨੂੰ ਸੁਣਿਆ ਜਾਵੇਗਾ, ਡੇਟ ਫਿਕਸ ਕਰਕੇ ਉਹਨੂੰ ਸੁਣਿਆ ਜਾਵੇਗਾ। ਸੁਣ ਕੇ ਜੇਕਰ ਰੈਵਨਿਊ ਆਫਿਸਰ ਨੂੰ ਲੱਗਦਾ ਵੀ ਹਾਂ ਨੰਬਰਦਾਰ ਵੱਲੋਂ ਦਿੱਤੀ ਗਈ ਅਰਜੀ ਬਿਲਕੁਲ ਠੀਕ ਹੈਗੀ ਹੈ ਤਾਂ ਸੈਟੀਸਫਾਈ ਹੁੰਦੇ ਹੋਏ ਆਰਡਰ ਪਾਸ ਕੀਤਾ ਜਾਵੇਗਾ, ਬਾਕੀ ਹੀ ਇਜ਼ ਦਾ ਡਿਫਾਲਟਰ ਫਾਰ ਦਾ ਪੇਮੈਂਟ ਸੋ ਐਂਡ ਸੋ, ਵੀ ਜਿੰਨੀ ਪੇਮੈਂਟ ਦੇ ਲਈ ਇਹ ਬੰਦਾ ਜਿਹੜਾ ਡਿਫਾਲਟਰ ਹੈ ਇਹਨੂੰ ਡਿਫਾਲਟਰ ਘੋਸ਼ਿਤ ਕੀਤਾ ਜਾਂਦਾ ਹੈ, ਠੀਕ ਹੈ। ਫਿਰ ਫਰਦੀ ਜਿਹੜੀ ਅਗਲੀ ਕਾਰਵਾਈ ਹੈਗੀ ਹੈ ਉਹ ਸਟਾਰਟ ਹੋਏਗੀ। ਰੂਲ 66 ਰਿਕਵਰੀ ਆਫ ਏਰੀਅਰਸ ਫਰੋਮ ਦਾ ਡਿਫਾਲਟਰ on and after the date fixed for the attendance the defaulter the revenue officer shall make an inquiry, ਇਨਕੁਆਰੀ ਹੋਗੀ, ਠੀਕ ਹੈ। ਇਨਕੁਆਰੀ ਹੋ ਕੇ 66 ਇਨਕੁਆਰੀ ਹੋ ਕੇ ਇਨਕੁਆਰੀ ਹੋਣ ਤੋਂ ਬਾਅਦ ਫਿਰ ਉਹਦਾ ਜਿਹੜਾ ਆਰਡਰ ਹੋ ਗਿਆ ਰੈਵਨਿਊ ਆਫਿਸਰ ਵੱਲੋਂ ਵੀ ਬਾਕੀ ਇਹ ਡਿਫਾਲਟਰ ਹੈਗਾ। ਦੈਨ ਰੂਲ 67 ਹੈਗਾ, ਰੂਲ 67 ਦੇ ਵਿੱਚ ਕੀ ਹੈ, ਜਦੋਂ ਉਸਨੂੰ ਮੰਨ ਲਓ ਰੂਲ 69 ਦੇ ਵਿੱਚ ਉਹਨੂੰ ਅਰੈਸਟ ਕਰ ਲਿਆ ਡਿਫਾਲਟਰ ਨੂੰ, ਰੂਲ 69 ਚ ਅਰੈਸਟ ਕਰਨ ਤੋਂ ਬਾਅਦ ਜਿਹੜਾ ਇਹ ਰੂਲ 69 ਚ ਨਹੀਂ ਸੈਕਸ਼ਨ 69 ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 69 ਦੇ ਵਿੱਚ ਜਿਹੜਾ ਹੈਗਾ ਵਾਰੰਟ ਜਾਰੀ ਹੁੰਦੇ ਆ ਰੈਵਨਿਊ ਆਫਿਸਰ ਵੱਲੋਂ, ਵਾਰੰਟ ਜਾਰੀ ਕਰਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਇਹ ਜਿਹੜਾ ਰੂਲ 67 ਹੈ ਇਹ ਹੈਗਾ ਬੇਲ ਦਾ, ਵੀ ਉਸ ਵਿਅਕਤੀ ਦੀ ਬੇਲ ਦਿੱਤੀ ਜਾ ਸਕਦੀ ਹੈ, ਰੈਵਨਿਊ ਆਫਿਸਰ ਉਹਨੂੰ ਬੇਲ ਦੇ ਸਕਦਾ ਹੈ। ਬੇਲ ਦੇ ਕੇ ਇਹ ਕਹਿ ਸਕਦਾ ਹੈ ਵੀ ਤੂੰ ਡੇਲੀ ਆਉਣਾ ਹੈ ਤੇ ਇਹ ਫਲਾਣੀ ਪਾਰਟੀਕੂਲਰ ਜਗ੍ਹਾ ਤੇ ਬੈਠਣਾ ਹੈਗਾ, ਇੰਨੇ ਘੰਟੇ ਬੈਠਣਾ, ਘੰਟਾ 2 ਘੰਟੇ 3 ਘੰਟੇ 4 ਘੰਟੇ ਉਹਨੂੰ ਰਿਸਟੇਨ ਕਰਕੇ ਰੱਖਿਆ ਜਾ ਸਕਦਾ ਹੈ। ਪਰ ਇਹ ਇਦਾਂ ਦੀ ਜਿਹੜੀ ਕਾਰਵਾਈ ਹੈ ਇਹ 10 ਦਿਨ ਤੱਕ ਚੱਲ ਸਕਦੀ, ਜ਼ਿਆਦਾ ਨਹੀਂ ਚੱਲ ਸਕਦੀ, ਠੀਕ ਹੈ। ਪਰ ਜੇਕਰ 24 ਆਵਰਸ ਤੋਂ ਜ਼ਿਆਦਾ ਹੋ ਜਾਣ ਕਿਸੇ ਵਿਅਕਤੀ ਨੂੰ ਅਰੈਸਟ ਕਰਕੇ ਬਿਠਾਏ ਨੂੰ ਤਾਂ ਜਿਹੜੀ ਉਹਦੀ ਇਨਫੋਰਮੇਸ਼ਨ ਹੈਗੀ ਹੈ ਉਹ ਕੰਸਰਨਡ ਰੈਵਨਿਊ ਆਫਿਸਰ ਵੱਲੋਂ ਜ਼ਿਲ੍ਹੇ ਦੇ ਕਲੈਕਟਰ ਨੂੰ ਭੇਜੀ ਜਾਂਦੀ ਹੈ, ਠੀਕ ਹੈ ਜੀ। ਅੱਗੇ ਰੂਲ 68 ਸਰਕਮਸਟੈਂਸਸ ਅੰਡਰ ਵਿਚ ਇਹ ਡਿਫਾਲਟਰ ਇਜ਼ ਲਾਇਬਲ ਟੂ ਬੀ detention or imprisonment for the arrears, ਗੱਲ ਹੋ ਚੁੱਕੀ। ਰੂਲ 69 order of detention issued by the assistant collector secretariat to be reported to the collector, ਇਹ ਆਪਾਂ ਗੱਲ ਕਰ ਚੁੱਕੇ ਹਾਂ। 69 ਦੇ ਤਹਿਤ ਵੀ 24 ਘੰਟੇ ਤੋਂ ਜ਼ਿਆਦਾ ਕਿਸੇ ਦੀ ਅਰੈਸਟ ਹੋ ਜਾਵੇ ਤਾਂ ਕਲੈਕਟਰ ਨੂੰ ਜਿਹੜੀ ਇਨਫੋਰਮੇਸ਼ਨ ਹੈ ਰੈਵਨਿਊ ਆਫਿਸਰ ਨੂੰ ਭੇਜੀ ਜਾਵੇਗੀ। ਨੈਕਸਟ ਹੈ ਰੂਲ 70 ਕੀ ਹੈ, ਸੇਲ ਅੰਡਰ ਸੈਕਸ਼ਨ 75 ਔਰ 76। ਜਦੋਂ ਅਸੀਂ ਜਿਹੜਾ ਲੈਂਡ ਰੈਵਨਿਊ ਐਕਟ ਹੈ ਉਹਦੀਆਂ ਜਿਹੜੀਆਂ ਧਾਰਾ ਹੈਗੀਆਂ ਨੇ 60 ਤੋਂ 96 ਤੱਕ, ਉਹਦੇ ਅਧੀਨ ਜਿਹੜੀ ਸੈਕਸ਼ਨ 75 ਹੈ, ਜਦੋਂ ਕਿਸੇ ਵਿਅਕਤੀ ਦੀ ਪ੍ਰੋਪਰਟੀ ਹੈ ਉਸ ਨੂੰ ਅਸੀਂ ਪਹਿਲਾਂ ਅਟੈਚ ਕੀਤਾ ਹੈ ਹੁੰਦਾ, ਫਿਰ ਅਸੀਂ ਉਹਨੂੰ ਸੇਲ ਕਰਦੇ ਹਾਂ ਤਾਂ ਉਹਦੇ ਅਕੋਰਡਿੰਗ ਜਿਹੜਾ ਹੈਗਾ ਰੂਲ 70 'ਚ ਕੁਝ ਪ੍ਰੋਸੈਸ ਦੱਸਿਆ ਗਿਆ ਵੀ ਕੀ ਕਰਨਾ ਹੈਗਾ। ਵੈਨ ਇਟ ਇਜ਼ ਪ੍ਰਪੋਜ਼ ਟੂ ਸੈਲ ਐਨੀ estate or holding
of any other immovable property under section 75 or 77, such estates or holdings or immovable property shall in first place be attached in the manner prescribed 72। ਉਹ ਕਹਿੰਦਾ ਵੀ ਜਦੋਂ ਵੀ ਕਿਸੇ ਵਿਅਕਤੀ ਦੀ ਕੋਈ ਪ੍ਰਾਪਰਟੀ ਹੈ ਈਡੀਅਰ ਵਜੋਂ ਰਿਕਵਰੀ ਦੀ ਖਾਤਰ ਸੇਲ ਕੀਤੀ ਜਾਂਦੀ ਹੈ, ਆਕਸ਼ਨ ਕੀਤੀ ਜਾਂਦੀ ਹੈ, ਤਾਂ ਉਸ ਤੋਂ ਪਹਿਲਾਂ ਰੂਲ ਸੈਕਸ਼ਨ 72 ਦੇ ਵਿੱਚ ਉਸ ਨੂੰ ਅਟੈਚ ਕੀਤਾ ਜਾਂਦਾ ਹੈ। ਠੀਕ ਹੈ, ਜਦੋਂ ਅਸੀਂ ਅਟੈਚ ਕਰਨਾ ਸੈਕਸ਼ਨ 72 ਲੱਗਦਾ ਹੈ ਲੈਂਡ ਰੈਵਨਿਊ ਐਕਟ ਦਾ। ਦੇਖੋ ਇੱਥੇ ਕਨਫਿਊਜ਼ ਨਹੀਂ ਹੋਣਾ, ਇੱਥੇ ਰੂਲ ਆਪਾਂ ਰੂਲ ਪੜ੍ਹ ਰਹੇ ਹਾਂ ਤੇ ਨਾਲ ਅਸੀਂ ਜਿਹੜਾ ਸੈਕਸ਼ਨਸ ਨੇ ਲੈਂਡ ਰੈਵਨਿਊ ਐਕਟ ਦੇ ਉਹਨਾਂ ਦੀ ਗੱਲ ਕਰ ਰਹੇ ਹਾਂ। ਜਦੋਂ ਸੈਕਸ਼ਨ 75 ਦੇ ਤਹਿਤ ਤੇ 77 ਦੇ ਤਹਿਤ ਕਿਸੇ ਵਿਅਕਤੀ ਦੀ ਜਿਹੜੀ ਪ੍ਰਾਪਰਟੀ ਹੈ ਇਮੂਵੇਬਲ ਪ੍ਰਾਪਰਟੀ ਉਸ ਨੂੰ ਅਸੀਂ ਸੇਲ ਕਰਨੇ ਆ ਤਾਂ ਸੈਕਸ਼ਨ 72 ਦੇ ਤਹਿਤ ਹੀ ਉਹਨੂੰ ਪਹਿਲਾਂ ਅਟੈਚ ਕੀਤਾ ਜਾਣਾ ਬਣਦਾ ਹੈ। ਇਹ ਰੂਲ ਇਹ ਗੱਲ ਕਹਿੰਦਾ ਹੈ, ਜਿਹੜਾ ਰੂਲ 70 ਹੈ ਇਹ ਗੱਲ ਕਹਿੰਦਾ ਵੀ ਪਹਿਲਾਂ ਉਸਦੀ ਅਟੈਚਮੈਂਟ ਹੋਏਗੀ 72 ਸੈਕਸ਼ਨ ਦੇ ਤਹਿਤ, ਫਿਰ ਹੀ ਅਸੀਂ ਉਸਨੂੰ ਸੈਕਸ਼ਨ 75 ਦੇ ਤਹਿਤ ਅੱਗੇ ਫਰਦਰ ਸੇਲ ਦਾ ਜਿਹੜਾ ਪ੍ਰੋਸੈਸ ਹੈ ਉਹ ਅਡਾਪਟ ਕਰਾਂਗੇ। ਸੇਲ ਦਾ ਪ੍ਰੋਸੈਸ ਕੀ ਹੈ ਉਹ ਬਹੁਤ ਡਿਟੇਲ ਦੇ ਵਿੱਚ ਅਸੀਂ ਪਹਿਲਾਂ ਪਿੱਛੇ ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਐਕਟ ਦੇ ਵਿੱਚ ਹੁਣ ਹੈ ਰੂਲ ਨੰਬਰ 71 ਇੰਸਪੈਕਸ਼ਨ ਆਫ ਰਿਕਾਰਡ ਇਸ਼ੂਐਂਸ ਬਾਈ ਦਾ ਸਰਟੀਫਾਈਡ ਕਾਪੀ ਆਫ ਦਾ ਐਕਸਟ੍ਰੈਕਟਸ ਦੇ ਆਰ ਫਰੋਮ। ਇਹ ਹੈਗਾ ਜੀ ਜਿਹੜੀਆਂ ਨਕਲਾਂ ਪਟਵਾਰੀ ਹਲਕਾ ਵੱਲੋਂ ਦਿੱਤੀਆਂ ਜਾਂਦੀਆਂ ਨੇ। ਕੋਈ ਵੀ ਪਟਵਾਰੀ ਹਲਕਾ ਜਿਹੜਾ ਰਿਕਾਰਡ ਹੈਗਾ ਉਹ ਰੂਲ 71 'ਚ ਕੁਝ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ। ਠੀਕ ਹੈ, ਕੋਈ ਵੀ ਵਿਅਕਤੀ ਜਿਹੜਾ ਪਟਵਾਰੀ ਹਲਕਾ ਦਾ ਜਿਹੜਾ ਰਿਕਾਰਡ ਹੈ, ਦੇਖੋ ਰਿਕਾਰਡ ਹੈ ਇਹ ਹੈਗਾ, ਇੱਕ ਰਿਕਾਰਡ ਹੁੰਦਾ ਪ੍ਰਾਈਵੇਟ ਡਾਕੂਮੈਂਟ, ਇੱਕ ਹੁੰਦਾ ਪਬਲਿਕ ਡਾਕੂਮੈਂਟ। ਜਿੰਨਾ ਵੀ ਪਟਵਾਰੀ ਹਲਕਾ ਦਾ ਇਹ ਰਿਕਾਰਡ ਹੁੰਦਾ ਇਹ ਸਾਰਾ ਪਬਲਿਕ ਡਾਕੂਮੈਂਟ ਹੁੰਦਾ। ਜਿੱਥੇ ਪਬਲਿਕ ਡਾਕੂਮੈਂਟ ਦੀ ਗੱਲ ਆ ਜਾਂਦੀ ਹੈ ਉੱਥੇ ਪਬਲਿਕ ਨੂੰ ਹੱਕ ਹੁੰਦਾ ਵੀ ਉਹ ਜਿਹੜਾ ਡਾਕੂਮੈਂਟ ਦੀ ਕਾਪੀ ਵੀ ਲੈ ਸਕਦੇ ਆ, ਉਹਦੀ ਇੰਸਪੈਕਸ਼ਨ ਵੀ ਕਰ ਸਕਦੇ ਆ। ਜਿੱਥੇ ਕਿਤੇ ਇੰਸਪੈਕਸ਼ਨ ਦੀ ਗੱਲ ਆਉਂਦੀ ਹੈ ਤਾਂ ਇੰਸਪੈਕਸ਼ਨ ਦੇ ਵਿੱਚ ਜੇ ਕੁਝ ਲਿਖਿਆ ਹੋਇਆ ਤਾਂ ਉੱਥੇ ਪੈਨਸਲ ਦੇ ਨਾਲ ਵਿਅਕਤੀ ਜਿਹੜਾ ਦੇਖ ਕੇ ਉਹਦੀ ਜਿਹੜੀ ਕਾਪੀ ਹੈ ਆਪਦਾ ਨੋਟ ਹੈ ਮਾੜਾ ਮੋਟਾ ਉਹਦੇ ਹੱਥ 'ਚ ਪੈਨਸਿਲ ਹੋਣੀ ਚਾਹੀਦੀ ਹੈ, ਪੈਨ ਨਹੀਂ ਹੋ ਸਕਦਾ, ਉਹ ਪੈਨਸਿਲ ਦੇ ਨਾਲ ਆਪਦਾ ਨੋਟ ਵੀ ਕਰ ਸਕਦਾ ਹੈ। ਪਰ ਜੇ ਕਿਤੇ ਜ਼ਰੂਰਤ ਉਸਨੂੰ ਹੈਗੀ ਹੈ ਤਾਂ ਇਸ ਰੂਲ ਦੇ ਤਹਿਤ ਜਮਾਬੰਦੀ ਦੀ ਕਾਪੀ ਹੈ, ਫਰਬਦਰ ਦੀ ਕਾਪੀ ਹੈ, ਇੰਤਕਾਲ ਦੀ ਕਾਪੀ ਹੈ, ਦਰਜਸ਼ੁਦਾ ਇੰਤਕਾਲ, ਪੈਂਡਿੰਗ ਇੰਤਕਾਲ ਦੀ ਕਾਪੀ ਹੈ। ਜੇਕਰ ਇੰਤਕਾਲ ਫਾਈਨਲ ਹੋ ਚੁੱਕਿਆ, ਮਨਜ਼ੂਰ ਫੈਸਲਾ ਹੋ ਚੁੱਕਿਆ ਤਾਂ ਜਿਹੜੀ ਉਹਦੀ ਕਾਪੀ ਹੈਗੀ ਆ ਉਹ ਤਹਿਸੀਲ 'ਚੋਂ ਮਿਲਦੀ ਹੈ। ਪਰ ਜੇ ਕਿਤੇ ਇੰਤਕਾਲ ਜੇ ਦਰਜ ਹੋਇਆ ਹੋਇਆ ਠੀਕ ਹੈ ਤਾਂ ਦਰਜ ਹੋਏ ਇੰਤਕਾਲ ਦੀ ਜਿਹੜੀ ਕਾਪੀ ਹੈ ਕੋਈ ਵੀ ਵਿਅਕਤੀ ਪਟਵਾਰੀ ਹਲਕਾ ਤੋਂ ਲੈ ਸਕਦਾ ਹੈ। ਆਹ ਸਾਰੀ ਡਿਟੇਲ ਦਿੱਤੀ ਗਈ ਹੈ, ਜਮਾਬੰਦੀ ਗਿਰਦਾਵਰੀ, ਠੀਕ ਹੈ, ਸਿਜਰਾ ਨਸ਼ਬ, ਕਿਸ਼ਤਵਾੜ, ਲੱਠਾ, ਉਹ ਸਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਇਹ ਲਿਸਟ ਦੇ ਵਿੱਚ ਵੀ ਕਿਹੜੀਆਂ ਕਾਪੀਆਂ ਕੋਈ ਵਿਅਕਤੀ ਫੀਸ ਅਦਾ ਕਰਕੇ ਸਰਕਾਰੀ ਜੋ ਅੱਜ ਇਸ ਵੇਲੇ ਮਤਲਬ ਕਿ ਲਾਗੂ ਹੈਗੀ ਹੈ ਉਹ ਫੀਸ ਅਦਾ ਕਰਕੇ ਕੋਈ ਵਿਅਕਤੀ ਜਿਹੜਾ ਹੈਗਾ ਕਾਪੀ ਉਹਦੀ ਲੈ ਸਕਦਾ ਹੈਗਾ। ਇਹ ਰੂਲ 71 ਹੈ ਜੀ। ਨੈਕਸਟ ਨੋਟ ਦਿੱਤੇ ਗਏ ਇੱਕ ਦੋ। ਨੋਟ 1 ਪਟਵਾਰੀ ਸ਼ੈਲ ਨਾਟ ਬੀ ਇੰਟਾਈਟਲ ਟੂ ਰਿਟੇਨ ਐਨੀ ਸ਼ੇਅਰ ਇਨ ਰਿਸਪੈਕਟ ਆਫ ਦਾ ਕਾਪਿੰਗ ਫੀਸ ਇੰਸਪੈਕਸ਼ਨ। ਜਿਹੜੀ ਕੋਈ ਇੰਸਪੈਕਸ਼ਨ ਫੀਸ ਪਟਵਾਰੀ ਹਲਕਾ ਵੱਲੋਂ ਲਈ ਜਾਂਦੀ ਹੈ ਉਹਦੇ ਵਿੱਚ ਕੋਈ ਸ਼ੇਅਰ ਨਹੀਂ ਮਿਲੇਗਾ, ਸਾਰੀ ਸਰਕਾਰ ਦੇ ਖਾਤੇ ਜਮ੍ਹਾਂ ਹੁੰਦੀ ਹੈ। 0029 800 07 ਕਾਪਿੰਗ ਆਫ ਦਾ ਇਹ ਹੈਗਾ ਹੈਡ ਦਾ ਨਾਮ ਦਿੱਤਾ ਗਿਆ ਵੀ ਕਿਹੜੇ ਹੈਡ 'ਚ ਫੀਸ ਜਮ੍ਹਾਂ ਹੁੰਦੀ ਹੈ। ਕਾਪਿੰਗ ਫੀਸ ਜਿਹੜੀ ਜਮ੍ਹਾਂ ਹੁੰਦੀ ਹੈ ਉਹ ਹੈਗੀ 0029 ਲੈਂਡ ਰੈਵਨਿਊ, ਜਿਹੜਾ ਸਬ ਹੈਡ ਹੈਗਾ ਜੇ 800 ਹੈਗਾ, ਅਦਰ ਸੀਟਸ 07। ਇਸੇ ਖਾਤੇ 'ਚ ਜਿਹੜੀ ਕਾਪਿੰਗ ਫੀਸ ਦੀ ਜਿਹੜੀ ਇੰਸਪੈਕਸ਼ਨ ਹੈ ਕੀਤੀ ਜਾਂਦੀ ਹੈ ਉਹ ਵੀ ਜਮ੍ਹਾਂ ਹੁੰਦੀ ਹੈ। ਦੈਨ ਰੂਲ 2 'ਚ ਕੀ ਹੈ, ਪਟਵਾਰੀ ਇਜ਼ ਫੋਰਬਿਡਨ ਟੂ ਪ੍ਰਪੇਅਰ ਐਂਡ ਸਪਲਾਈ ਕਾਪੀਜ਼ ਆਫ ਐਕਸਟ੍ਰੈਕਟਸ ਆਫ ਦਾ ਪੇਪਰਸ ਨਾਟ ਸ਼ੋਨ ਇਨ ਦਾ ਅਬਵ ਟੇਬਲ। ਜਿਹਦੇ ਉੱਪਰ ਟੇਬਲ ਦਿਖਾਈ ਗਈ ਹੈ ਉਸ ਟੇਬਲ ਤੋਂ ਇਲਾਵਾ ਹੋਰ ਕਿਸੇ ਕਾਪੀ ਦੀ ਜਿਹੜੀ ਨਕਲ ਹੈਗੀ ਹੈ ਪਟਵਾਰੀ ਹਲਕਾ ਵੱਲੋਂ ਨਹੀਂ ਸਪਲਾਈ ਕੀਤੀ ਜਾਂਦੀ। ਸਿਰਫ ਜੋ ਇਹ ਦਿਖਾਈਆਂ ਗਈਆਂ ਨੇ ਇਸ ਟੇਬਲ ਦੇ ਵਿੱਚ 1 ਤੋਂ ਲੈ ਕੇ 14 ਇਹ ਡਾਕੂਮੈਂਟ ਨੇ, ਇਹਦੀ ਹੀ ਅਸੀਂ ਕਾਪੀ ਸਪਲਾਈ ਕਰ ਸਕਦੇ ਹਾਂ। ਅੱਗੇ ਆ ਗਈ ਨੋਟ ਨੰਬਰ 3। ਨੋਟ ਨੰਬਰ 3 'ਚ ਕੀ ਹੈਗਾ, ਲਿਸਟ ਆਫ ਦਾ ਕੋ ਸ਼ੇਅਰਸ। ਜਿੱਥੇ ਕਿਤੇ ਕਈ ਵਾਰੀ ਸਾਨੂੰ ਕਹਿ ਦਿੰਦੇ ਨੇ ਕੋਈ ਡਿਪਾਰਟਮੈਂਟ ਵਾਲੇ ਜਾਂ ਕੋਈ ਪੁਲਿਸ ਡਿਪਾਰਟਮੈਂਟ ਵਾਲੇ ਵਿਅਕਤੀਆਂ ਦੇ ਨਾਂ ਲਿਖ ਕੇ ਸਾਨੂੰ ਦੱਸੋ ਇਸ ਸਕੀਮ 'ਚ ਕੌਣ ਮਾਲਕ ਹੈਗਾ, ਉਹ ਇੱਦਾਂ ਦਾ ਪ੍ਰੋਸੈਸ ਹੈ ਜਿਹੜਾ ਸਾਡੇ ਵੱਲੋਂ ਅਡਾਪਟ ਨਹੀਂ ਕੀਤਾ ਜਾਂਦਾ। ਅਸੀਂ ਉਹਦੀ ਨਕਲ ਦੇ ਸਕਦੇ ਹਾਂ, ਕਾਪੀ ਦੇ ਸਕਦੇ ਹਾਂ, ਕੋਈ ਲਿਸਟ ਬਣਾ ਕੇ ਸਾਡੇ ਵੱਲੋਂ ਨਹੀਂ ਦਿੱਤੀ ਜਾਂਦੀ। ਪਰ ਜੇਕਰ ਕਲੈਕਟਰ ਵੱਲੋਂ ਕੋਈ ਇੱਦਾਂ ਦੀ ਸੈਂਕਸ਼ਨ ਦਿੱਤੀ ਗਈ ਹੋਵੇ, ਆਰਡਰ ਕੀਤਾ ਗਿਆ ਹੋਵੇ ਤਾਂ ਅਸੀਂ ਜਾ ਕੇ ਇੱਦਾਂ ਦਾ ਹੈਗਾ ਲਿਸਟ ਕੋਸ਼ੇਅਰ ਦੀ ਬਣਾ ਕੇ ਦੇ ਸਕਦੇ ਹਾਂ ਵਿਦ ਦਾ ਸੈਂਕਸ਼ਨ ਆਫ ਦਾ ਕਲੈਕਟਰ। ਨੈਕਸਟ ਹੈ ਰੂਲ 71 'ਚ ਕੀ ਹੈ, ਵੈਲਿਊ ਐਨੀ ਪਰਸਨ ਵਿਸ਼ਿੰਗ ਟੂ ਓਬਟੇਨ ਸਰਟੀਫਾਈਡ ਕਾਪੀਜ਼ ਆਫ ਦਾ ਰੈਵਨਿਊ ਰਿਕਾਰਡ ਫਰੋਮ ਦਾ VVP ਰਾਹੀਂ ਜੇ ਕੋਈ ਬੰਦਾ ਚਾਹੇ ਤਾਂ ਉਹ ਵੀ ਕਾਪੀ ਨਕਲ ਲੈ ਸਕਦਾ ਹੈ। VVP ਦੇ ਰਾਹੀਂ ਜਦੋਂ ਕੋਈ ਵਿਅਕਤੀ ਨਕਲ ਲੈਂਦਾ ਤਾਂ ਉਹਨੂੰ ਐਪਲੀਕੇਸ਼ਨ ਦੇਣੀ ਹੁੰਦੀ ਹੈ। ਠੀਕ ਹੈ ਜੀ, ਉਹਦੇ ਜਿਹੜੇ ਸਾਰੇ ਖਰਚੇ ਨੇ, ਪੋਸਟ ਦੇ ਜਿਹੜੇ ਖਰਚੇ ਨੇ, ਪੋਸਟੇਜ ਦੇ ਚਾਰਜਸ, ਵੇਟ ਦੇ ਅਕੋਰਡਿੰਗ ਜਿੰਨਾ ਬਣਦਾ ਉਹ,
ਤੇ ਬੀਬੀ ਚਾਰਜ ਰਜਿਸਟ੍ਰੇਸ਼ਨ ਫੀਸ 2 rupees as remuneration for the inconvenience and extra work caused to him। ਇਹ ਵੀ ਉਹਦੇ ਵੱਲੋਂ ਅਦਾ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਪਹਿਲਾਂ ਤਾਂ ਸਾਨੂੰ ਐਪਲੀਕੇਸ਼ਨ ਦੇ ਦੇਵੇ ਮੈਨੂੰ ਆਹ ਨਕਲਾਂ ਚਾਹੀਦੀਆਂ ਨੇ, ਜਦੋਂ ਅਸੀਂ BBP ਰਾਹੀਂ ਉਸ ਨੂੰ ਭੇਜ ਦਿੰਦੇ ਹਾਂ, ਠੀਕ ਹੈ, ਤਾਂ ਬਾਅਦ ਵਿੱਚ ਉਹ ਉੱਥੇ ਜਾ ਕੇ ਰਿਫਿਊਜ਼ ਕਰ ਦੇਵੇ ਮੈਂ ਨਹੀਂ ਲੈਣੀਆਂ, ਨਾ ਕਿ ਇਹਨੂੰ ਵਾਪਸ ਦੇ ਦੇਵੇ ਮੈਨੂੰ ਲੋੜ ਨਹੀਂ ਹੈਗੀ, ਤਾਂ ਸਾਡੇ ਕੋਲ ਵਾਪਸ ਆ ਜਾਂਦੀਆਂ ਨੇ। ਫਿਰ ਕੀ ਹੈਗਾ, ਜਿਹੜਾ ਪ੍ਰੋਸੈਸ ਹੈਗਾ ਉਹਦੀ ਜਿਹੜੀ ਰਿਕਵਰੀ ਹੈ, ਉਹਨੇ ਪੈਸੇ ਦੀ ਜਿਹੜੀ ਰਿਕਵਰੀ ਹੈ ਉਹ ਏਰੀਅਰ ਵਜੋਂ ਰਿਕਵਰੀ ਕੀਤੀ ਜਾ ਸਕਦੀ ਹੈ ਉਸ ਵਿਅਕਤੀ ਵੱਲੋਂ। ਨੈਕਸਟ ਹੈਗਾ ਜੀ 72 ਫਾਰਮ ਆਫ ਜਮਾਬੰਦੀ। ਆਪਾਂ ਨੂੰ ਸਾਨੂੰ ਪਤਾ ਵੀ 1 ਤੋਂ 12 ਜਿਹੜੇ ਕਾਲਮ ਹੈਗੇ ਆ, ਠੀਕ ਹੈ, ਇਹ ਐਕਟ ਦੇ ਵਿੱਚ ਤਾਂ ਕਿਤੇ ਨਹੀਂ ਪ੍ਰੋਵਾਈਡ ਕੀਤੇ ਗਏ ਕਾਲਮ। ਇਹ ਜਿਹੜੇ ਰੂਲ ਨੇ, ਰੂਲਾਂ ਦੇ ਵਿੱਚ ਜਾਂ ਲੈਂਡ ਰੈਵਨਿਊ ਐਕਟ ਦੇ ਵਿੱਚ ਜਾਂ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ ਇਹ ਜਿਹੜੇ ਪਰਫਾਰਮ ਹੈਗਾ ਇਹ ਦਿਖਾਇਆ ਗਿਆ। ਇਹ ਪਰਫਾਰਮ ਵਿੱਚ ਕੀ ਹੁੰਦਾ, ਪਹਿਲੇ ਨੰਬਰ 'ਚ ਪਤੀ ਆਪਾਂ ਸਾਰਿਆਂ ਨੂੰ ਹੁੰਦਾ ਖੇਤ ਨੰਬਰ, ਖਤੌਨੀ ਨੰਬਰ, ਠੀਕ ਹੈ ਜੀ, ਨੰਬਰਦਾਰ ਦਾ ਨਾਮ, ਪੱਤੀ ਦਾ ਨਾਮ ਕਿਆ ਹੈ, 4 ਨੰਬਰ ਦੇ ਵਿੱਚ ਮਾਲਕਾਂ ਦੇ ਨਾਮ ਲਿਖੇ ਹੁੰਦੇ ਨੇ, 5ਵੇਂ ਨੰਬਰ 'ਚ ਕਾਸ਼ਤਕਾਰ ਦਾ ਖਾਨ ਲਿਖਿਆ ਹੁੰਦਾ। ਇਹ ਪਰਫਾਰਮ ਹੈਗਾ 1 ਤੋਂ 12 ਤੱਕ ਇਹ ਸਾਰਾ ਸਪੈਸੀਫਾਈ ਕੀਤਾ ਗਿਆ। ਹੁਣ ਤਾਂ ਛੋਟਾ ਹੋ ਗਿਆ ਜੀ, ਹੁਣ ਤਾਂ ਛੋਟਾ ਹੋ ਗਿਆ, 8 ਕਾਲਮ ਹੋ ਗਏ, ਠੀਕ ਹੈ। ਤੇ ਅੱਗੇ ਨੈਕਸਟ 72 ਹਾਂਜੀ ਕੁਐਸਚਨ ਆ ਜਾਏਗਾ ਸਰ। ਦੇਖੋ ਸਰ ਫਾਰਮੈਟ ਪਲੀਜ਼ ਦੇਖਿਓ, ਫਾਰਮ ਆਫ ਨੈਕਸਟ ਪੇਜ ਤੇ ਸਿੱਧਾ ਆਇਆ ਹੋ, ਚੈੱਕ ਕਰੇ ਫਾਰਮੈਟ 2 ਦਿੱਤਾ ਹੈ। ਮੇਰੀ ਬੁੱਕ ਦੇ ਵਿੱਚ ਇੱਕੋ ਹੀ ਦਿਖਾਇਆ ਗਿਆ 1 to 12। ਜੇ ਕੋਈ ਨਵਾਂ ਹੈਗਾ ਤਾਂ ਤੁਸੀਂ ਨਵਾਂ ਫੋਲੋ ਕਰ ਸਕਦੇ ਹੋ, ਠੀਕ ਹੈ ਜੀ। ਤੇ ਅੱਗੇ ਆ ਗਿਆ ਅਸੀਂ ਪੜਾਂਗੇ ਰੂਲ 72A ਐਂਟਰੀ ਰਿਗਾਰਡਿੰਗ। ਚਲੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਪਰਫਾਰਮਾ ਤੁਸੀਂ ਸਾਰੇ ਰੋਜ਼ ਪ੍ਰੈਕਟੀਕਲ ਤੌਰ ਤੇ ਯੂਜ਼ ਕਰਦੇ ਹੋ, ਠੀਕ ਹੈ ਜੀ। ਇਹਦੇ ਤੇ ਆਪਾਂ ਟਾਈਮ ਵੇਸਟ ਜ਼ਿਆਦਾ ਨਾ ਕਰੀਏ। ਮਤਲਬ ਕਿ ਕਹਿਣ ਦਾ ਭਾਵ ਇਹ ਹੈ ਵੀ ਇੱਥੇ ਨਾਲ ਰੂਲਾਂ 'ਚ ਇਹ ਲਿਖਿਆ ਹੋਇਆ ਹੈ ਵੀ ਫਾਦਰ ਦਾ ਨਾਮ ਤੇ ਦਾਦੇ ਦਾ ਨਾਮ ਵੀ ਲਿਖਣਾ ਜ਼ਰੂਰੀ ਹੁੰਦਾ ਤੇ ਨਾਲ ਐਡਰੈਸ ਵੀ ਲਿਖਿਆ ਜਾਣਾ ਚਾਹੀਦਾ ਹੁੰਦਾ, ਠੀਕ ਹੈ ਜੀ। ਰੈਜ਼ੀਡੈਂਸ, ਇਹ ਨਵੀਂ ਅਮੈਂਡਮੈਂਟ ਹੈਗੀ ਹੈ, ਰੈਜ਼ੀਡੈਂਸ ਵਗੈਰਾ ਵੀ ਨਾਲ ਲਿਖਿਆ ਜਾਣਾ ਚਾਹੀਦਾ ਹੈ। ਆਮ ਤੌਰ ਤੇ ਆਪਾਂ ਨਹੀਂ ਲਿਖਦੇ ਵੈਸੇ, ਆਮ ਤੌਰ ਤੇ ਪਿੰਡਾਂ 'ਚ ਤਾਂ ਕੀ ਹੁੰਦਾ, ਜੇ ਕਿਸੇ ਪਿੰਡ ਦਾ ਬੰਦਾ ਹੈਗਾ, ਪਿੰਡ ਦਾ ਤਾਂ ਅੰਡਰਸਟੂਡ ਸਮਝਿਆ ਜਾਂਦਾ ਵੀ ਇਹ ਇਸੇ ਪਿੰਡ ਦਾ ਹੈ। ਜੇ ਕਿਸੇ ਬਾਹਰਲੇ ਪਿੰਡ ਦਾ ਹੁੰਦਾ ਬੰਦਾ ਤਾਂ ਉਹਦਾ ਜਿਹੜਾ ਪਿੰਡ ਦਾ ਨਾਮ ਦਰਜ ਕਰ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਹਾਂ, ਮੈਂ ਚਾਹੁੰਦਾ ਸੀ ਇਹ ਦੋ ਰਹਿ ਗਏ, ਇਹਨੂੰ ਖਤਮ ਕਰ ਦਈਏ ਇੱਥੇ ਆਪਣਾ। 2 ਮਿੰਟ ਵੇਟ ਕਰੋ ਜੀ ਹੋਰ। ਹਾਂ, ਐਂਟਰੀ ਰਿਗਾਰਡਿੰਗ ਦਾ ਆਕੂਪੈਂਸੀ ਟੈਨੈਂਟਸ। ਇਹ ਕਹਿੰਦੇ ਸੈਕਸ਼ਨ 72 ਇਹ ਹੈਗਾ ਐਂਟਰੀ ਰਿਗਾਰਡ ਦਾ ਆਕੂਪੈਂਸੀ ਟੈਨੈਂਟਸ। ਦੇਖੋ ਜਦੋਂ ਆਕੂਪੈਂਸੀ ਟੈਨੈਂਟਸ ਕੌਣ ਸੀਗੇ ਉਹਦੇ ਬਾਰੇ ਆਪਾਂ ਡਿਟੇਲ 'ਚ ਪੜਾਂਗੇ ਚੈਪਟਰ ਨੰਬਰ 3 ਦੇ ਵਿੱਚ, ਪੇਪਰ ਨੰਬਰ 3 ਦੇ ਵਿੱਚ, ਟੈਨੈਂਸੀ ਐਕਟ ਦੇ ਵਿੱਚ ਪੜਾਂਗੇ। ਪਰ ਜਦੋਂ ਟੈਨੈਂਸੀ ਐਕਟ ਦੇ ਵਿੱਚ ਪੜਾਂਗੇ ਉਹ ਤਾਂ ਬਹੁਤ ਜ਼ਿਆਦਾ ਲੰਮਾ ਚੌੜਾ ਹੋਏਗਾ। ਇੱਥੇ ਆ ਕੇ ਇਹਨੇ ਕਿਹਾ ਵੀ ਜਦੋਂ ਆਕੂਪੈਂਸੀ ਟੈਨੈਂਟਸ ਨੂੰ ਕੋਈ ਪ੍ਰੋਪਰਾਈਟਰੀ ਰਾਈਟਸ ਦਿੱਤੇ ਜਾਂਦੇ ਨੇ, ਪ੍ਰੋਪਰਾਈਟਰੀ ਰਾਈਟਸ ਕਿਹਦੇ ਅਧੀਨ ਦਿੱਤੇ ਜਾਂਦੇ ਨੇ, ਜਦੋਂ ਪੈਪਸੂ ਐਕਟ ਬਣਿਆ ਸੀਗਾ 53, ਠੀਕ ਹੈ ਜੀ। ਪੰਜਾਬ ਐਕਟ ਬਣਿਆ ਸੀ 53। ਪੰਜਾਬ ਐਕਟ 53 ਬਣਨ ਤੋਂ ਪਹਿਲਾਂ ਆਕੂਪੈਂਸੀ ਟੈਨੈਂਟਸ ਪੰਜਾਬ ਆਕੂਪੈਂਸੀ ਟੈਨੈਂਟਸ ਵੈਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ 52 ਆਕੂਪੈਂਸੀ ਟੈਨੈਂਟਸ ਨੂੰ ਮਾਲਕੀ ਦੇ ਹੱਕ ਦੇਣ ਦੇ ਸੰਬੰਧੀ ਜਿਹੜਾ ਐਕਟ ਬਣਿਆ ਸੀ 52 ਦੇ ਵਿੱਚ। ਫਿਰ ਉਸ ਤੋਂ ਬਾਅਦ ਬਣਿਆ 53 ਦਾ ਐਕਟ ਬਣਿਆ ਜਿੱਥੇ ਆ ਕੇ ਸੀਲਿੰਗ ਲਗਾ ਦਿੱਤੀ, ਠੀਕ ਹੈ। ਇਸ ਤੋਂ ਪਹਿਲਾਂ ਮਾਲਕੀ ਦਾ ਹੱਕ ਦੇਣ ਦੇ ਲਈ ਐਕਟ ਬਣਿਆ। ਇਸ ਐਕਟ ਦੇ ਤਹਿਤ ਜਾਂ ਫਿਰ ਜਦੋਂ ਪੈਪਸੂ ਬਣ ਗਿਆ ਸੀਗਾ, ਪੈਪਸੂ ਐਕਟ ਬਣਿਆ 1955 ਦੇ ਵਿੱਚ। ਪੈਪਸੂ ਐਕਟ ਬਣਨ ਤੋਂ ਪਹਿਲਾਂ ਟੈਨੈਂਟਸ ਨੂੰ ਪ੍ਰੋਪਰਾਈਟਰੀ ਰਾਈਟਸ ਦੇਣ ਦੀ ਖਾਤਰ ਇੱਕ ਨਵਾਂ ਐਕਟ ਬਣਿਆ ਸੀ ਉਸ ਵੇਲੇ। ਇਹ ਜਿਹੜਾ 54 ਚ ਬਣਿਆ ਹੈਗਾ ਪੈਪਸੂ ਆਕੂਪੈਂਸੀ ਟੈਨੈਂਟਸ ਵੈਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ 1954 ਬਣ ਕੇ ਸਾਲ ਪਹਿਲਾਂ ਜਿਹੜੇ ਇਹ ਐਕਟ ਬਣੇ, ਫਿਰ ਸੀਲਿੰਗ ਐਕਟ ਬਣੇ, ਠੀਕ ਹੈ ਜੀ। ਜਦੋਂ ਸਾਲ ਪਹਿਲਾਂ ਇਹ ਐਕਟ ਬਣੇ ਜਿੱਥੇ ਮਾਲਕੀ ਦੇ ਹੱਕ ਦਿੱਤੇ ਗਏ ਪ੍ਰੋਪਰਾਈਟਰੀਜ਼ ਨੂੰ, ਟੈਨੈਂਟਸ ਨੂੰ, ਉਹਨਾਂ ਜਦੋਂ ਆਰਡਰ ਹੋਏ ਉਹਨਾਂ ਆਰਡਰਾਂ ਦੀ ਜਿਹੜੀ ਇੱਥੇ ਗੱਲ ਕੀਤੀ ਗਈ ਐਂਟਰੀ ਦੀ, ਵੀ ਜਮਾਬੰਦੀ 'ਚ ਐਂਟਰੀ ਉਹਦੀ ਕਿਵੇਂ ਹੋਣੀ ਸੀਗੀ। ਜਮਾਬੰਦੀ 'ਚ ਐਂਟਰੀ ਸਿਰਫ ਉੱਥੇ ਇਹਦੇ ਵਿੱਚ ਕਿਹਾ ਗਿਆ ਵੀ ਕੋਈ ਨਵਾਂ ਇੰਤਕਾਲ ਦਰਜ ਕਰਨ ਦੀ ਲੋੜ ਨਹੀਂ ਹੈਗੀ, ਤਾਂ ਉੱਥੇ ਰੋਜ਼ਾਨਾ ਤੇ ਦਰਜ ਕਰਕੇ ਖਾਨਾ ਕੈਫੇ ਦੇ ਵਿੱਚ ਅਜਿਹੇ ਆਰਡਰ ਜਿਨ੍ਹਾਂ ਨੂੰ ਕਿਤੇ ਮਾਲਕੀ ਦੇ ਹੱਕ ਦਿੱਤੇ ਜਾਂਦੇ ਸੀ ਟੈਨੈਂਟਸ ਨੂੰ, ਉਹਨਾਂ ਦੀ ਜਿਹੜੀ ਐਂਟਰੀ ਹੈ ਖਾਨਾ ਜਮਾਬੰਦੀ ਦੇ ਖਾਨਾ ਕੈਫੇ ਦੇ ਵਿੱਚ
ਦਰਜ ਕੀਤੀ ਜਾਂਦੀ ਸੀ। ਠੀਕ ਹੈ ਜੀ, ਇਹ ਸਾਰੀ ਗੱਲ ਇਹੀ ਕਹਿੰਦਾ ਸਿਮਿਲਰ proprietary rights accruing to the occupancy tenants in ਸ਼ਾਮਲਾਤ ਲੈਂਡ। ਜੇ ਇਸੇ ਤਰੀਕੇ ਨਾਲ ਜੇ ਸ਼ਾਮਲਾਤ ਲੈਂਡ ਦੀ ਸ਼ਾਮਲਾਤ ਲੈਂਡ ਦੇ ਵਿੱਚ ਕਿਸੇ ਟੈਨੈਂਟਸ ਨੂੰ ਕੋਈ ਮਾਲਕੀ ਦੇ ਹੱਕ ਦਿੱਤੇ ਜਾਂਦੇ ਸੀਗੇ, ਉਹਦੀ ਐਂਟਰੀ ਵੀ ਜਿਵੇਂ ਮੂਹਰੇ ਅਸੀਂ ਅੱਗੇ ਪੜ੍ਹ ਕੇ ਹਟੇ ਆ, ਉਹਦੇ ਮੁਤਾਬਕ ਹੀ ਜਮ੍ਹਾਂ ਹੁੰਦੀ ਦੇ ਖਾਨਾ ਕਾਲਮ ਦੇ ਵਿੱਚ ਕੈਫੀਅਤ ਦੇ ਵਿੱਚ ਦਰਜ ਕੀਤੀ ਜਾਂਦੀ ਹੈ। ਰੈਫਰੈਂਸ to the relevant sections of act under which these rights have been acquired shall be recorded in the remarks column of the record of rights। ਜਮ੍ਹਾਂ ਹੁੰਦੀ ਦੇ ਖਾਨਾ ਕੈਫੀਅਤ ਦੇ ਵਿੱਚ ਨੋਟ ਦਿੱਤਾ ਜਾਂਦਾ ਹੈ ਸਿਰਫ। ਠੀਕ ਹੈ ਜੀ, ਨੈਕਸਟ ਆ ਗਿਆ ਅੱਗੇ 72B। ਦੇਖੋ ਉਹ ਤਾਂ ਹੈਗਾ ਜੀ ਟੈਨੈਂਸੀ ਦੀ ਗੱਲ। 72 ਰਿਲੇਟਡ ਵਿਦ ਦਾ ਜਿਹੜੀ ਹੈਗੀ ਆ ਰਾਜੀ ਮਤਰੂਕਾ ਦੀ ਜਿਹੜੀ ਲੈਂਡ ਹੈ, ਵਕ ਪ੍ਰੋਪਰਟੀ ਵੈਕਿਊ ਪ੍ਰੋਪਰਟੀ। ਵੈਕਿਊ ਪ੍ਰੋਪਰਟੀ ਦੀ ਗੱਲ ਕੀਤੀ ਗਈ ਹੈ ਇੱਥੇ। ਜਦੋਂ ਵੈਕਿਊ ਪ੍ਰੋਪਰਟੀ ਦੇ ਜਿਹੜੇ ਓਨਰਸ਼ਿਪ ਹੈ ਗਵਰਨਮੈਂਟ ਦੀ ਬਣ ਜਾਂਦੀ ਹੈ ਜਾਂ ਗਵਰਨਮੈਂਟ ਵੱਲੋਂ ਕਿਸੇ ਨੂੰ ਅਲੋਟ ਕੀਤੀ ਜਾਂਦੀ ਹੈ, ਠੀਕ ਹੈ, ਤਾਂ ਜਿਹੜਾ 72 ਜਿਹੜਾ ਸੈਕਸ਼ਨ ਰੂਲ ਹੈਗਾ ਉਹਦੇ ਤਹਿਤ ਕੀ ਹੁੰਦਾ ਹੈ, ਇਹਦੇ ਵਿੱਚ ਵੀ ਉਹੀ ਹੈਗਾ। ਇਹ ਜਿਹੜੇ ਵੈਕਿਊ ਪ੍ਰੋਪਰਟੀ ਦੇ ਵਿੱਚ ਜਿਹੜੇ ਮਾਲਕ ਮੰਨਦੇ ਨੇ, ਉਹਦੇ ਲਈ ਵੀ ਇੱਕ ਐਕਟ ਬਣਿਆ ਸੀ 1950 ਦੇ ਵਿੱਚ। 1950 ਚ ਐਕਟ ਬਣਿਆ ਸੀ, ਮੈਂ ਪਹਿਲਾਂ ਤੁਹਾਨੂੰ ਦਿਖਾਇਆ ਕਈ ਵਾਰੀ। ਉਹਦਾ ਨਾਮ ਹੈਗਾ ਐਡਮਿਨਿਸਟ੍ਰੇਸ਼ਨ ਆਫ ਵੈਕਿਊ ਪ੍ਰੋਪਰਟੀ ਐਕਟ 1950। ਐਡਮਿਨਿਸਟ੍ਰੇਸ਼ਨ ਆਫ ਵੈਕਿਊ ਪ੍ਰੋਪਰਟੀ ਐਕਟ 1950। ਜਿਹੜੀਆਂ ਵੀ ਵੈਕਿਊ ਪ੍ਰੋਪਰਟੀ ਸੀਗੀਆਂ, ਜਿਹੜੀਆਂ ਵੀ ਮਤਲਬ ਕਿ ਜਿਹੜੀ ਮੁਹੰਮਡਨਸ ਵੱਲੋਂ ਆਪਣੀ ਛੱਡ ਕੇ ਉਹ ਚਲੇ ਗਏ ਸੀਗੇ, ਪਾਕਿਸਤਾਨ ਚਲੇ ਗਏ ਸੀ ਜਾਂ ਕਿਸੇ ਹੋਰ ਥਾਂ ਤੇ ਚਲੇ ਗਏ ਸੀਗੇ, ਉਹਨਾਂ ਜਿਹੜੀਆਂ ਪ੍ਰਾਪਰਟੀਆਂ ਸੀ ਉਹ ਸਰਕਾਰ ਨੇ ਫਿਰ ਉਹਨੂੰ ਕਿਵੇਂ ਸੰਭਿਆ, ਉਹਦੀ ਐਡਮਿਨਿਸਟ੍ਰੇਸ਼ਨ ਕਿਵੇਂ ਕੀਤੀ, ਕਿਵੇਂ ਉਹ ਜ਼ਮੀਨਾਂ ਲੋਕਾਂ ਨੂੰ ਅਲਾਟ ਕੀਤੀਆਂ। ਠੀਕ ਹੈ, ਉਹਨਾਂ ਦੇ ਰਿਗਾਰਡਿੰਗ ਜਿੰਨੇ ਵੀ ਕੋਈ ਸਰਕਾਰ ਵੱਲੋਂ ਆਰਡਰ ਕੀਤੇ ਜਾਂਦੇ ਸੀਗੇ, ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਖਾਨਾ ਕੈਫੀਅਤ ਦੇ ਵਿੱਚ ਹੀ ਉਹਦਾ ਜਿਹੜਾ ਨਾਮ ਹੈਗਾ ਦਿੱਤਾ ਜਾਂਦਾ ਸੀਗਾ। ਚਾਹੇ ਉਹ ਸੈਂਟਰ ਗਵਰਨਮੈਂਟ ਨੇ ਆਪਦੇ ਹੱਕ 'ਚ ਕੀਤਾ ਸੀਗਾ, ਚਾਹੇ ਉਹ ਕਿਸੇ ਵਿਅਕਤੀ ਨੂੰ ਅਲਾਟ ਕੀਤੀ ਜਿਹੜੀ ਜ਼ਮੀਨ ਜਾਂਦੀ ਸੀਗੀ, ਉਹ ਸਾਰੇ ਜਿਹੜੇ ਨੋਟ ਸੀ ਖਾਨਾ ਕੈਫੀਅਤ ਦੇ ਵਿੱਚ ਦਿੱਤੇ ਜਾਂਦੇ ਸੀ। ਠੀਕ ਹੈ ਜੀ, ਇਹਦੇ ਵਿੱਚ ਇਹੀ ਕੁਛ ਹੈਗਾ, ਹੋਰ ਇਦੋਂ ਬਾਅਦ ਕੁਛ ਨਹੀਂ ਹੈਗਾ। ਇਹਦੇ ਨਾਲ ਹੀ ਕੀ ਹੈਗਾ, ਮੁਸਲਿਮ ਪ੍ਰੋਪਰਟੀ ਦੀ ਗੱਲ ਕੀਤੀ ਗਈ ਹੈ, ਚੈਰੀਟੇਬਲ ਨੇਚਰ, ਤੇ ਨਾਲ ਹੀ ਗੱਲ ਕੀਤੀ ਗਈ ਹੈ ਆਲਾ ਮਾਲਕ ਅਦਨਾ ਮਾਲਕ। ਠੀਕ ਹੈ, shall be recorded along with the name of the institution। ਜਿੱਥੇ ਕਿਤੇ ਪ੍ਰੋਪਰਟੀ ਕਿਸੇ ਇੰਸਟੀਚਿਊਟ ਨੂੰ ਅਲਾਟ ਕੀਤੀ ਜਾਂਦੀ ਹੈ, ਉੱਥੇ ਇੰਸਟੀਚਿਊਟ ਦਾ ਨਾਮ ਆ ਜਾਂਦਾ ਹੈ। ਠੀਕ ਹੈ, ਤੇ ਇਹਦੇ ਨਾਲ ਹੀ ਗੱਲ ਕੀਤੀ ਹੈ ਕਿਤੇ ਅਦਨਾ ਮਾਲਕ ਆਲਾ ਮਾਲਕ ਦੀ ਗੱਲ ਕੀਤੀ ਹੈ। ਅਦਨਾ ਮਾਲਕ ਕੌਣ ਹੁੰਦੇ ਨੇ, ਆਲਾ ਮਾਲਕ ਕੌਣ ਹੁੰਦੇ ਨੇ। ਆਲਾ ਮਾਲਕ ਜਿਵੇਂ ਇੱਕ ਕਸਟਮਰੀ ਲਾਅ ਹੈਗਾ, ਕਸਟਮਰੀ ਲਾਅ ਇਹ ਕਸਟਮਰੀ ਲਾਅ ਹੈ। ਠੀਕ ਹੈ, ਕਸਟਮਰੀ ਲਾਅ ਦੇ ਵਿੱਚੋਂ ਹੀ ਅੱਗੇ ਜਾ ਕੇ ਲਾਅ ਬਣਦੇ ਨੇ ਫਰਦਰ, ਕਿਸ ਇਲਾਕੇ 'ਚ ਕਿਹੜੇ ਕੀ ਲੋਕਾਂ ਦੇ ਕਸਟਮ ਨੇ, ਕੀ ਲੋਕਾਂ ਦੇ ਰੀਤੀ ਰਿਵਾਜ ਨੇ। ਠੀਕ ਹੈ, ਉਹਨਾਂ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਲਾਅ ਬਣਦੇ ਨੇ। ਜਿਹੜਾ ਆਲਾ ਮਾਲਕ ਹੁੰਦਾ, ਆਲਾ ਮਾਲਕ ਨੂੰ ਜਿਹੜਾ ਹੈਗਾ ਕਸਟਮਰ ਦੇ ਵਿੱਚ ਜੋ ਕਸਟਮਰੀ ਦੇ ਮੁਤਾਬਕ ਜਿਹੜਾ ਟੈਨੈਂਟ ਰੈਂਟ ਹੈਗਾ ਉਹ ਆਲਾ ਮਾਲਕ ਵਸੂਲ ਕਰਦਾ ਹੈ। ਤੇ ਅੱਗੇ ਫਰਦਰ ਜਿਹੜਾ ਅਦਨਾ ਮਾਲਕ ਹੁੰਦਾ, ਇਹਨੂੰ ਸੁਪੀਰੀਅਰ ਲੈਂਡ ਓਨਰ ਕਹਿ ਦਿੰਦੇ ਆ। ਆਲਾ ਮਾਲਕ ਨੂੰ ਸੁਪੀਰੀਅਰ ਲੈਂਡ ਓਨਰ, ਅਦਨਾ ਮਾਲਕ ਹੁੰਦਾ ਉਹਨੂੰ ਅਸੀਂ ਇਨਫੀਰੀਅਰ ਲੈਂਡ ਓਨਰ ਹੁੰਦਾ, ਮਤਲਬ ਕਿ ਮਾਲਕੀ ਦੇ ਹੱਕ ਉਹਦੇ ਕੋਲ ਵੀ ਨੇ, ਮਾਲਕੀ ਦੇ ਹੱਕ ਉਹਦੇ ਕੋਲ ਵੀ ਨੇ। ਅਦਨਾ ਮਾਲਕ ਨੂੰ ਪਿਛਲੇ ਟਾਈਮ ਸ਼ਾਰਟ ਕੁਐਸਚਨ ਵੀ ਆਇਆ ਜੀ ਅਦਨਾ ਮਾਲਕ ਤੇ ਆਲਾ ਮਾਲਕ ਬਾਰੇ ਜੀ, ਆਇਆ ਸੀਗਾ। ਹਾਂ ਚਲੋ ਸੁਣੋ ਆਲਾ ਮਾਲਕ ਕੌਣ ਹੁੰਦਾ ਹੈ। ਆਲਾ ਮਾਲਕ ਉਹ ਹੁੰਦਾ ਹੈ ਜਿਹੜਾ ਮਾਲਕ ਹੁੰਦਾ ਪ੍ਰਾਪਰਟੀ ਦਾ, ਉਸਨੂੰ ਕਸਟਮ ਦੇ ਅਕੋਰਡਿੰਗ ਰੈਂਟ ਲੈਣ ਦਾ ਅਧਿਕਾਰ ਹੁੰਦਾ ਸਿਰਫ। ਜੋ ਉਸ ਦੇ ਕਸਟਮ ਹੁੰਦੇ ਨੇ, ਜੋ ਪਿੰਡ ਦੇ ਰੀਤੀ ਰਿਵਾਜ ਹੁੰਦੇ ਨੇ, ਉਸ ਪਿੰਡ ਦੇ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਉਹ ਆਪਣਾ ਜਿਹੜਾ ਰੈਂਟ ਹੈਗਾ ਉਹ ਅਦਨਾ ਮਾਲਕ ਤੋਂ ਜਾਣੀ ਕਿ ਇਨਫੀਰੀਅਰ ਲੈਂਡ ਓਨਰ ਤੋਂ ਲੈ ਸਕਦਾ ਹੈਗਾ। ਫਰਦਰ ਅੱਗੇ ਜਿਹੜਾ ਅਦਨਾ ਮਾਲਕ ਹੈਗਾ ਇਨਫੀਰੀਅਰ ਲੈਂਡ ਓਨਰ ਹੈਗਾ। ਇਨਫੀਰੀਅਰ ਲੈਂਡ ਓਨਰ ਕੀ ਕਰਦਾ ਹੈ, ਇਨਫੀਰੀਅਰ ਲੈਂਡ ਓਨਰ ਉਸ ਜ਼ਮੀਨ ਨੂੰ ਆਪ ਵੀ ਕਾਸ਼ਤ ਕਰ ਸਕਦਾ ਹੈ, ਉਹ ਕਿਸੇ ਨੂੰ ਉਸ ਜ਼ਮੀਨ ਨੂੰ ਫਰਦਰ ਟੈਨੈਂਟ ਨੂੰ ਵੀ ਦੇ ਸਕਦਾ ਹੈ। ਮੌਕੇ ਦਾ ਰੈਂਟ ਜਿਹੜਾ ਵੀ ਹੈਗਾ ਉਹ ਵਸੂਲ ਕਰੇਗਾ। ਠੀਕ ਹੈ, ਜਿਹੜਾ ਇਨਫੀਰੀਅਰ ਲੈਂਡ ਓਨਰ ਹੋਏਗਾ ਉਹ ਕਿਸੇ ਜ਼ਮੀਨ ਨੂੰ ਐਜ ਏ ਟੈਨੈਂਸੀ ਫਰਦਰ ਵੀ ਦੇ ਸਕਦਾ ਹੈ, ਤੇ ਉਹਦੇ ਤੋਂ ਜਿੰਨਾ ਵੀ ਰੈਂਟ ਬਣਦਾ ਉਹ ਵਸੂਲ ਕਰੇਗਾ। ਪਰ ਉਹਦੇ ਵਿੱਚੋਂ ਜਿਹੜਾ ਸ਼ੇਅਰ ਹੈ ਆਲਾ ਮਾਲਕ ਨੂੰ ਉਹ ਐਜ ਏ ਕਸਟਮ, ਜੋ ਉਸ ਇਲਾਕੇ ਦੇ ਕਸਟਮ ਨੇ, ਜੋ ਵਾਜਬ ਵਰਤ ਦੱਸੇ ਹੋਏ ਹੁੰਦੇ ਨੇ, ਉਹ ਜਿਹੜਾ ਰੈਂਟ ਹੈਗਾ ਲੈਣ ਦਾ ਉਹਨਾਂ ਕੀ ਅਧਿਕਾਰ ਹੁੰਦਾ ਹੈ ਆਲਾ ਮਾਲਕ ਕੋਲੇ, ਜਿੰਨਾ ਕਸਟਮ ਪ੍ਰੋਵਾਈਡ ਕਰਦੇ ਨੇ। ਬਾਕੀ ਜਿਹੜਾ ਸਾਰਾ ਰੈਂਟ ਹੁੰਦਾ ਹੈ ਉਹ ਅਦਨਾ ਮਾਲਕ ਜਾਣੀ ਕਿ ਇਨਫੀਰੀਅਰ ਲੈਂਡ ਓਨਰ ਜਿਹੜਾ ਲੈਣ ਦਾ ਹੱਕਦਾਰ ਹੁੰਦਾ। ਇਹਦੇ ਨਾਲ ਜਿਹੜਾ ਆਪਣਾ ਹੈਗਾ ਲੈਂਡ ਰੈਵਨਿਊ ਰੂਲਸ ਇਹ ਖਤਮ ਹੋ ਜਾਂਦੇ ਇੱਥੇ।
ਲੈਂਡ ਰੈਵਨਿਊ ਐਕਟ ਵੀ ਖਤਮ ਹੋ ਗਿਆ, ਲੈਂਡ ਰੈਵਨਿਊ ਰੂਲਸ ਵੀ ਖਤਮ ਹੋ ਗਏ, ਤੇ ਹੁਣ ਆਪਾਂ ਕੱਲ ਨੂੰ ਇਹਦੇ ਲਈ ਪੜਾਂਗੇ ਨੈਕਸਟ ਸਟੈਂਡਿੰਗ ਆਰਡਰ, ਫਾਈਨੈਂਸ਼ੀਅਲ ਕਮਿਸ਼ਨਰ ਦੇ ਸਟੈਂਡਿੰਗ ਆਰਡਰ। ਠੀਕ ਹੈ ਜੀ, ਇਹ ਗੱਲ ਕੱਲ ਤੋਂ ਸਟਾਰਟ ਕਰਾਂਗੇ ਆਪਾਂ। ਹੁਣ ਥੋੜੀ ਜਿਹੀ 15 ਕੁ ਮਿੰਟ ਦੇ ਲਈ ਉਰਦੂ ਦੀ ਕਲਾਸ ਲਗਾ ਲਈਏ।